ਹਾਂਜੀ ਵੀਰ ਜੀ। ਪਾਣੀ ਤੋਂ ਬਾਹਰ ਨਹੀਂ ਜਾ ਸਕਦੇ ਆਪਾਂ। ਅੱਜ ਆਪਾਂ ਨਵੀਂ ਵਾਰ ਲੈਣੀ ਹੈ 137 ਅੰਗ ਤੇ ਮਾਰਚ ਦੇ ਵਿੱਚ ਪਹਿਲੀ ਪਾਤਸ਼ਾਹੀ ਦੀ ਵਾਰ ਹੈਗੀ ਆ ਤੇ ਉਹ ਲਵਾਂਗੇ ਆਪਾਂ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਸਾਧ ਸੰਗਤ ਜੀ ਗੱਲ ਤੇ ਕੁਛ ਵੀ ਨਹੀਂ ਹੈ। ਉਹ ਇੱਕ ਨਾ ਉਹ ਗੋਰਾ ਆਇਆ ਆਪਣੇ ਦੇਸ਼ 'ਚ, ਪਤਾ ਨਹੀਂ ਮੈਂ ਕਿੱਥੇ ਕਹਾਣੀ ਪੜ੍ਹੀ, ਬੜੀ ਜ਼ਬਰਦਸਤ ਕਹਾਣੀ। ਤੇ ਉਹਨੇ ਆ ਕੇ ਇੱਥੇ ਆਸ਼ਰਮ ਉਸ਼ਰਮ ਵੇਖੇ ਤੇ ਆਪਣੇ ਆਸ਼ਰਮ ਸੀ ਪਹਾੜਾਂ ਚ। ਤੁਹਾਨੂੰ ਪਤਾ ਪਹਾੜਾਂ 'ਚ ਜਾਓਗੇ ਤੇ ਸ਼ਾਂਤੀ ਬੜੀ, ਕਿਉਂਕਿ ਉਹ ਤਾਂ ਪਹਾੜਾਂ ਦੀ ਸ਼ਾਂਤੀ ਹੈ ਨਾ। ਉਹ ਬੰਦੇ ਨੂੰ ਲੱਗਦਾ ਕਿ ਸ਼ਾਇਦ ਆਸ਼ਰਮ 'ਚ ਸ਼ਾਂਤੀ, ਆਸ਼ਰਮ 'ਚ ਨਹੀਂ ਹੁੰਦੀ, ਉਹ ਪਹਾੜਾਂ ਦੀ ਸ਼ਾਂਤੀ ਹੁੰਦੀ। ਪੈਰਾ ਵਗੈਰਾ ਵਾਹਵਾ ਕੰਟਰੀਆਂ 'ਚ ਘੁੰਮਿਆ ਤੇ ਫਿਰ ਪਤਾ ਨਹੀਂ ਇੱਕ ਕਿਹੜੇ ਦੇਸ਼ 'ਚ ਗਿਆ। ਉੱਥੇ ਨਾ ਉਹ ਆਸ਼ਰਮ ਦੇ ਬੂਹੇ ਗੜੀ ਨਜਸਾ 20-25 ਕੁੱਤੇ ਬੈਠੇ ਤੇ ਔਰ ਆਸ਼ਰਮ ਹੀ ਕਹਿੰਦੇ ਐਸੀ ਜਗ੍ਹਾ ਤੇ ਦੁਨੀਆ ਭਰ ਦੇ ਹਾਰਨ ਤੇ ਦੁਨੀਆ ਭਰ ਦੇ ਸਕੂਟਰ, ਇੰਨਾ ਰੌਲਾ। ਹਾਂਜੀ ਗੁਰਕੀ ਸਾਹਿਬ। ਤੁਹਾਡੀ ਆਵਾਜ਼ ਸ਼ਾਇਦ ਉਹਨਾਂ ਨੂੰ ਕਾਲ ਆ ਗਈ ਹੋਣੀ ਹੈ ਨਾ, ਉਹਦੇ ਨਾਲ ਆਵਾਜ਼ ਫਿਰ ਮਿਊਟ ਹੋ ਜਾਂਦੀ। ਉਹ ਸ਼ਾਇਦ ਗੁਰਕੀ ਸਾਹਿਬ ਦੀ ਆਵਾਜ਼ ਨਹੀਂ ਆ ਰਹੀ। ਆਊਗੀ 1 ਮਿੰਟ। ਡ੍ਰੌਪ ਹੋ ਗਏ ਹਾਂ ਉਹ ਡ੍ਰੌਪ ਹੋ ਗਿਆ, ਆ ਜਾਂਦੇ। ਸਾਸੰਗੀ ਵਾਈ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਗੱਲ ਕਾ ਖਾਲਸਾ। ਆਏ ਨਹੀਂ ਚੱਲ ਰਹੀ, ਸ਼ੋਰ ਦੀ ਨਹੀਂ ਚੱਲਦੀ। ਸ਼ੋਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਗੀ। ਚਲੋ ਵੀ ਆਪਾਂ ਤਾਂ ਇਹ ਕਹਿੰਦੇ ਆ ਵੀ ਟਾਈਮ ਨਾ ਵੇਸਟ ਕਰੋ। ਹਾਂ ਬਿਲਕੁਲ ਸਹੀ ਗੱਲ ਆ। ਉਹ ਤਾਂ ਲਿਮਟਿਡ ਟਾਈਮ ਆ ਆਪਣੇ ਕੋਲੇ, ਟਾਈਮ ਬਹੁਤ ਥੋੜਾ, ਕਿਉਂਕਿ ਜਦੋਂ ਸਮੇਂ ਦੀ ਕੀਮਤ ਪਤਾ ਲੱਗ ਗਈ ਨਾ ਫਿਰ ਉਹ ਸੋਚੀਦਾ ਵੀ ਸਭ ਨੂੰ ਕਹੀਏ। ਚਲੋ ਕੋਈ ਨਹੀਂ। ਮਾਲਕ ਦੀ ਵਜ੍ਹਾ ਚ ਚੱਲਣਾ ਸਭ ਕੁਝ। ਵੀਰ ਜੀ ਤੁਹਾਡੀ ਆਵਾਜ਼ ਨਾ ਉਹ ਹੋ ਗਈ ਸੀਗੀ। ਨਹੀਂ ਮਾਤਾ ਨੇ ਫੋਨ ਘੱਟਤਾ ਮੇਰਾ। ਮਾਤਾ ਹੀ ਅੱਜ ਬਾਹਰ ਗਈ ਆ। ਮਾਤਾ ਨੂੰ ਜ਼ਿੰਮੇਵਾਰੀ ਦਿੱਤੀ ਅੱਜ। ਉਹ ਕਹਿੰਦੇ ਆ ਕਿ ਅਸੀਂ ਸਰੋਂ ਦਾ ਤੇਲ ਆਪ ਕੱਢ ਕੇ ਉਹਦੀ ਕਹਾਣੀ ਤੇ ਉਹ ਵਰਤਣਾ। ਇਹ ਅੱਜ ਕੱਲ ਹੈਲਥ ਦੇ ਬਾਰੇ ਬਹੁਤ ਵਿਚਾਰ ਚੱਲਣ ਦੀ ਆ। ਤੇ ਉਹ ਮਾਤਾ ਗਈ ਆ ਕੋਲੂ ਤੇ ਉਹ 2 ਕੁਇੰਟਲ ਸਰੋਂ ਆ ਤੇ ਉਹ ਤੁਹਾਨੂੰ ਪਤਾ ਟਾਈਮ ਬੜਾ ਲੱਗ ਜਾਣਾ। ਤੇ ਮਾਤਾ ਦਾ ਫੋਨ ਆਇਆ ਕਿ ਪੁੱਤ ਮੈਨੂੰ ਲੱਗਦਾ ਅੱਧਾ ਘੰਟਾ ਹੋਰ ਲੱਗ ਜਾਣਾ। ਮੈਂ ਚੱਲ ਬੈਠੀ ਰਹਿ, ਤੇਰੀ ਭਗਤੀ ਚੱਲਣ ਦੀ ਆ ਤੇ ਕੋਲੂ ਦੇ ਲਾਗੇ ਬੈਠੀ ਰਹਿ। ਤੇ ਅੱਛਾ ਉਹ ਏਦਾਂ ਸੀ। ਉਹ ਬੜਾ ਹੈਰਾਨ ਹੋਇਆ ਗੋਰਾ ਕਿ ਕਹਿੰਦਾ ਯਾਰ ਇੱਥੇ ਤੇ ਆਸ਼ਰਮ ਦਾ ਅਲੱਗ ਹੀ ਸਿਸਟਮ ਆ। ਹੈਲੋ ਗੁਰਕੀ ਸਾਹਿਬ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਉਹ ਮੈਂ ਕਿਹਾ 4 ਬੋਤਲਾਂ ਸਾਨੂੰ ਵੀ ਤੇਲ ਦੀਆਂ ਕਹਾਣੀ ਦੀ ਦੇ ਦਿਓ। ਜਰੂਰ ਸਰ, ਜਰੂਰ ਸਰ। ਪਤਾ ਕੀ ਗੱਲ ਆ, ਉਹ ਚੰਗੀ ਗੱਲ ਹੈ ਕਹਾਣੀ ਦਾ ਤੇਲ ਖਾਣਾ। ਜਦੋਂ ਕਹਾਣੀ ਦਾ ਤੇਲ ਆ ਜਾਣਾ ਨਾ ਜੀ ਤਾਂ ਉਹਨੂੰ 5-6 ਦਿਨ ਧੁੱਪੇ ਰੱਖਣਾ। 6 ਦਿਨ। ਅੱਛਾ ਮਾਤਾ ਬੰਦ ਕਰਦੇ ਮਾਈਕ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂ ਮਾਤਾ ਮਾਈਕ ਬੰਦ ਕਰਦੇ ਹਨ। ਹਾਂ ਠੀਕ ਹੈ, ਠੀਕ। ਕੋਈ ਨਹੀਂ 5-6 ਦਿਨ ਰੱਖ ਕੇ ਫੇਰ ਹੀ ਇਸਤੇਮਾਲ ਕਰਾਂਗੇ। ਠੀਕ ਹੈ ਜੀ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਪਿਆਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਹਾਂ ਲੇਟ ਹੋ ਗਏ ਜੋ। ਚਲੋ ਕੋਈ ਨਹੀਂ, ਹੁਣ ਸਾਧ ਸੰਗਤ ਜੀ ਫਤਿਹ ਨਾ ਬੁਲਾਏ। ਅੱਛਾ ਉਹ ਫਿਰ ਕੀ ਹੋਇਆ, ਉਹ ਆਸ਼ਰਮ ਦੇ ਅੰਦਰ ਗਿਆ ਤੇ 20-25 ਕੁੱਤੇ ਅੰਦਰ ਵੀ ਬੈਠੇ। ਤੇ ਉਹ ਵੇਖ ਕੇ ਹੈਰਾਨ ਹੋ ਗਿਆ ਕਿ ਆਸ਼ਰਮ ਤੇ ਬੜੇ ਮੈਂ ਵੇਖੇ ਆ। ਵੈਸੇ ਕੰਮ ਦੀ ਕਥਾ ਜੀ ਅੱਜ ਦੀ, ਇਹ ਨੋਟ ਕਰ ਲੈਣਾ। ਉਹ ਕਹਿੰਦੇ ਕਿ ਉਹ ਜਿਹੜਾ ਆਸ਼ਰਮ ਦਾ ਸਭ ਤੋਂ ਵੱਡਾ ਹੈਡ ਹੀ ਨਾ, ਉਹਨੂੰ ਪਤਾ ਲੱਗ ਗਿਆ ਕਿ ਬੰਦਾ ਵੇਖ ਕੇ ਤੇ ਹੈਰਾਨ ਹੋ ਗਿਆ। ਬਾਹਰ ਕੁੱਤੇ, ਇੰਨਾ ਦੁਨੀਆ ਭਰ ਦੀ ਟ੍ਰੈਫਿਕ, ਇਹ ਆਸ਼ਰਮ ਕਿਹੜਾ ਅਜੀਬ ਜਿਹਾ ਹੈਗਾ ਔਰ ਇੰਨੀ ਟ੍ਰੈਫਿਕ ਦੇ ਵਿੱਚ ਬਣਾਇਆ। ਤੇ ਉਹ ਫਿਰ ਉਹਨਾਂ ਦੇ ਮਨ 'ਚ ਸਵਾਲ ਸੀ। ਜਗਰੂਪ ਜੀ ਤੁਸੀਂ ਆਪਣਾ ਕੈਮਰਾ ਬੰਦ ਕਰ ਦਿਓ। ਤੇ ਫਿਰ ਉਹਨੇ ਆਸ਼ਰਮ ਦਾ ਜਿਹੜਾ ਸਭ ਤੋਂ ਵੱਡਾ ਪ੍ਰਧਾਨ ਸੀ ਉਹਦੇ ਲਾਗੇ ਗਿਆ। ਫਿਰ ਉਹ ਗੱਲਾਂ ਬਾਤਾਂ ਚੱਲੀਆਂ। ਉਹ ਕਹਿੰਦੇ ਕਿ ਏਦਾਂ ਸਵਾਲ ਹੈ। ਕਹਿੰਦਾ ਮੈਨੂੰ ਪਤਾ ਸੀ ਤੁਹਾਡੇ ਮਨ 'ਚ ਸਵਾਲ ਆਉਣਾ। ਇਹ ਕਹਿੰਦਾ ਕਿ ਜਿਹੜੇ ਕੁੱਤੇ ਅੰਦਰ ਆ ਜਾਂ ਬਾਹਰ ਹੈਗੇ ਨੇ, ਇਹ ਸਾਡੇ ਪਾਲਤੂ ਕੁੱਤੇ ਆ। ਤੇ ਇਹਨਾਂ ਕੁੱਤਿਆਂ ਨੂੰ ਅਸੀਂ ਰੋਟੀ ਪਾਉਂਦੇ ਆ। ਇਹਨਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਔਰ
ਫਿਰ ਉਹ ਕਹਿੰਦੇ ਕਿ ਮਤਲਬ ਕਿ ਇੰਨਾ ਤੁਸੀਂ ਇੰਨੀ ਭੀੜ ਵਾਲੇ ਇਲਾਕੇ 'ਚ ਇੱਥੇ ਇੰਨੀ ਆਵਾਜ਼, ਇੰਨਾ ਰੌਲਾ ਰੱਪਾ, ਇੱਥੇ ਕੁੱਤੇ ਰਾਤ ਨੂੰ 3 ਵਜੇ ਭੌਂਕਣਾ ਸ਼ੁਰੂ ਕਰ ਦਿੰਦੇ। ਰਾਤੀ ਤੇ ਮੇਰੀ ਰਾਤ ਬੜੀ ਔਖੀ ਲੰਘੀ ਤੇ ਸਾਰੀ ਰਾਤ ਹੀ ਕੁੱਤੇ ਭੌਂਕੀ ਜਾਂਦੇ ਆ ਤੇ ਇੱਕ ਚੁੱਪ ਹੁੰਦਾ ਦੂਜਾ ਬੋਲਣ ਡਿਆ ਪੈਂਦਾ, ਦੂਜਾ ਚੁੱਪ ਹੁੰਦਾ ਤੀਜਾ ਬੋਲਣ ਡਿਆ ਪੈਂਦਾ ਤੇ ਕੁੱਤੇ 40-50 ਵਾ। ਤੇ ਇੱਥੇ ਤੇ ਬੜੀ ਮੈਂ ਤੇ ਹੈਰਾਨ ਹੋ ਗਿਆ ਤੇ ਤੁਸੀਂ ਰਹਿੰਦੇ ਕਿੱਦਾਂ ਜੋ ਇੱਥੇ? ਤੇ ਜਿਹੜੇ ਮੈਂ ਦੂਜੇ ਆਸ਼ਰਮ ਵੇਖੇ ਸੀ ਉੱਥੇ ਤੇ ਸ਼ਾਂਤੀ ਬੜੀ ਆ। ਉਹ ਕਹਿੰਦੇ ਕਿ ਅਸੀਂ ਤੇ ਉਹ ਤੇ ਇਨਸਾਨ ਨੂੰ ਸਿਖਾਉਂਦੇ ਆ, ਜਦੋਂ ਸਾਡੇ ਕੋਲ ਆਉਂਦਾ ਨਾ ਕੋਈ, ਜਦੋਂ ਇੱਥੇ ਰਹਿੰਦਾ ਨਾ ਸਾਡੇ ਕੋਲ ਰਹਿੰਦਾ ਮਹੀਨਾ 1.5 ਮਹੀਨਾ, ਉਸ ਤੋਂ ਬਾਅਦ ਜਾਂਦਾ ਧਰਤੀ ਤੇ ਆਮ ਲੋਕਾਂ ਕੋਲ ਤੇ ਉਹਨੂੰ ਉਹ ਘਰ ਬੜਾ ਵਧੀਆ ਲੱਗਣਾ ਪੈਂਦਾ। ਨਜਾ ਸਾਹਿਬ ਬਿਲਕੁਲ ਠੀਕ ਹੈ। ਉਹ ਕਹਿੰਦਾ ਸ਼ੁਕਰ ਹੀ ਭਰਾਵਾ, ਇਹ ਆਸ਼ਰਮ ਨਾਲੋਂ ਚੰਗਾ ਵਾ ਤੁਹਾਡਾ ਘਰ। ਕਹਿੰਦਾ ਇਹੋ ਆ ਜ਼ਿੰਦਗੀ। ਕਹਿੰਦਾ ਜਦੋਂ ਤੁਸੀਂ ਨਾ ਕੋਈ ਤੁਹਾਨੂੰ ਕਦਰ ਭੁੱਲ ਜਾਂਦੀ ਹੈ ਨਾ, ਕਹਿੰਦਾ ਫਿਰ 2 ਕੁ ਦਿਨ ਜਿਹੜੀ ਤੁਹਾਡੀਆਂ ਸਹੂਲਤਾਂ ਨਾ, ਫਿਰ ਉਹਨਾਂ ਨੂੰ ਛੱਡ ਕੇ ਕਿਤੇ ਦੂਰ ਚੱਲ ਜਾਓ। ਫਿਰ ਉਹ ਤੁਹਾਡੀ ਜਿਹੜੀ ਥਾਲੀ 'ਚ ਰੋਟੀ ਪਈ ਜਿਹੜੀ ਵੇਖੋਗੇ ਨਾ, ਉਹ ਵੀ ਤੁਹਾਨੂੰ ਬੜੀ ਵਧੀਆ ਲੱਗੂ, ਪੀਜੇ ਬਰਗਰ ਵਾਂਗੂ ਲੱਗੂਗੀ, ਕਿਉਂਕਿ ਉਹ ਹਜੇ ਉਹ ਤੋਂ ਵੀ ਥੱਲੇ ਚੱਲ ਜਾਓ ਤੇ ਫਿਰ ਉਹ ਜ਼ਿੰਦਗੀ ਦੀ ਜਿਹੜੀ ਵੈਲਿਊ ਹੁੰਦੀ ਹੈ। ਸੋ ਏਦਾਂ ਦੀਆਂ ਗੱਲਾਂ ਬਾਤਾਂ ਵਾ। ਵੈਸੇ ਪਤਾ ਕੀ ਹੁੰਦਾ ਵਾ ਕਿ ਉਹ ਹਰ ਕੋਈ ਬੰਦਾ ਵੈਸੇ ਆਪਣੇ ਵੱਲੋਂ ਚੰਗਿਆਈ ਵੰਡ ਰਿਹਾ ਵਾ, ਪਰ ਉਹਨੂੰ ਪਤਾ ਹੀ ਨਹੀਂ ਏਦਾਂ ਚੰਗਿਆਈ ਤੇ ਕੰਧਾਂ ਤੇ ਗੱਲਾਂ ਲਿਖੀਆਂ, ਮੈਸੇਜ ਭੇਜਿਆ। ਏਦਾਂ। ਹਾਂਜੀ ਨਿੱਜਰ ਸਾਹਿਬ, ਤੁਹਾਡੀ ਆਵਾਜ਼ ਨਹੀਂ ਆਈ ਜੀ ਆਖਰੀ ਲਾਈਨ। ਹਾਂ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਏਦਾਂ ਨਹੀਂ ਗੱਲ ਬਣਦੀ। ਇਸ ਲਈ ਨਾ ਪਤਾ ਕੀ ਹੁੰਦਾ, ਇਸ ਲਈ ਲਗਾਤਾਰ ਤੁਸੀਂ ਸੰਗਤ ਕਰੋ, ਮਿਹਨਤ ਕਰੋ, ਔਰ ਇੱਕ ਸਮਾਂ ਆਊਗਾ ਉਹ ਤੁਹਾਨੂੰ ਜਿਹੜੀਆਂ ਕਿਤਾਬਾਂ ਜਿਹੜੀਆਂ ਤੁਸੀਂ ਪੜ੍ਹਦੇ ਪਏ ਸੀ ਨਾ, ਜਿੱਦਾਂ ਕਿਤਾਬਾਂ 'ਚ ਗਿਆਨ ਨਹੀਂ ਹੈਗਾ। ਗਿਆਨ ਨੂੰ ਗ੍ਰਹਿਣ ਕਰਨ ਦੇ ਲਈ ਪਹਿਲਾਂ ਬਰਤਨ ਨੂੰ ਖਾਲੀ ਕਰੋ। ਧਿਆਨ ਸਿਮਰਨ ਕੀ ਹੈ? ਇਹ ਇੱਕ ਵਿਧੀ ਹੈ ਜਿਹੜਾ ਸਾਡਾ ਚਿੱਤ ਆ, ਜਿੱਥੇ ਗਲਤ ਪ੍ਰੋਗਰਾਮਿੰਗ ਹੋ ਗਈ ਆ, ਉਹਨੂੰ ਸਹੀ ਕਰਨ ਦੇ ਲਈ ਪਹਿਲਾਂ ਉਹਨੂੰ ਸਲੇਟ ਨੂੰ ਕਲੀਅਰ ਕਰਨਾ ਪੈਣਾ ਹੈ। ਏਦਾਂ ਮਤਲਬ ਉਹ ਤੁਸੀਂ ਅੱਗੇ ਵੀ ਬੜਾ ਕਰੌਲਾ ਰੱਪਾ ਹੈ, ਉੱਤੋਂ ਤੁਸੀਂ ਮੈਸੇਜ ਪੜ੍ਹ ਅੰਦਰ ਸੁੱਟੀ ਜਾਓਗੇ, ਉਹ ਅੰਦਰ ਤੇ ਪਤਾ ਵੀ ਨਹੀਂ ਲੱਗਣਾ। ਸਮਾਨ ਤੇ ਲੋੜ ਤੋਂ ਜ਼ਿਆਦਾ ਅੱਗੇ ਅੰਦਰ। ਹੁਣ ਜਿੱਦਾਂ ਰਸੋਈ 'ਚ ਕੰਮ ਕਰਨਾ ਹੋਵੇ, ਪਹਿਲਾਂ ਰਸੋਈ 'ਚ ਸਫਾਈ ਤੇ ਚਾਹੀਦੀ ਹੈ ਨਾ, ਪਹਿਲਾਂ ਸਫਾਈ ਕਰ ਲਓ, ਉਸ ਤੋਂ ਬਾਅਦ ਰੋਟੀਆਂ ਪਕਾਉਣੀਆਂ ਸ਼ੁਰੂ ਕਰੋ। ਫਿਰ ਕੋਈ ਗੱਲ ਨਹੀਂ, ਫਿਰ ਸਭ ਕੁਝ ਇੱਕ ਸੈਟਅਪ ਹੋ ਗਈ ਹੈ, ਫਿਰ ਕੋਈ ਪ੍ਰੋਬਲਮ ਨਹੀਂ ਹੈ। ਫਿਰ ਹਾਲ ਜਿਹੜਾ ਨਾ, ਆਪਾਂ ਜਿੰਨੀ ਵੀ ਭਗਤੀ ਹੈ, ਭਗਤੀ ਦਾ ਮਤਲਬ ਹੈ ਹਜੇ ਆਪਾਂ ਉਹਨੂੰ ਪ੍ਰੀਪਰੇਸ਼ਨ ਚੱਲ ਰਹੀ ਹੈ, ਤਿਆਰੀ, ਹਾਊਸਕੀਪਿੰਗ। ਪਹਿਲਾਂ ਸਫਾਈ ਕਰੋ ਰੱਜ ਕੇ, ਫਿਰ ਜਦੋਂ ਸਫਾਈ ਹੋ ਜੂਗੀ ਫਿਰ ਇਹਦੇ ਤੇ ਚੰਗੇ ਗੁਣ ਪਾ ਸਕਦੇ ਜੋ। ਜਿੱਦਾਂ ਸਲੇਟ ਦੇ ਉੱਤੇ ਦੁਨੀਆ ਭਰ ਦੀਆਂ ਕਿਚਮ ਘੋਲੇ ਪਾਏ ਨੇ, ਉੱਤੇ ਤੁਸੀਂ ਚੰਗੇ ਅੱਖਰ ਵੀ ਲਿਖ ਦੋ, ਵਾਹਿਗੁਰੂ ਲਿਖ ਦੋ, ਅੱਲਾ ਲਿਖ ਦੋ, ਨੀਚੇ ਸਭ ਪਤਾ ਥੋੜੀ ਲੱਗਣਾ ਨਾ ਕੀ ਲਿਖਿਆ। ਨਹੀਂ, ਉੱਥੇ ਤੋਂ ਆਲਰੇਡੀ ਸਲੇਟ ਤੇ ਭਰੀ ਪਈ ਹੈ ਤੁਹਾਡੀ। ਤੇ ਏਦਾਂ ਜੇ ਮੈਸੇਜ ਭੇਜੀਆਂ, ਤੁਸੀਂ ਮੈਸੇਜ ਪੜ੍ਹ ਲਓ। ਤੁਹਾਨੂੰ ਮੈਂ ਇੱਥੇ YouTube ਤੇ ਜਾ ਕੇ ਹਜ਼ਾਰਾਂ ਮੈਸੇਜ ਆ, ਬੜੇ ਬ੍ਰਹਮ ਗਿਆਨੀ ਬੈਠੇ ਨੇ, ਸਾਰੀ ਕਥਾ ਸੁਣ ਲਓ, ਫਿਰ ਤੁਸੀਂ ਬ੍ਰਹਮ ਗਿਆਨੀ ਬਣ ਜਾਓਗੇ। ਨਹੀਂ, ਇਹੋ ਹੀ ਪ੍ਰੋਬਲਮ ਹੈ। ਇਹ ਬੜਾ ਸਲੋ ਮਾਰ ਗਿਆ। ਇਹ ਜ਼ਿਆਦਾ ਕਰਕੇ ਜਿਹੜਾ ਨਾ ਪੜ੍ਹਨ ਦਾ ਨਹੀਂ ਵਿਸ਼ਾ, ਇਹ ਸਮਝਣ ਦਾ ਵਿਸ਼ਾ। ਔਰ ਸਮਝਣ ਦੇ ਲਈ ਵੀ ਹੌਲੀ ਹੌਲੀ ਤੁਹਾਨੂੰ ਉਹ ਗਿਆਨ ਨੂੰ ਲੈਣਾ ਪਊਗਾ, ਔਰ ਭਗਤੀ ਕਰਨੀ ਪਊਗੀ। ਫਿਰ ਤੁਸੀਂ ਜਦੋਂ ਇੱਕ ਲੈਵਲ ਤੇ ਤੁਹਾਡੀ ਅਵਸਥਾ ਬਣ ਜੂਗੀ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਗਿਆਨ ਕੀ ਹੈ। ਜੇ ਇਦਾਂ ਪੜ੍ਹਨ ਤੇ ਪੜ੍ਹੇ ਲਿਖਿਆ ਗੱਲ ਬਣਦੀ ਨਾ, ਤੇ ਫਿਰ ਤੇ ਸਾਰੀ ਦੁਨੀਆ ਬ੍ਰਹਮ ਗਿਆਨੀ ਬਣ ਜਾਂਦੀ। ਸਾਰਾ ਦਿਨ ਵੇਖੋ TV ਤੇ ਕਿੰਨੇ ਚੈਨਲ ਨੇ, ਮੇਰੇ ਨਾਲ 20-25 ਚੈਨਲ ਦੇ ਧਾਰਮਿਕ ਚੈਨਲ ਹੈ। ਬਿਲਕੁਲ, ਸਾਰਾ ਇੰਡੀਆ ਸੁਣਦਾ। ਕਿਉਂ ਨਹੀਂ ਬਦਲ ਜਾਂਦੇ ਲੋਕ? ਦੱਸੋ, ਏਦਾਂ ਬਦਲ ਸਕਦੀ ਹੈ ਦੁਨੀਆ? ਤੁਸੀਂ ਜਾ ਕੇ ਟਾਈਪ ਕਰੋ। ਨਹੀਂ, ਏਦਾਂ ਕੋਈ ਨਹੀਂ ਬਦਲੇਗਾ, ਕਿਉਂਕਿ ਉਹ ਜਸਟ ਉਹ ਇੱਕ ਕੰਨ ਤੋਂ ਸੁਣਨੀ ਹੈ, ਦੂਜੀ ਕੰਨ ਤੋਂ ਨਹੀਂ ਕੱਢ ਦੇਣੀ। ਆਪ ਜਸਟ ਦੇਖੋ, ਆਪ ਜਿਹੜਾ ਵੀ ਮੈਸੇਜ ਭੇਜਦਾ ਗਰੁੱਪ 'ਚ, 90 ਬੰਦੇ ਜੋ ਤੁਸੀਂ ਜਿੰਨੇ ਵੀਰ ਨੇ ਮੈਸੇਜ ਭੇਜੇ ਆ, ਆਪ ਮਾਈਕ ਤੇ ਆ ਜਾਓ, ਮੈਨੂੰ ਦੱਸੋ ਕਿ ਤੁਹਾਨੂੰ ਮੈਸੇਜ ਯਾਦ ਹੈ 2 ਦਿਨ ਪਹਿਲਾਂ ਜਿਹੜਾ ਕਿਹੜਾ ਮੈਸੇਜ ਭੇਜਿਆ ਤੁਸੀਂ ਮੇਜਰ ਸਾਹਿਬ? ਨਾ। ਸਾਧ ਸੰਗਤ ਜੀ ਜਿਹੜਾ ਵੀ ਵੀਰ ਮੈਸੇਜ ਪਾਉਂਦਾ ਮਾਈਕ ਤੇ ਆ ਜਾਏ ਤੇ ਮੈਨੂੰ 2-3 ਦਿਨ ਤੋਂ 4-5 ਤੋਂ ਜਿੰਨੇ ਵੀ ਉਹਨੇ ਮੈਸੇਜ ਪਾਏ ਨਾ ਗਰੁੱਪ 'ਚ, ਉਹ ਦੱਸੇ ਇੱਥੇ ਆ ਕੇ ਕਿ ਹਾਂ ਵੀ ਫਲਾਣਾ ਮੈਸੇਜ ਭੇਜਿਆ, ਉਹ ਤੋਂ ਮੈਂ ਸਿੱਖਿਆ। ਆਪ ਪਲੀਜ਼ ਆਓ, ਜਿੰਨੇ ਵੀ ਮੈਸੇਜ ਪਾਇਆ ਗਰੁੱਪ 'ਚ। ਹੈਗਾ? ਨਹੀਂ, ਮੁਸ਼ਕਿਲ ਹੈ, ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ। ਉਹ ਸੋਚਦਾ ਕਿ ਏਦਾਂ ਹੀ ਫੋਟੋਆਂ ਭੇਜੀਆਂ, ਪਤਾ ਨਹੀਂ ਕੀ ਬਣ ਜਾਣਾ। ਉਹ ਛੋਦੀਆਂ ਫੋਟੋਆਂ ਪਾ ਦਿਓ, ਜਿਹਦੀਆਂ ਮਰਜ਼ੀ ਪਾ ਲਓ ਤੁਸੀਂ। ਬਾਣੀ ਕਹਿੰਦੀ ਪੜ੍ਹੇ ਲਿਖੇ ਕਿਆ ਹੋਏ?
ਜੋ ਪੜਨ ਦੇ ਸਹਿਜ ਨਾਲ ਕੀ ਹੋਊਗਾ? ਤੂੰ ਪੜੀ ਜਾ ਹੈ। ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ। ਹਾਂ, ਮੁਸ਼ਕਲ ਕੰਮ ਹੈ ਪੜਿਆ ਤੇ ਇੱਥੇ ਆਪ ਕੀ ਸੋਚਦੇ? ਇੱਥੇ ਧਰਮੇ ਵਿਧਾਂਤੀ ਮਿਲਾ ਦਿੰਦੇ, ਇੰਨੇ ਮਹਾਰਥੀ ਨੇ। ਉਸ ਤੋਂ ਬਾਅਦ ਐਸੇ ਨੇ ਜਿਨ੍ਹਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਹੈਗੇ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿੰਦਗੀ ਭਰ ਵਿਆਖਿਆ ਕੀਤੀ ਹੈ। ਆਪ ਜਸਟ ਦੇਖੋ ਇਹਨਾਂ ਲੋਕਾਂ ਨੂੰ, ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਨ੍ਹਾਂ ਜ਼ਿੰਦਗੀ 'ਚ PhD ਕੀਤੀ ਆ। ਆਪ ਪੁੱਛੋ ਉਹਨਾਂ ਨੂੰ, ਲੱਭਿਆ ਕੁਛ? ਜੇ ਕਿਹਨੂੰ ਲੱਭਿਆ ਤੇ ਪਲੀਜ਼ ਉਹਨੂੰ ਕਹੋ ਕਿ ਮੈਨੂੰ ਦਾ ਨੰਬਰ ਦੇ ਦਿਓ, ਪੁੱਛਾਂਗਾ ਮੈਂ ਕਿ ਸੱਚੀ ਤੁਹਾਨੂੰ ਮਿਲ ਗਿਆ। ਪੜ੍ਹਨ ਦੇ ਨਾਲ ਨਹੀਂ ਕੁਛ ਲੱਭਣਾ ਉਹਦੇ ਅੰਦਰੋਂ, ਉਹ ਤੁਹਾਨੂੰ ਉਸ ਰਸਤੇ ਵਿੱਚੋਂ ਖੁਦ ਲੰਘਣਾ ਪੈਣਾ ਹੈ, ਫੇਰ ਹੀ ਤੇ ਗੱਲ ਬਣਨੀ ਆ। ਫਿਰ ਬਾਣੀ ਨੇ ਤੁਹਾਡੀ ਮਦਦ ਕਰਨੀ ਆ। ਜੇ ਤਾਂ ਪੜ੍ਹਿਆ ਹੀ ਗੱਲ ਬਣ ਜੇ ਤੇ ਰੋਟੀਆਂ ਪਕਾਉਣ ਦੀਆਂ ਕਿਤਾਬਾਂ ਵਾਧੂ ਨਿੱਜਰ ਸਾਹਿਬ ਪੜ੍ਹ ਲਓ ਤੇ ਫਿਰ ਸਬਜ਼ੀਆਂ ਬਣਾਉਣੀਆਂ ਸ਼ੁਰੂ ਕਰ ਦਿਓ। ਫਿਰ ਇੱਥੇ ਜਿਹੜੇ ਫਿਰ ਰੈਸਟੋਰੈਂਟ, ਜਿਹੜੇ ਹੋਟਲਾਂ 'ਚ ਜਿਹੜੇ ਕੁੱਕ ਬਣੇ ਨੇ 40 ਸਾਲ ਤੋਂ ਕੁਕਿੰਗ ਜਿੰਨਾ ਕੀਤੀ ਹੈ, ਫਿਰ ਉਹਨਾਂ ਦੀ ਲੋੜ ਹੀ ਕੋਈ ਨਹੀਂ। ਤੁਸੀਂ ਕਿਤਾਬ ਲਿਆਓ ਤਾਂ ਪੜ੍ਹ ਲਓ, ਹੈ ਨਿੱਜਰ ਸਾਹਿਬ। ਬਿਲਕੁਲ। ਇੱਕ ਨਾ ਪਿਕਾਸੋ ਕੋ ਗਈ ਆ ਕੋਈ ਬੰਦਾ, ਕੋਈ ਲੇਡੀਜ਼ ਗਈ, ਉਹ ਕਹਿੰਦੀ ਕਿ ਮੇਰੀ ਫੋਟੋ ਬਣਾ ਦੇ। ਉਹਨੇ ਫੋਟੋ ਬਣਾਈ, ਉਹਨੇ ਥੋੜੇ ਚਿਰ 'ਚ ਫੋਟੋ ਬਣਾ ਕੇ ਤੇ ਹੱਥ 'ਚ ਫੜਾਈ। ਫਿਰ ਕਹਿੰਦਾ ਮੈਨੂੰ ਇੰਨੇ ਰੁਪਈਏ ਦੇ। ਕਿੰਨੇ ਇੰਨੇ ਪੈਸੇ? ਕਹਿੰਦੀ 20 ਰੁਪਏ ਦਾ ਤੇ ਰੰਗ ਨਹੀਂ ਲੱਗਾ ਤੇਰਾ, ਹਨਾ। ਉਹ ਕਹਿੰਦਾ ਕਿ ਇਹ ਰੰਗ ਦੀ ਕੀਮਤ ਤੇ ਮੈਨੂੰ ਪਤਾ 20 ਰੁਪਈਏ ਆ 2 ਰੁਪਈਏ ਦਾ ਤੇ ਕਾਗਜ਼ ਵੀ ਆ। ਤੇ ਉਹਦੇ ਪਿੱਛੇ ਜਿਹੜਾ 40-50 ਸਾਲ ਦਾ ਮੇਰਾ ਤਜਰਬਾ ਹੋਆ, ਉਹ ਰੰਗ ਕਿੱਦਾਂ ਲਾਉਣੇ ਆ ਉਹਦੀ ਕੀਮਤ ਆ। ਰੰਗ ਤੇ ਆ ਲੈ ਲਾ ਰੰਗ ਤੇ ਆਪ ਬਣਾ ਲਾ, ਏਦਾਂ ਤਾਂ ਨਹੀਂ ਨਾ ਗੱਲ ਬਣਦੀ। ਸੋ ਇਹ ਗੱਲਾਂ ਹੈਗੀਆਂ ਨੇ। ਆਪ ਕਥਾ ਤੇ ਆ ਜਾਓ ਨਿੱਜਰ ਸਾਹਿਬ ਪਲੀਜ਼। ਹਾਂਜੀ, ਅੱਜ ਨਾ ਨਵੀਂ ਵਾਰ ਆਪਾਂ ਸ਼ੁਰੂ ਕਰਨ ਲੱਗੇ ਹਾਂ, ਦੂਸਰੀ ਵਾਰ। ਇਹ 137 ਅੰਗ ਤੇ ਪਹਿਲਾਂ ਆਪਾਂ ਨੇ ਜਿਹੜੀ ਵਾਰ ਲਈ ਸੀ ਸ੍ਰੀ ਰਾਗ ਦੇ ਵਿੱਚ ਲਈ ਸੀ। ਉਸ ਤੋਂ ਬਾਅਦ ਦੂਜੀ ਵਾਰ ਜਿਹੜੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਝ ਰਾਗ ਦੇ ਵਿੱਚ ਹੈਗੀ ਆ 137 ਅੰਗ ਦੇ ਉੱਤੇ ਪਹਿਲੀ ਪਾਤਸ਼ਾਹੀ ਦੀ ਵਾਰ ਮਾਝ ਕੀ ਤਥਾ ਸ਼ਲੋਕ ਮਹੱਲਾ ਪਹਿਲਾ। ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ। ਇਹਦੇ ਵਿੱਚ ਸ਼ਲੋਕ ਵੀ ਹੈਗੇ ਆ ਤੇ ਪਹਿਲੀ ਪਾਤਸ਼ਾਹੀ ਦੀ ਵਾਰ ਆ। ਤੇ ਮਹਾਰਾਜ ਨੇ ਜਿਹੜਾ ਹੈਗਾ ਇਹ ਮਲਕ ਮੁਰੀਦ ਤੇ ਚੰਦਰਹੜਾ ਸੋਹੀਆ, ਇਹਨਾਂ ਦੀ ਜਿਹੜੀ ਹੈਗੀਆਂ ਵਾਰਾਂ ਦੀਆਂ, ਇਹਨਾਂ ਦੀ ਧੁਨ ਹੈਗੀ ਜਿਹੜੀ, ਉਸ ਧੁਨ ਤੇ ਕਹਿੰਦੇ ਆ ਇਹ ਵਾਰ ਨੂੰ ਗਾਇਆ ਜਾਏ। ਇੱਕ ਓਂਕਾਰ ਸਤਿਗੁਰ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਕਹਿੰਦੇ ਗੁਰੂ ਕੀ ਹੈ? ਗਿਆਨ। ਕਹਿੰਦੇ ਗੁਰੂ ਦਾਤਾ ਹੈਗਾ। ਗੁਰੂ ਨੇ, ਹੁਣ ਦਾਤਾ ਤਾਂ ਪਰਮਾਤਮਾ ਹੈਗਾ, ਸਾਰੀ ਦਾਤ ਪਰਮਾਤਮਾ ਨੇ ਦੇਣੀ ਹੈ, ਠੀਕ ਹੈ ਭਾਈ। ਪਰਮਾਤਮਾ ਜਿਹੜਾ ਹੈਗਾ ਦੁਨੀਆ ਦੇ ਪਦਾਰਥ ਜਿਤਨਾ ਜੋ ਚੀਜ਼ਾਂ ਆਪਾਂ ਨੂੰ ਹਰੇਕ ਨੂੰ ਜਿਹੜੇ ਵੀ ਜੀਵ ਨੂੰ ਚਾਹੀਦੀਆਂ ਉਹ ਮਾਲਕ ਪਰਮਾਤਮਾ ਆਪ ਹੀ ਜੀਵਨ ਦੇ ਆਪਣੇ ਮੋੜ ਦੇ ਉੱਤੇ ਦੇ ਦਿੰਦਾ ਹੈ। ਜੋ ਆਪਣੇ ਸੰਸਕਾਰ ਹੈਗੇ, ਜੋ ਪੁੰਨ ਹੈਗੇ, ਜਾਂ ਜੋ ਆਪਾਂ ਨੇ ਜਿਸ ਤਰ੍ਹਾਂ ਦੇ ਆਪਾਂ ਨੇ ਪਾਪ ਕੀਤੇ ਹੈ, ਉਸ ਹਿਸਾਬ ਦੇ ਨਾਲ ਆਪਣੇ ਜੀਵਨ ਦੇ ਵਿੱਚ ਆਟੋਮੈਟਿਕਲੀ ਦਾਤਾਂ ਆਈ ਜਾਣੀਆਂ ਹੈ। ਪਰ ਇੱਕ ਚੀਜ਼ ਹੈਗੀ ਆ, ਉਹ ਦਾਤ ਜਿਹੜੀ ਹੈਗੀ ਭਗਤੀ ਦੀ ਦਾਤ, ਨਾਮ ਵਾਲੀ ਦਾਤ, ਧਿਆਨ ਸਿਮਰਨ ਵਾਲੀ ਦਾਤ, ਉਹ ਮਾਲਕ ਪਰਮਾਤਮਾ ਆਪਣੇ ਹੱਥ ਦੇ ਵਿੱਚ ਰੱਖੀ ਹੋਈ ਹੈ। ਮਾਲਕ ਨੇ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਜਿਹੜਾ ਡਿਮਾਂਡ ਕਰਦਾ ਆ ਉਸ ਨੂੰ ਦਿੰਦਾ ਆ। ਔਰ ਮਾਲਕ ਪਰਮਾਤਮਾ ਉਹ ਦਾਤ ਦੀ ਵੰਡ ਜਿਹੜੀ ਹੈਗੀ ਆ ਉਹ ਕਰਦਾ ਆ ਬ੍ਰਹਮ ਗਿਆਨੀਆਂ ਦੇ ਥਰੂ, ਗੁਰੂ ਦੇ ਥਰੂ, ਸਤਿਗੁਰੂ ਦੇ ਥਰੂ। ਵਾਹਿਗੁਰੂ। ਅੰਗ ਨੰਬਰ ਜੀ 137। ਉਹ ਦਾਤ ਜਿਹੜੀ ਹੈਗੀ ਆ ਉਹ ਬ੍ਰਹਮ ਗਿਆਨੀ ਜਿਹੜੇ ਹੈਗੇ ਉਹ ਵਧਾਉਂਦੇ ਆ। ਉਹ ਮਾਲਕ ਪਰਮਾਤਮਾ ਦੇ ਜਿਹੜਾ ਹੈਗਾ ਉਹਦੀ ਪੀੜ੍ਹੀ ਨੂੰ ਅੱਗੇ ਚਲਾਉਂਦੇ ਆ ਉਹ ਦਾਤ ਵੰਡ ਕੇ। ਬ੍ਰਹਮ ਗਿਆਨੀ ਹੀ ਬਣ ਜਾਂਦਾ ਹੈ।
ਪਾਰਸ ਹੀ ਬਣ ਜਾਂਦਾ ਹੈ। ਇਹ ਐਸਾ ਜਿਹੜੀ ਦਾਤ ਹੈਗੀ ਜਿਹਦੇ ਨਾਲ ਕਿ ਜਿਹੜਾ ਹੈਗਾ ਉਹ ਪਾਰਸ ਹੀ ਹੋ ਜਾਂਦਾ ਹੈ। ਜਿਹੜਾ ਵੀ ਇਹ ਦਾਤ ਲੈਂਦਾ ਹੈ, ਜਿਹੜਾ ਵੀ ਇਹ ਗੁਰੂ ਤੋਂ ਗਿਆਨ ਲੈ ਕੇ ਔਰ ਇਸ ਦੀ ਕਮਾਈ ਕਰਦਾ ਹੈ, ਉਹ ਜਿਹੜਾ ਹੈਗਾ ਪਾਰਸ ਹੋ ਜਾਂਦਾ ਹੈ। ਪਾਰਸ ਜਿਹੜਾ ਹੈਗਾ ਸੋਨਾ ਬਣਾਉਂਦਾ ਹੈ, ਲੋਹੇ ਨੂੰ। ਤੇ ਇਹ ਜਿਹੜੇ ਹੈਗੇ ਗੁਰੂ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੈਗੇ ਇਹ ਕੀ ਕਰਦੇ ਆ, ਇਹ ਪਾਰਸ ਹੀ ਬਣਾ ਦਿੰਦੇ ਆ ਗਾਹਾਂ, ਫਿਰ ਉਹ ਗਾਹਾਂ ਪਾਰਸ ਬਣਾ ਦਿੰਦਾ। ਇਸ ਤਰੀਕੇ ਦੇ ਨਾਲ ਜੁਗਾਂ ਤੋਂ ਜਦ ਤੋਂ ਦੁਨੀਆ ਚੱਲ ਰਹੀ ਔਰ ਜਦ ਤੱਕ ਦੁਨੀਆ ਰਹੇਗੀ, ਬ੍ਰਹਮ ਗਿਆਨੀ ਦੁਨੀਆ 'ਚ ਪੈਦਾ ਹੁੰਦੇ ਰਹਿਣਗੇ। ਬ੍ਰਹਮ ਗਿਆਨੀਆਂ ਤੋਂ ਬਗੈਰ ਧਰਤੀ ਜਿਹੜੀ ਹੈਗੀ ਉਹ ਫਨਾ ਫਿੱਲਾ ਹੋ ਜਾਏਗੀ। ਉਸ ਤੋਂ ਬਾਅਦ ਜੇ ਬ੍ਰਹਮ ਗਿਆਨੀ ਨਹੀਂ ਹੋਣਗੇ ਤੇ ਪਰਮਾਤਮਾ ਦੀ ਖੇਡ ਬੰਦ ਹੋ ਜਾਏਗੀ। ਇਹ ਸੰਸਾਰ ਜਿਹੜਾ ਹੈਗਾ ਇਹ ਮਾਲਕ ਪਰਮਾਤਮਾ ਦਾ, ਇਹਦਾ ਕੋਈ ਪ੍ਰਯੋਜਨ ਨਹੀਂ ਰਹਿ ਜਾਏਗਾ। ਗੁਰ ਦਾਤਾ ਗੁਰ ਹਿਵੈ ਕਰ, ਕਹਿੰਦੇ ਜੇ ਸ਼ਾਂਤੀ ਚਾਹੀਦੀ ਆ ਤੇ ਦਾਤ ਚਾਹੀਦੀ ਹੈ ਸ਼ਾਂਤੀ ਵਾਸਤੇ, ਗੁਰੂ ਜਿਹੜਾ ਹੈਗਾ ਠੰਡਕ ਦਾ ਸੋਮਾ ਹੈ। ਹਿਵ ਕਹਿੰਦੇ ਆ ਬਰਫ਼ ਨੂੰ, ਠੰਡ। ਜੇ ਅੰਦਰ ਠੰਡ ਚਾਹੀਦੀ ਹੈ, ਦੇ ਤ੍ਰਿਸ਼ਨਾ, ਜੇ ਪਦਾਰਥ ਇਹ ਸੰਸਾਰ ਜਿਹੜਾ ਹੈਗਾ ਵਿਸ਼ੇ ਵਿਕਾਰ ਇਹਨਾਂ ਦੀ ਅੱਗ ਬੁਝਾਉਣਾ ਚਾਹੁੰਦੇ ਆ ਤੇ ਭਾਈ ਗਿਆਨ ਲੈਣਾ ਪਊਗਾ, ਦਾਤ ਲੈਣੀ ਪਊਗੀ ਗੁਰੂ ਕੋਲੋਂ। ਗੁਰਦਾਤਾ ਗੁਰ ਹਿਵੈ ਕਰ, ਗੁਰ ਦੀਪਕ ਤਿਹ ਲੋਏ। ਗੁਰੂ ਹੀ ਹੈਗਾ ਉਹ ਦੀਵਾ ਧਰਤ ਪਤਾਲ ਆਕਾਸ਼ ਦੇ ਵਿੱਚ, ਤਿੰਨਾਂ ਲੋਆਂ ਦੇ ਸ੍ਰਿਸ਼ਟੀ ਦੇ ਵਿੱਚ, ਜਿਹਨੇ ਕਿ ਪ੍ਰਕਾਸ਼ ਦੇਣਾ ਹੈ, ਜਿਹਨੇ ਕਿ ਰਸਤਾ ਦਿਖਾਉਣਾ ਹੈ। ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ। ਕਹਿੰਦੇ ਭਾਈ ਇਹ ਅਮਰ ਪਦਾਰਥ ਹੈਗਾ, ਇਹ ਐਸਾ ਪਦਾਰਥ ਹੈ ਜਿਹੜਾ ਸੰਸਾਰ ਸਮੁੰਦਰ ਤੋਂ, ਇਹ ਜਨਮ ਮਰਨ ਦੇ ਗੇੜ 'ਚੋਂ ਅਮਰ ਕਰ ਦੇਗਾ। ਜਿਵੇਂ ਮਾਲਕ ਪਰਮਾਤਮਾ ਹੈਗਾ, ਜਿਵੇਂ ਬ੍ਰਹਮ ਗਿਆਨੀ ਹੁੰਦੇ ਆ, ਇਹ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਪਰਉਪਕਾਰ ਦੇ ਵਾਸਤੇ ਆਉਂਦੇ ਆ ਬ੍ਰਹਮ ਗਿਆਨੀ, ਕਈ ਪੱਕੇ ਪਕਾਏ ਜਿਹੜੇ ਹੈਗੇ। ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ। ਕਹਿੰਦੇ ਮਨ ਮੰਨੂਗਾ ਇਹ ਦਾਤ ਦੇ ਵਾਸਤੇ, ਮਨ ਦੇ ਵਿੱਚ, ਮਨ ਦੇ ਨਾਲ ਜਿਹੜਾ ਇਹ ਜੋ ਗੁਰੂ ਕਹਿ ਰਿਹਾ, ਜੋ ਗਿਆਨ ਕਹਿ ਰਿਹਾ ਹੈ, ਇਹਦੀ ਕਮਾਈ ਕਰਾਂਗੇ ਤੇ ਸੁਖੀ ਹੋ ਜਾਵਾਂਗੇ। ਤੇ ਇਹ ਅਮਰ ਪਦਾਰਥ ਹੈ ਭਾਈ, ਇਹ ਪਰਮੇਸ਼ਰ ਦਾ ਇਹ ਨਾਮ, ਇਹ ਧਿਆਨ ਸਿਮਰਨ, ਇਹ ਦਾਤ ਜਿਹੜੀ ਹੈਗੀ ਭਗਤੀ ਦੀ ਦਾਤ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਆਪ ਜੀ ਗੁਰੂ ਨਾਨਕ ਪਾਤਸ਼ਾਹ ਜੀ ਕੀ ਸਮਝਾ ਰਹੇ ਨੇ ਕਿ ਜਿਹੜਾ ਜੀਵਨ ਹੈ, ਹੁਣ ਜੀਵਨ ਨੂੰ ਆਪਾਂ ਪਹਿਲਾਂ ਸਮਝੀਏ। ਉਹ ਕਹਿੰਦੇ ਨੇ ਕਿ ਤੇਰਾ ਜਿਹੜਾ ਜੀਵਨ ਹੈ ਤੂੰ ਕਿੱਥੋਂ ਬਤੀਤ ਕਰਨਾ ਹੈ, ਕਿੱਥੋਂ ਸ਼ੁਰੂਆਤ ਕਰਨੀ ਹੈ, ਤੈਨੂੰ ਗਿਆਨ ਹੋਣਾ ਬੜਾ ਜ਼ਰੂਰੀ ਹੈ। ਜੇ ਤੇ ਤੈਨੂੰ ਗਿਆਨ ਹੈ ਤੇ ਫਿਰ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ। ਨੱਜਰ ਸਾਹਿਬ ਕੀ ਹੈ, ਬਿਲਕੁਲ, ਫਿਰ ਤੇ ਜਾ ਕੇ ਤੁਸੀਂ ਆਪਣੇ ਜੀਵਨ ਬਤੀਤ ਕਰੋ, ਫਿਰ ਤੇ ਕੋਈ ਪ੍ਰੋਬਲਮ ਨਹੀਂ ਹੈ। ਪਰ ਜਦੋਂ ਹੁਣ ਆਪਾਂ ਡਰਾਈਵਿੰਗ ਸਿੱਖਦੇ ਹਾਂ ਤੇ ਨਾਲ ਕੋਈ ਸਾਡੇ ਨਾਲ ਬਹਿੰਦਾ ਵਾ, ਸਾਡੀ ਥੋੜੀ ਜਿਹੀ ਮਦਦ ਜ਼ਰੂਰ ਕਰਦਾ, ਬੇਸਿਕ ਦੱਸਦਾ ਹੈ ਕਿ ਵੀ ਇਹ ਕਲੱਚ ਹੈ, ਇਹ ਰੇਸ ਹੈ, ਇੱਥੋਂ ਗੇਅਰ ਪੈਂਦੇ ਆ, ਤੂੰ ਗੱਡੀ ਕਿੱਥੇ ਚਲਾਉਣੀ ਹੈ, ਲੈਫਟ ਸਾਈਡ ਤੇ ਚਲਾਉਣੀ ਹੈ ਇੰਡੀਆ 'ਚ, ਤੇ ਦੂਜੀ ਕੰਟਰੀਆਂ 'ਚ ਕਿੱਥੇ ਚਲਾਉਣੀ ਆ, ਤੇ ਜਦੋਂ ਕੋਈ ਚੀਜ਼ ਆ ਜਾਏ ਕਿੱਦਾਂ ਬ੍ਰੇਕ ਮਾਰਨੀ ਆ, ਉਹ ਟੀਚਰ ਜਿਹੜਾ ਹੁੰਦਾ ਉਹ ਗਿਆਨ ਕਰਾਉਂਦਾ ਹੈ। ਠੀਕ ਹੈ, ਸਾਨੂੰ ਬੇਸਿਕ ਦੱਸਦਾ ਹੈ। ਸਾਡਾ ਮਤਲਬ ਉਸਤਾਦ ਕਹਿ ਲਓ, ਉਸਤਾਦ ਹੁੰਦਾ ਹੈ। ਤੁਸੀਂ ਵੇਖੋ ਕੋਈ ਵੀ ਕੰਮ ਆਪਾਂ ਸਿੱਖਦੇ ਹਾਂ, ਕੋਈ ਲੱਕੜ ਦਾ ਕੰਮ, ਕੋਈ ਪੇਂਟਰ ਦਾ ਕੰਮ, ਕੋਈ ਵੀ ਕੰਮ ਲਾ ਲਓ। ਅਸਲ ਜਿਸ ਬੰਦੇ ਨੇ ਵੀ 25-40 ਸਾਲ ਕੰਮ ਕੀਤਾ ਹੈ, ਆਪਾਂ ਉਹਦੇ ਸ਼ਾਗਿਰਦ ਬਣਦੇ ਹਾਂ, ਉੱਥੋਂ ਗਿਆਨ ਪ੍ਰਾਪਤ ਕਰਦੇ ਹਾਂ। ਸਹੀ ਹੈ ਨਜਰ ਸਾਹਿਬ, ਇਹੋ ਗੱਲ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਜਾਗ ਤੋਂ ਬਿਨਾਂ ਦੁੱਧ ਕਿੱਥੋਂ ਜੰਮਦੇ ਆ, ਭਾਵੇਂ ਲਾਲ ਹੋਣ ਕੜ ਕੇ, ਜਾਗ ਕਿੱਥੋਂ ਹੈ? ਜਾਗ ਚਾਹੀਦੀ ਹੈ। ਦੁੱਧ ਦਾ ਦਹੀਂ ਕਿੱਥੋਂ ਬਣਾਓਗੇ? ਹੈ ਦੁੱਧ ਹੀ ਆ। ਹੁਣ ਕਈ ਬੰਦੇ ਦੁੱਧ ਨਹੀਂ ਪੀ ਸਕਦੇ, ਡਾਕਟਰ ਕਹਿੰਦਾ ਵੀ ਤੂੰ ਦਹੀਂ ਪੀ ਸਕਦਾ,
ਨਿੱਜਰ ਸਾਹਿਬ ਸਹੀ ਹੈ ਇਹ ਗੱਲ? हाँ बिल्कुल सही है जी, बिल्कुल। ਦੁੱਧ ਨਹੀਂ ਤੇਰੇ ਲਈ ਸਹੀ। ਹਾਂ ਪਰ ਦੁੱਧ ਦਹੀਂ ਪੀ ਲਾ, ਕੋਈ ਪ੍ਰੋਬਲਮ ਨਹੀਂ। ਦੁੱਧ ਤੋਂ ਬਣਿਆ ਦਹੀਂ ਉਹ ਤੂੰ ਪੀ ਲੇਗਾ, ਤੈਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਹੜਾ ਦਹੀਂ ਜੰਮਣਾ ਹੈ ਉਹ ਜਾਗ ਚਾਹੀਦੀ, ਉਹਦੇ ਵਿੱਚ ਕੁਛ ਨਾ ਕੁਛ ਵਿੱਚ ਪਾਉਣਾ ਪੈਂਦਾ ਹੈ, ਫਿਰ ਦੁੱਧ ਦਹੀਂ ਚ ਕਨਵਰਟ ਹੁੰਦਾ। ਬੁੱਲੇ ਸ਼ਾਹ ਕਹਿੰਦਾ ਭਾਵੇਂ ਲਾਲ ਹੋਣ ਕੜ ਕੜ ਕੇ, ਜਾਗ ਬਿਨਾ ਦੁੱਧ ਨਹੀਂ ਜੰਮਦੇ। ਜਿਹੜਾ ਦੁੱਧ ਆ ਉਹ ਜਾਗ ਤੋਂ ਬਿਨਾ ਨਹੀਂ ਜੰਮਦਾ। ਭਾਵੇਂ ਰੱਖਦੇ ਨੂੰ ਚੁੱਲ੍ਹੇ ਤੇ ਕੜੀ ਜਾ, ਤੇ ਕੜੀ ਜਾਣਾ, ਲਾਲ ਹੋ ਜਾਣਾ ਉਹਨੇ, ਪਰ ਦਹੀਂ ਨਹੀਂ ਉਹ ਬਣਨਾ, ਕਿਉਂਕਿ ਤੇਰੇ ਮਨ ਨੇ ਠਹਿਰਨਾ ਨਹੀਂ ਆ। ਮਨ ਚਿੱਤ ਨੇ ਕਿੱਥੋਂ ਰੁਕਣਾ? ਨਿਰਵਿਚਾਰ ਅਵਸਥਾ ਤੱਕ ਪਹੁੰਚਣ ਦੇ ਲਈ ਤੈਨੂੰ ਐਸੀ ਸੰਗਤ ਬਹਿਣਾ ਪੈਣਾ। ਹੁਣ ਆਪਾਂ ਬ੍ਰਹਮ ਗਿਆਨੀ ਦੀ ਸੰਗਤ ਕਰਦੇ ਹਾਂ, ਉੱਥੋਂ ਗਿਆਨ ਪ੍ਰਾਪਤ ਕਰਦੇ ਹਾਂ, ਚਲੋ ਵਿਚਾਰ ਚੱਲਦੀ ਆ ਕਿਸੇ ਵੀ ਤਰੀਕੇ ਨਾਲ, ਆਪਾਂ ਧੱਕਾ ਸਟਾਰਟ ਗੱਡੀ ਚਲਾਈ ਜਾਂਦੇ ਹਾਂ। ਆਪ ਸਾਰੇ ਬਾਣੀ ਪੜ੍ਹਦੇ ਜੋ, ਕਈ ਵਾਰੀ ਬਾਣੀ ਪੜ੍ਹੀ, ਕਈ ਵਾਰੀ ਆਪਨੇ ਜਪਜੀ ਸਾਹਿਬ ਦਾ ਪਾਠ ਪੜ੍ਹਿਆ, ਕਈਆਂ ਨੇ ਪੜ੍ਹਿਆ ਹੋਣਾ, ਸੁਖਮਨੀ ਸਾਹਿਬ ਦਾ ਪੜ੍ਹਿਆ ਹੋਣਾ। ਆਪਾਂ ਕਥਾ ਕਰਦੇ ਹਾਂ ਤੇ ਵੇਖੋ ਉਹਦੇ ਵਿੱਚੋਂ ਉਹ ਜੋ ਬ੍ਰਹਮ ਗਿਆਨੀ ਕਹਿਣਾ ਚਾਹੁੰਦੇ ਆ ਉਹ ਸੰਗਤ ਚ ਹੀ ਪਤਾ ਲੱਗਦਾ। ਜੇ ਖੁਦ ਪੜ੍ਹਿਆ ਪਤਾ ਲੱਗੇ ਤੇ ਟੀਕਾਕਾਰ ਨੇ ਤੇ ਕੀਤਾ ਹੋਇਆ, ਤੁਸੀਂ ਪੜ੍ਹ ਲਓ। ਹੁਣ ਉੱਥੇ ਵੇਖੋ ਮੈਡੀਕਲ ਸਟੋਰ ਚ ਜਾਈਦਾ ਨਿੱਜਰ ਸਾਹਿਬ, ਮੈਡੀਕਲ ਸਟੋਰ ਦੇ ਕੋਲ ਦੁਨੀਆ ਭਰ ਦੀ ਦਵਾਈ ਪਈ ਹੈ। ਜਦੋਂ ਉਹ ਬਿਮਾਰ ਹੋ ਜਾਂਦਾ ਨਿੱਜਰ ਸਾਹਿਬ, ਆਪ ਦਵਾਈ ਖਾ ਕੇ ਕਿਉਂ ਨਹੀਂ ਠੀਕ ਹੋ ਜਾਂਦਾ? ਬਿਲਕੁਲ। ਉਹ ਡਾਕਟਰ ਕੋਲ ਭਜਦਾ, ਡਾਕਟਰ ਸਾਹਿਬ ਦਵਾਈ ਲਿਖ ਕੇ ਦੋ, ਹੈ ਤੇ ਮੇਰੇ ਕੋਲ ਸਾਰੀਆਂ, ਪਰ ਖਾਣੀ ਕਿਹੜੀ ਹੈ? ਮੇਰੇ ਲਈ ਵਧੀਆ ਕਿਹੜੀ ਹੈ? ਇਹ ਸੱਚ ਹੈ, ਕਿਉਂਕਿ ਦਵਾਈਆਂ ਦਾ ਸਟਾਕ ਉਹਦੇ ਕੋਲ ਆ, ਉਹਨੂੰ ਦਵਾਈਆਂ ਦੇ ਸਾਲਟਾਂ ਦਾ ਪਤਾ ਹੈ, ਪਰ ਇਸ ਬਿਮਾਰੀ ਦਾ ਇਲਾਜ ਕਿੱਦਾਂ ਹੋਣਾ ਹੈ ਉਹ ਡਾਕਟਰ ਨੂੰ ਪਤਾ ਹੈ। ਡਾਕਟਰ ਨੂੰ ਉਹ ਪਤਾ ਹੈ ਕਿ ਉਹਦੇ ਅੰਦਰ ਸਾਲਟ ਕਿਹੜਾ, ਠੀਕ ਹੈ ਜੀ, ਉਹ ਫਿਰ ਦਿੰਦਾ ਤਾਂ ਬੰਦਾ ਠੀਕ ਹੋ ਜਾਂਦਾ। ਸੋ ਇੱਥੇ ਆਪਾਂ ਉਹਨਾਂ ਡਾਕਟਰਾਂ ਦੇ ਕੋਲੋਂ ਸਾਲਟ ਲਈਏ, ਪ੍ਰਿਸਕ੍ਰਿਪਸ਼ਨ, ਜਿਹੜੇ ਡਾਕਟਰ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਔਰ ਜਿਨ੍ਹਾਂ ਨੇ ਸਾਡੇ ਲਈ ਨਾ ਫਾਰਮੂਲੇ ਲਿਖ ਕੇ ਦੇ ਦਿੱਤੇ ਆ। ਔਰ ਐਕਚੁਅਲੀ ਕਨਫਿਊਜ਼ਨ ਐਕਚੁਅਲੀ ਗੋਰਖੀ ਸਾਹਿਬ, ਇਹ ਜਿਹੜੀ ਹੈਗੀ ਨਾ, ਇਹ ਫੀਲਡ ਐਸੀ ਹੈਗੀ ਆ, ਇਹ 5 ਤੱਤਾਂ ਤੋਂ ਉੱਪਰ ਦੀ ਫੀਲਡ ਹੈਗੀ ਆ। ਇਹ 5 ਤੱਤਾਂ ਦੇ ਵਿੱਚ ਉਹਦੇ ਪਿੱਛੇ ਜਿਹੜੀ ਸ਼ਕਤੀ ਕੌਣ ਆ 5 ਤੱਤਾਂ ਦੇ, ਮੈਂ ਜਿਹੜਾ ਮੇਰੇ ਅੰਦਰ ਕੌਣ ਬੈਠਾ ਹੈ ਜਿਹੜਾ ਬੋਲਦਾ ਹੈ, ਮੈਂ ਕੌਣ ਆ? ਮੈਂ ਸਰੀਰ ਤਾਂ ਢਹਿ ਢੇਰੀ ਹੋ ਜਾਂਦਾ ਹੈ। ਇਹਦੇ ਪਿੱਛੇ ਕੌਣ ਆ ਜਿਹੜਾ ਸੀਗਾ, ਜਿਹੜਾ ਹਮੇਸ਼ਾ ਜਾਗਦੇ ਰਹਿੰਦਾ ਹੈ ਭਾਈ, ਉਹਦੇ ਬਾਰੇ ਗਿਆਨ ਹੈਗਾ ਭਾਈ। ਇਹ ਉਸ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਬਾਰੇ, ਜਿਹੜਾ ਇਹ ਬ੍ਰਹਮ ਦੇ, ਇਹ ਸੰਸਾਰ ਤੋਂ ਅੱਗੇ ਹੈਗਾ, ਜਿਹੜਾ ਇਹ ਸੰਸਾਰ ਦੇ ਵਿੱਚ ਵੀ ਹੈਗਾ ਔਰ ਜਿਹੜਾ ਪ੍ਰਗਟ ਵੀ ਹੈਗਾ ਤੇ ਗੁਪਤ ਵੀ ਹੈਗਾ, ਉਸ ਮਾਲਕ ਦੇ ਬਾਰੇ ਗਿਆਨ ਹੈ ਭਾਈ। ਇਹ ਸਭ ਤੋਂ ਦੁਨੀਆ ਦਾ ਸਭ ਤੋਂ ਜਿਹੜਾ ਹੈਗਾ ਕੀਮਤੀ ਸੌਦਾ ਹੈਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਹੁਣ ਆਪ ਤੋਂ ਕੋ ਬੋਲੋ ਜੀ ਨਿੱਜਰ ਸਾਹਿਬ। ਗੁਰਦਾਤਾ ਗੁਰਦਾਤਾ ਗੁਰ ਹਿਵੈ ਘਰ, ਕਹਿੰਦੇ ਉਹ ਤਾਂ ਠੰਡਕ ਦਾ ਘਰ ਹੈਗਾ ਭਾਈ। ਉਹ ਦਾਤਾ ਹੈ ਗੁਰੂ, ਤੇ ਗੁਰ ਦੀਪਕ ਤੇ ਲੋਏ ਔਰ ਧਰਤ ਪਤਾਲ ਆਕਾਸ਼, ਸੰਸਾਰ ਦੇ ਵਿੱਚ ਜੇ ਕਿਤੇ ਚਾਨਣ ਦੇਣਾ ਹੈ ਇਹ ਅਧਿਆਤਮਿਕ ਰਸਤੇ ਦਾ, ਸਪਿਰਚੁਅਲ ਜਰਨੀ ਦਾ, ਤੇ ਗੁਰੂ ਦਿੰਦਾ ਹੈ ਭਾਈ। ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ। ਆ ਗੁਰੂ ਦੇ ਕੋਲ ਜਿਹੜੀ ਦਾਤ ਆ ਉਹ ਅਮਰ ਪਦਾਰਥ ਹੈਗਾ, ਅਮਰ ਕਰ ਦੇਗਾ ਸੰਸਾਰ ਸਮੁੰਦਰ ਤੋਂ, ਇਹ ਕੋਲੂ ਦੇ ਚੱਕਰ ਤੋਂ ਆਪਾਂ ਨੂੰ ਹਟਾ ਲਏਗਾ। ਔਰ ਜੇ ਆਪਣਾ ਮਨ ਮੰਨ ਗਿਆ ਉਸ ਦਾਤ ਨੂੰ ਲੈਣ ਵਾਸਤੇ ਤੇ ਸੁਖੀ ਹੋ ਜਾਵਾਂਗੇ। ਹਾਂਜੀ ਵੀਰ ਜੀ ਬਿਲਕੁਲ ਸਹੀ ਹੈ ਜੀ। ਉਹ ਕਹਿੰਦੇ ਆ ਕਿ ਗੁਰਮੁਖਾਂ ਦੀ ਸੰਗਤ ਕਰੋ, ਉੱਥੇ ਫਿਰ ਜਦੋਂ ਆਪਾਂ ਗੁਰੂਆਂ ਦੀ ਸੰਗਤ ਕਰਦੇ ਹਾਂ ਤੇ ਸਾਨੂੰ ਫਿਰ ਗਿਆਨ ਮਿਲਦਾ ਤੇ ਫਿਰ ਕੀ ਹੁੰਦਾ ਤੇ ਸਾਡੇ ਹਿਰਦੇ 'ਚ ਨਾ ਦੀਪਕ ਪ੍ਰਕਾਸ਼ਮਾਨ ਹੋ ਜਾਂਦਾ। ਜਦੋਂ ਉਹ ਪ੍ਰਕਾਸ਼ ਹੋ ਜਾਂਦਾ ਹੈ ਨਾ ਜ਼ਿੰਦਗੀ ਦੇ ਵਿੱਚ, ਤੇ ਫਿਰ ਅਗਿਆਨ ਭਰਮ ਸਭ ਕੁਝ ਮਿਟ ਜਾਂਦਾ ਹੈ। ਨਹੀਂ ਤਾਂ ਆਪਾਂ ਹਨੇਰੇ 'ਚ ਹੀ ਠੇਡੇ ਖਾਈ ਜਾਂਦੇ ਆ ਬਸ। ਫਿਰ ਰਸਤਾ ਪਤਾ ਲੱਗ ਜਾਂਦਾ ਹੈ ਭਾਈ, ਕਰਨਾ ਕੀ ਹੈਗਾ, ਤੱਥ ਕੀ ਹੈਗਾ। ਹਾਂਜੀ ਵੀਰ ਜੀ। ਹਾਂ, ਪਰ ਜਦੋਂ ਸਾਨੂੰ ਐਸੀ ਸੰਗਤ ਮਿਲਦੀ ਹੈ ਫਿਰ ਉਹਦੇ ਨਾਲ ਕੰਪੇਅਰਿਜ਼ਮ ਚੱਲਦਾ ਹੈ, ਕੋਈ ਅੱਗੇ ਕੋਈ ਪਿੱਛੇ, ਹੈ ਤੇ ਸਾਰੇ ਗਰੁੱਪ 'ਚ ਹੀ ਆ। ਫਿਰ ਜਦੋਂ ਇਹਦੇ ਵਿੱਚ ਹੀ ਹੁੰਦਾ ਉਤਸ਼ਾਹ ਮਿਲਦਾ ਬੰਦੇ ਨੂੰ। ਜਦੋਂ ਆਪਾਂ ਉਤਸ਼ਾਹ ਮਿਲਦਾ ਹੈ ਸਾਨੂੰ, ਤੇ ਉਹਦੇ ਨਾਲ ਸਾਡੇ ਅੰਦਰ ਨਾ ਇੱਕ ਸਾਡੇ ਅੰਦਰ ਕਰਨ ਦੀ ਇੱਕ ਨਾ ਇੱਛਾ ਸ਼ਕਤੀ ਪ੍ਰਗਟ ਹੁੰਦੀ ਕਿ
ਮੈਂ ਕਰਾਂਗਾ ਔਰ ਮੈਂ ਕਰਕੇ ਇਸ ਸੰਸਾਰ ਤੋਂ ਭਵਸਾਗਰ ਤੋਂ ਅੱਗੇ ਲੰਘਾਂਗਾ। ਔਰ ਅੱਗੇ ਲੰਘਣ ਤੋਂ ਪਹਿਲਾਂ ਉਹਨੂੰ ਸਾਡੇ ਅੰਦਰ ਜਿਹੜੀ ਮਿਜ਼ਾਲ ਆ, ਜਿਹੜੀ ਰੋਸ਼ਨੀ ਕਰਨੀ ਪਊਗੀ ਗੱਲਾਂ ਦੇ ਨਾਲ। ਉਹ ਗੱਲਾਂ ਕਿਹੜੀਆਂ ਨੇ? ਉਹ ਬਾਣੀ 'ਚ ਲਿਖੀਆਂ ਨੇ। ਉਹ ਗੱਲਾਂ ਨੂੰ ਸੁਣਾਂਗੇ, ਫਿਰ ਇੱਕ ਸਮਾਂ ਆਊਗਾ ਸਾਡੇ ਅੰਦਰ ਆਊਗਾ ਕਿ ਮੈਂ ਵੀ ਉਹ ਕਰਾਂ। ਇੱਛਾ ਪ੍ਰਗਟ ਹੋਊਗੀ। ਸੰਗਤ ਦਾ ਮਤਲਬ ਕੀ ਆ? ਤੁਹਾਡੇ ਅੰਦਰ ਅਜੇ ਇੱਛਾ ਨਹੀਂ ਹੈਗੀ, ਉਹਨੂੰ ਪ੍ਰਗਟ ਕਰਨਾ ਹੈ। ਜਿੱਦਾਂ ਮਤਲਬ ਕਿੱਦਾਂ ਪ੍ਰਗਟ ਕਰਨਾ ਹੈ? ਆਪ ਨੇ ਸੁਣਿਆ ਨਹੀਂ, ਆਪਾਂ ਲੋਕਾਂ ਨੂੰ ਕਹਿੰਦੇ ਨੇ ਪ੍ਰਚਾਰ ਕਰੀਦਾ, ਉਹ ਜੀ ਉਹ ਦੁਕਾਨ ਤੋਂ ਨਾ ਸਮਾਨ ਲੈ ਕੇ ਆਇਓ, ਬਹੁਤ ਵਧੀਆ ਸਮਾਨ ਹੈ। ਇੱਛਾ ਮਨ 'ਚ ਗੱਲ ਪਾਤੀ ਅਗਲੇ ਨੇ। ਹੁਣ ਤੁਹਾਨੂੰ ਕਿਸੇ ਬੱਤੀ ਬੁੱਤੀ ਦੇ ਸਮਾਨ ਦੀ ਲੋੜ ਪਊਗੀ, ਸਭ ਤੋਂ ਪਹਿਲਾਂ ਤੁਹਾਡਾ ਉਹ ਰਿਸ਼ਤੇਦਾਰ ਤੁਹਾਡੇ ਦਿਮਾਗ 'ਚ ਆਉਣਾ ਵੀ ਉਹ ਰਿਸ਼ਤੇਦਾਰ ਨੇ ਕਿਹਾ ਸੀ ਉਸ ਦੁਕਾਨ ਤੋਂ ਬਹੁਤ ਵਧੀਆ ਬੱਤੀ ਦਾ ਸਮਾਨ ਮਿਲਦਾ ਹੈ। ਇਸੇ ਹੀ ਤਰ੍ਹਾਂ ਇਹ ਬਾਣੀ ਸਾਡੇ ਅੰਦਰ ਇੱਛਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਪ੍ਰਚਾਰ ਕਰ ਰਹੀ ਆ ਕਿ ਤੇਰੇ ਇਨਸਾਨ ਅੰਦਰ ਇੱਛਾ ਪੈਦਾ ਹੋ ਜਾਏ ਨਾ, ਤੇ ਫਿਰ ਤੂੰ ਇਸ ਮਾਰਗ ਤੇ ਚੱਲ ਸਕਦਾ ਹੈ। ਇਨਸਾਨ ਦੇ ਅੰਦਰ ਇੱਛਾ ਨਹੀਂ ਹੈਗੀ, ਔਰ ਜਦ ਤੱਕ ਤੁਹਾਡੇ ਮਨ 'ਚ ਇੱਛਾ ਨਹੀਂ ਹੈ ਨਾ, ਤੁਹਾਨੂੰ ਇੱਕ ਪਾਣੀ ਦਾ ਘੁੱਟ ਵੀ ਨਹੀਂ ਪਿਆਇਆ ਜਾ ਸਕਦਾ। ਬਿਲਕੁਲ ਸਹੀ ਗੱਲ ਹੈ। ਇੱਛਾ ਹੋਏਗੀ ਤੇ ਨਾਲੇ ਫਿਰ ਜਿਹੜਾ ਹੈਗਾ ਇਹ ਪਿਆਰ ਪੈਦਾ ਹੋ ਜਾਏਗਾ। ਹਾਂਜੀ ਵੀਰ ਜੀ। ਹਾਂ, ਇੱਛਾ ਨਹੀਂ ਜਾਏਗੀ ਤੇ ਕੋਈ ਛੋਟੇ ਬੱਚੇ ਨੂੰ ਕਹੋ ਕਿ ਦਵਾਈ ਖਾ ਲਾ, ਲੰਮੇ ਪਾਲੋ ਜਿੱਦਾਂ ਮਰਜੀ 3-4 ਜਾਣੇ ਫੜੋ, ਉਹ ਨਹੀਂ ਬਣਦਾ। ਜਿਹਨੂੰ ਕਹੋਗੇ ਪੁੱਤ ਦਵਾਈ ਖਾਏਗਾ ਨਾ ਪੁੱਤ ਤੇ ਠੀਕ ਹੋ ਜਾਏਗਾ, ਤੇਰੇ ਨਾ ਸਰੀਰ ਠੀਕ ਹੋ ਜਾਊਗਾ। ਫਿਰ ਥੋੜਾ ਬਹੁਤ ਐਗਰੀ ਕਰੂਗਾ, ਜੇ ਲਾਲਚ ਲੁਲਚ ਦੇ ਦੋ ਉਹਨੂੰ। ਤੇ ਇਸੇ ਤਰ੍ਹਾਂ 9 ਨਿਧੀਆਂ 18 ਸਿੱਧੀਆਂ ਇਹ ਬੰਦਿਆਂ ਨੂੰ ਦਿੱਤਾ ਵਾ ਲਾਲਚ ਕਿ ਚੱਲ ਸਿੱਧੀਆਂ ਲੈਣੀ ਆ ਜੀ ਕਿਸੇ ਤਰੀਕੇ ਨਾਲ। ਨਿਜਰ ਸਾਹਿਬ ਬਿਲਕੁਲ। ਤੇ ਜਦੋਂ ਬੰਦਾ ਥੋੜਾ ਅੱਗੇ ਆ ਜਾਂਦਾ ਉਹਨੂੰ ਪਤਾ ਮੈਨੂੰ ਸਿੱਧੀ ਚਾਹੀਦੀ ਨਹੀਂ, ਉਹ ਮੰਗਦਾ ਸਿੱਧੀਆਂ, ਉਹਨੇ ਸਿਰ 'ਚ ਮਾਰਨੀ ਆ। ਉਹ ਕਹਿੰਦਾ ਮੈਨੂੰ ਰੱਬ ਚਾਹੀਦਾ ਹੁਣ। ਤੇ ਕਹਿਣ ਤੋਂ ਭਾਵ ਸਟਾਰਟਿੰਗ ਕਿਸੇ ਤਰੀਕੇ ਨਾਲ ਕਿਸੇ ਨੇ, ਮੁਸਲਮਾਨਾਂ ਨੇ ਉਹ ਸਵਰਗ ਬਣਾਤਾ, ਕ੍ਰਿਸਚਨਾਂ ਨੇ ਵੀ ਸਵਰਗ ਬਣਾਇਆ। ਚਲੋ ਬੰਦੇ ਨੂੰ ਫੜੋ ਤਾਂ ਸਹੀ, ਇਹਨੂੰ ਮਨਾਓ, ਇੱਛਾ ਤੇ ਪੈਦਾ ਕਰੋ, ਭਾਵੇਂ ਇਹ ਸਵਰਗ ਦੇ ਲਾਲਚ ਨਹੀਂ ਆ ਜੇ। ਤੇ ਅੱਗੇ ਜਾ ਕੇ ਜਦੋਂ ਇਹਨੂੰ ਗਿਆਨ ਹੋ ਜਾਊਗਾ ਤੇ ਉਹ ਫਿਰ ਆਪਣੇ ਆਪ ਹੀ ਉਹਨੇ ਛੱਡ ਦੇਣਾ। ਇਹ ਤੇ ਕੇਵਲ ਮੈਨੂੰ ਹੁਣ ਜਿੱਦਾਂ ਆਪਾਂ ਛੋਟੇ ਬੱਚੇ ਨੂੰ ਕਹੀਦਾ ਪੁੱਤ 50 ਰੁਪਏ ਲੈ ਲਾ ਤੇ ਤੂੰ ਏਦਾਂ ਕਰ ਕਿ ਨਾ ਸਕੂਲੇ ਜਾਇਆ ਕਰ। ਉਹ ਲਾਲਚ ਕਰਕੇ ਜਾਂਦਾ ਹੈ, ਪੜ੍ਹਦਾ ਵੀ ਹੈ। ਫਿਰ ਉਹਨੂੰ ਕਹਿੰਦੇ ਜੇ ਪੁੱਤ 2-3, ਹੁਣ ਮੈਂ ਆਪਣੇ ਬੱਚਿਆਂ ਨੂੰ ਲਾਲਚ ਦਿੰਦਾ, ਕਿਤੇ ਬੋਰਡ ਲੈਂਦਾ ਬੜਾ ਵੱਡਾ, ਮੈਂ ਤੁਸੀਂ ਲਿਖ ਦੋ ਤੇ 50 ਰੁਪਏ ਲੈ ਲਓ ਮੇਰੇ ਤੋਂ। ਕਿਉਂਕਿ ਉਹਨਾਂ ਦੇ ਮਨ 'ਚ ਇੱਛਾ ਪੈਦਾ ਕਰਦਾ। ਔਰ ਕੱਲ ਨੂੰ ਜਦੋਂ ਵੱਡੇ ਹੋ ਗਏ ਨਾ ਤੇ ਉਹਨਾਂ 50 ਲੈਣੇ ਨੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਪਾ ਜਿਹੜਾ ਸਾਡਾ ਸੀ ਉਹ ਸਾਲ ਨੂੰ ਕਿਹੜਾ ਪੜਾਉਣ ਵਾਸਤੇ ਹੀ ਪੈਸੇ ਦੇ ਰਿਹਾ ਸੀ, ਹੁਣ ਨਹੀਂ ਲੋੜ ਹੈਗੀ। ਰਾਈਟ। ਇਸੇ ਤਰ੍ਹਾਂ ਇਹ ਬਾਣੀ ਸਾਡੇ ਮਨ 'ਚ ਇੱਛਾ ਪੈਦਾ ਕਰਨਾ ਚਾਹੁੰਦੀ। ਹਾਂਜੀ ਨਜਰ ਸਾਹਿਬ। ਅੱਗੇ ਮਹੱਲਾ ਪਹਿਲਾ। ਹੁਣ ਮਹਾਰਾਜ ਜਿਹੜੇ ਹੈਗੇ ਪੂਰੀ ਆਪਣੀ ਜੀਵਨ ਜਿਹੜਾ ਹੈਗਾ ਪੂਰੇ ਸੰਸਾਰ ਦੇ ਵਿੱਚ ਉਹਨੂੰ ਜਿਹੜੇ ਹੈਗੇ ਹਿੱਸਿਆਂ 'ਚ ਵੰਡ ਕੇ ਆਪਾਂ ਨੂੰ ਗਿਆਨ ਦੇ ਰਹੇ ਆ। ਮਹੱਲਾ ਪਹਿਲਾ। ਪਹਿਲੇ ਪਿਆਰ ਲਗਾ ਥਣ ਦੁੱਧ। ਬੱਚਾ ਪੈਦਾ ਹੋ ਗਿਆ ਤੇ ਮਾਂ ਦੀ ਥਣ ਦੇ ਨਾਲ ਜਿਹੜਾ ਹੈਗਾ ਉਹਨੂੰ ਦੁੱਧ ਦੇ ਨਾਲ ਪਿਆਰ ਪੈਦਾ। ਸਭ ਤੋਂ ਪਹਿਲਾਂ ਪਿਆਰ ਉਹਨੂੰ ਦੁੱਧ ਦੇ ਨਾਲ ਹੁੰਦਾ ਹੈ, ਕਿਉਂਕਿ ਪੇਟ ਦੇ ਵਿੱਚ ਭੁੱਖ ਲੱਗਦੀ ਹੈ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁੱਧ। ਉਸ ਤੋਂ ਬਾਅਦ ਫਿਰ ਮਾਂ ਪਿਓ ਦਾ ਪਤਾ ਲੱਗਦਾ ਹੈ। ਮਾਂ ਜਿਹੜੀ ਹਮੇਸ਼ਾ ਰਹਿੰਦੀ ਹੈ 24 ਘੰਟੇ ਨਾਲ, ਤੇ ਉਹਦੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਉਹਦੀ ਸੋਝ ਆ ਜਾਂਦੀ ਹੈ ਮਾਂ ਦੀ, ਤੇ ਬਾਪ ਦੀ ਆ ਜਾਂਦੀ ਹੈ ਜਿਹੜਾ ਚੁੱਕਦਾ ਹੈ। ਤੀਜੇ ਭਈਆ ਭਾਬੀ ਬੇਬ। ਤੀਸਰਾ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਭਰਾ ਭਰਜਾਈ, ਤੇ ਬੇਬ ਕਹਿੰਦੇ ਭੈਣ, ਭਰਾ ਭੈਣ, ਇਹਨਾਂ ਦੀ ਸੂਝੀ ਆ ਜਾਂਦੀ ਜਿਹੜੇ ਕਿ ਨੇੜੇ ਤੇੜੇ ਹੀ ਘੁੰਮਦੇ ਆ। ਚੌਥੇ ਪਿਆਰ ਉਪੰਨੀ ਖੇਡ। ਥੋੜ੍ਹਾ ਜਿਹਾ ਵੱਡਾ ਹੋਇਆ ਬੱਚਾ ਤੇ ਫਿਰ ਉਹਨੂੰ ਜਿਹੜਾ ਖਿਡੌਣਿਆਂ ਦੇ ਨਾਲ ਉਹਦੇ ਨਾਲ ਪਿਆਰ ਪੈਦਾ ਹੋ ਜਾਂਦਾ ਭਾਈ। ਚੌਥੇ ਪਿਆਰ ਉਪੰਨੀ ਖੇਡ ਦੇ ਵਿੱਚ ਪਿਆਰ ਪੈਦਾ ਹੋ ਗਿਆ, ਖਿਡੌਣਿਆਂ ਦੇ ਨਾਲ ਪਿਆਰ ਪੈਦਾ ਹੋ ਗਿਆ ਉਹਦਾ। ਪੰਜਵੇਂ ਖਾਣ ਪੀਣ ਕੀ ਧਾਤ। ਇਸ ਤੋਂ ਬਾਅਦ ਫਿਰ ਸਰੀਰ ਵੱਧਦਾ ਆ ਤੇ ਖਾਣ ਪੀਣ ਦੀ ਜਿਹੜਾ ਹੈਗਾ ਉਹਦਾ ਖਾਣ ਪੀਣ ਦੇ ਵਿੱਚ ਜਿਹੜਾ ਹੈਗਾ ਉਹਨੂੰ ਪਿਆਰ ਪੈਦਾ ਹੋ ਜਾਂਦਾ। ਇਹ ਖਾਣ ਪੀਣ ਦੀ ਜਿਹੜੀ ਹੈਗੀ ਇਹਦੇ ਵਿੱਚ ਖਿੱਚ ਪੈਦਾ ਹੋ ਜਾਂਦੀ ਹੈ ਉਹਨੀ। ਧਾਤ ਦਾ ਮਤਲਬ ਖਿੱਚ। ਛੇਵੇਂ ਕਾਮ ਨਾ ਪੁੱਛੇ ਜਾਤ। ਉਸ ਤੋਂ ਬਾਅਦ ਫਿਰ ਜਵਾਨ ਹੋ ਜਾਂਦਾ ਹੈ। ਜਵਾਨ ਹੋ ਗਿਆ ਤੇ ਫਿਰ ਭਾਈ ਕਾਮ ਦੇਵਤੇ ਜਿਹੜੇ ਹੈਗੇ ਉਹ ਨਹੀਂ, ਉਹ ਤਾਂ ਪੂਰਾ ਸਵਾਰ ਹੋ ਜਾਂਦੇ ਆ ਸਿਰ ਦੇ ਵਿੱਚ ਭੂਤ। ਕੋਈ ਜਾਤ ਪਾਤ ਕੁਛ ਨਹੀਂ ਪੁੱਛਦਾ ਉਹ। ਸੱਤਵੇਂ ਸੰਜ ਕੀਆ ਘਰ ਵਾਸ। ਇਸ ਤੋਂ ਬਾਅਦ ਫਿਰ ਘਰ ਗ੍ਰਸਤੀ, ਵਿਆਹ ਹੋ ਗਿਆ, ਘਰ ਗ੍ਰਸਤੀ ਬਣਾ ਲਈ। ਫਿਰ ਜਿਹੜਾ ਹੈਗਾ ਘਰ ਗ੍ਰਸਤੀ ਇਕੱਠਾ ਕਰਨ ਲੱਗ ਗਿਆ, ਬਸ ਬਣਾ ਲਿਆ ਆਪਣੀ ਟੈਰਟਰੀ, ਬਣਾ ਲਿਆ ਆਪਣਾ ਸਾਰਾ ਜਿਹੜਾ ਹੈਗਾ ਧਨ ਦੌਲਤ ਔਰ ਬੱਚੇ ਬੁੱਚੇ ਸਾਰਾ ਪੂਰਾ ਇੱਕ ਵਧੀਆ ਜਿਹੜੀ ਹੈ ਨਹੀਂ ਉਹਨੇ ਪੂਰਾ ਦਾ ਪੂਰਾ ਆਪਣਾ ਇੱਕ
बना लिया, घर गृहस्थ बना ली। 7वें संज किया घरवास, 8वें क्रोध हुआ तन नास। इस तो बाद कहते हैं भाई जद पूरा जोबन ते हुंदा है, उस तो बाद फिर जद जिहड़ा हैगा डाउनफॉल शुरू हो जाता है तो फिर उन्होंने क्रोध आ जाता है। भाई क्रोध आता है, भाई ये की हो रहा है मेरा। ना तो घर वाली हुण जिहड़ी हैगी इन्ना प्यार सीगा, दोनों एक मिक गिटर गिटर करते सी, हुण कहंदे दोनों दे विच खड़कण लग जाता है। बच्चे भी जिहड़े हैगे इधर उधर जिहड़े हैगे वो भी जवाब जूब देने शुरू हो जाते हैं। बड़ा क्रोध आता है। कहते शरीर भी जिहड़ा कहते शरीर जिहड़ा सी इन्ना लगता ही नहीं सीगा मैं कदी जिहड़ा हैगा ये शरीर की शक्ति जाऊगी, वो भी जिहड़ा डाउनफॉल शुरू हो जाता है। 8वें क्रोध हुआ तन नास, 9वें धौले उब्बे साह। कहते 9 इस तो बाद कहता है कि चिट्टे चिट्टे आ जाते 4 चफेरे। चल मेरी चिट्टी कुकड़ी चिट्टे पैर, चल मेरी कुकड़ी शहरों शहर। बस वो धौले शुरू हो गए। फिर साह जिहड़े हैगे वो भी हुण जिहड़े हैगे आ काफ़ी बुढ़ेपा जिहड़ा सामने जिहड़ा हैगा दिखण लग पैंदा है। कहते साह भी खिचवें आने शुरू हो जाते हैं। फिर 9वें धौले उब्बे साह, 10वें दद्दा हुआ सुआह। लो आखिरी च कहते हैं बस उस तो बाद कहते सुआह हो गया, राख हो गया। आ सीगा जीवन। ਇਹਦੇ ਵਿੱਚ ਦੱਸਦੇ ਪਿਆਰਿਆ, ਇਹਦੇ ਵਿੱਚ ਤੂੰ ਕੀ ਲੈ ਕੇ ਆਇਆ ਸੀਗਾ ਤੇ ਕੀ ਲੈ ਕੇ ਜਾ ਰਿਹਾ ਆ ਤੇਰੀ ਜੀਵਨ ਯਾਤਰਾ ਦੱਸ ਦਿੱਤੀ ਆ। ਹੁਣ ਇੱਥੇ ਕਿੱਥੇ ਦੇਖ ਲੈ ਤੂੰ ਕਿੱਥੇ ਕ ਹੈਗਾ ਆ, ਕਿਹੜੇ ਪੜਾਅ ਦੇ ਉੱਤੇ ਹੈਗਾ ਆ। ਇਹ 10 ਜਿਹੜਾ ਹੈਗਾ ਇੱਕ ਤੋਂ ਲੈ ਕੇ 10 ਹਿੱਸਿਆਂ ਤੱਕ ਤੈਨੂੰ ਵੰਡ ਦਿੱਤਾ ਹੈ। ਕਿੱਥੇ ਕ ਤੂੰ ਖੜਾ ਹੈ ਆਪਣੇ ਆਪ ਦੇਖ ਲਾ ਪਿਆਰਿਆ। ਗਏ ਸੇ ਗੀਤ ਪੁਕਾਰੀ ਤਾਹਾ, ਜੋ ਗੀਤ ਗਾ ਰਿਹਾ ਸੀਗਾ, ਜੋ ਦੁਨੀਆ ਦੇ ਪਦਾਰਥ ਭੋਗ ਰਿਹਾ ਸੀਗਾ, ਉਹ ਸਾਰੇ ਦੇ ਸਾਰੇ ਪਾਸਟ ਹੋ ਗਿਆ। ਹੁਣ ਜਿਹੜਾ ਹੈਗਾ ਜੀਵ ਇੰਨਾ ਪਿਆਰ ਸੀਗਾ ਸਰੀਰ ਦੇ ਨਾਲ, ਬੱਚਿਆਂ ਦੇ ਨਾਲ, ਘਰ ਗ੍ਰਸਤੀ ਦੇ ਨਾਲ, ਕਹਿੰਦੇ ਸਾਰਾ ਦਾ ਸਾਰਾ ਕੱਖ ਵੀ ਨਹੀਂ ਹੈਗਾ। ਹੁਣ ਗਏ ਸੇ ਗੀਤ ਪੁਕਾਰੀ ਧਾ ਮਾਰਦਾ ਹੈ ਭਾਈ, ਮੈਂ ਤਾਂ ਕੁਛ ਪੱਲੇ ਹੀ ਨਹੀਂ ਹੈ ਮੇਰੇ। ਨਾ ਸੰਸਾਰ ਤੇ ਨਾ ਕਰਤਾਰ, ਦੋਨੋਂ ਪਾਸੇ ਗਏ ਮੇਰੇ। ਗਏ ਸੇ ਗੀਤ ਪੁਕਾਰੀ ਧਾ, ਉੜਿਆ ਹੰਸ ਦਸਾਏ ਰਾਹ। ਲੈ ਚੱਲੇ ਭਾਈ। ਹੁਣ ਪੁੱਛਦਾ ਉਹਨਾਂ ਨੂੰ ਜਮਦੂਤਾਂ ਨੂੰ, ਬਾਈ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਮੈਨੂੰ, ਆਹ ਕੀ ਹੋ ਰਿਹਾ ਆ, ਕਿਹੜੇ ਪਾਸੇ ਤੁਰ ਪਏ ਤੁਸੀਂ। ਦਸਾਏ ਰਾਹ ਦਾ ਮਤਲਬ ਵੀ ਰਾਹ ਪੁੱਛ ਰਿਹਾ ਵੀ ਕਿਹੜਾ ਪਾਸਾ ਹੈਗਾ ਇਹ। ਉੜਿਆ ਹੰਸ ਦਸਾਏ ਰਾਹ, ਆਇਆ ਗਿਆ ਮੂਇਆ ਨਾਉ। ਦੁਨੀਆ 'ਚ ਕੀ ਹੋਇਆ, ਕਹਿੰਦੇ ਆਇਆ ਸੀ ਕੋਈ ਭਾਈ ਮਰ ਗਿਆ, ਉਹਦਾ ਨਾਮ ਹੀ ਨਹੀਂ ਹੈ, ਕੋਈ ਯਾਦ ਹੀ ਨਹੀਂ ਕਰ ਰਿਹਾ ਉਹਨੂੰ। ਉਹ ਸੋਚਦਾ ਸੀ ਮੇਰੇ ਬਗੈਰ ਤਾਂ ਆਹ ਗ੍ਰਸਤੀ ਆ ਘਰ ਮੇਰੇ ਬਗੈਰ ਚੱਲਣਾ ਹੀ ਨਹੀਂ ਹੈਗਾ। ਉਹ ਸਾਰਾ ਕੁਛ ਉਸ ਤੋਂ ਵਧੀਆ ਚੱਲ ਰਿਹਾ ਆ, ਬੱਚੇ ਵੀ ਖੁਸ਼ ਆ, ਬਾਕੀ ਸਾਰਾ ਜਿਹੜਾ ਖੇਡ ਚੱਲੀ ਜਾ ਰਹੀ ਹੈ, ਸੰਸਾਰ ਚੱਲੀ ਜਾ ਰਿਹਾ ਆ। ਅਤੇ ਉਹ ਬੰਦਾ ਆਇਆ ਗਿਆ ਹੋ ਗਿਆ, ਖਤਮ। ਕੀ ਤਾਂ ਆਪਾਂ ਨੂੰ ਕਿਹੜਾ ਯਾਦ ਆ ਭਾਈ ਕੌਣ ਕੀ ਸੀਗਾ, ਕੌਣ ਕੀ ਸੀ। ਦੁਨੀਆ ਦੇ ਚੰਗੇ ਚੰਗੇ ਨਾਡੂ ਖਾਂ ਸਿਕੰਦਰ ਸਾਰਿਆਂ ਨੂੰ ਭੁੱਲ ਗਈ, ਦੁਨੀਆ ਭੁੱਲ ਜਾਂਦੀ ਹੈ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਉ। ਹਾਂ ਬਸ ਦੁਨੀਆ ਦੀ ਵਾਰੀ ਲੋਕ ਚਾਰ ਵਾਸਤੇ ਜਿਹੜੇ ਹੈਗੇ ਉਹ ਜਿਹੜੇ ਬੱਚੇ ਜਿਹੜੇ ਹੁੰਦੇ ਆ ਪਿੱਛੇ ਜਿਹੜੇ ਹੈਗੇ ਪਿਓ ਦੇ ਨਾਂ 'ਤੇ ਸ਼ਰਾਧ ਕਰ ਦਿੰਦੇ ਆ, ਪਿਓ ਦੇ ਨਾਂ 'ਤੇ ਇਕੱਠ ਕਰ ਦਿੰਦੇ ਆ, ਪਿਓ ਦੇ ਨਾਂ 'ਤੇ ਜਿਹੜਾ ਹੈਗਾ ਉਹ ਵੀ ਜਿਹੜਾ ਖਾਣ ਪੀਣ ਦਾ ਜਿਹੜਾ ਹੈਗਾ ਉਹ ਸੌਦਾ ਹੀ ਹੁੰਦਾ ਹੈ ਸਾਰਾ। ਅਤੇ ਪਿੱਛੇ ਪੱਤਲ ਸੱਦਿਓ ਕਾਂ ਜਿਹੜੇ ਹੈਗੇ ਉਹ ਕਾਂ ਕੂੰ ਖਾ ਜਾਂਦੇ ਆ ਭਾਈ, ਰੱਖ ਦਿੰਦੇ ਪਿਓ ਦੇ ਨਾਂ 'ਤੇ, ਕੱਢ ਕੇ ਛੱਤ 'ਤੇ ਰੱਖਤਾ, ਇੱਧਰ ਰੱਖਤਾ ਉੱਧਰ ਰੱਖਤਾ। ਨਾਨਕ ਮਨਮੁਖ ਅੰਧ ਪਿਆਰ, ਕਹਿੰਦੇ ਆ ਮਨਮੁਖ ਭਾਈ ਅਤੇ ਮਨਮੁਖ ਆ ਹਨੇਰਾ। ਇਹਦੇ ਨਾਲ ਜਿਹੜਾ ਹੈਗਾ ਇਹ ਹੈਗਾ ਮਾਇਆ, ਇਹ ਹੈਗੀ ਛਲ, ਇਹ ਹੈਗਾ ਕਪਟ, ਇਹ ਹੈਗਾ ਧੋਖਾ। ਇਹਦੇ ਨਾਲ ਪਿਆਰ ਮਨਮੁਖ ਸਿਸਟਮ, ਮਨਮੁਖ ਸਿਸਟਮ ਹੈਗਾ ਪੂਰਾ ਦਾ ਪੂਰਾ। ਬਾਜ ਗੁਰੂ ਡੁੱਬਾ ਸੰਸਾਰ। ਲਓ ਪਹਿਲਾਂ ਗੁਰੂ ਦੀ ਗੱਲ ਕੀਤੀ ਸੀਗੀ, ਛੋਟਾ ਜਿਹਾ ਸ਼ਲੋਕ। ਹੁਣ ਕਹਿੰਦੇ ਉਸ ਗੁਰੂ ਤੋਂ ਬਗੈਰ, ਗਿਆਨ ਤੋਂ ਬਗੈਰ ਸੰਸਾਰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਡੁੱਬ ਜਾਂਦਾ ਹੈ ਭਾਈ। ਮਨੁੱਖੀ ਜੂਨ ਇਸ ਤਰ੍ਹਾਂ ਆਪਾਂ ਗਵਾ ਦਿੰਦੇ ਹਾਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ, ਉਹ ਬਿਲਕੁਲ ਸਹੀ ਕਹਿ ਰਹੇ। ਉਹ ਕਹਿ ਰਹੇ ਨੇ ਕਿ ਜੇਕਰ ਉਹ ਮਿਲੇ ਹੀ ਨਹੀਂ, ਕੋਈ ਸਹਿਜ ਅਵਸਥਾ ਨਾ ਮਿਲੀ, ਕੋਈ ਨਿਰਵਿਚਾਰ ਸਮਾਧੀ ਨਾ ਮਿਲੀ,
ਫਿਰ ਤੇ ਕੀ ਮਿਲਿਆ? ਨਾ ਮਾਇਆ ਮਿਲੀ ਨਾ ਰਾਮ, ਬਿਲਕੁਲ। ਦੋਵੇਂ ਨਿਕਲ। ਹੂੰ। ਮਾਇਆ ਤੁਹਾਡੇ ਤੋਂ ਖੋਹ ਲੈਣੀ ਅਗਲਿਆਂ ਨੇ, ਤੁਹਾਨੂੰ ਘਰੋਂ ਬਾਹਰ ਕੱਢ ਦੇਣਾ ਅਗਲਿਆਂ ਨੇ। ਇੱਥੇ ਇੱਕ ਬਾਬਾ ਹੈਗਾ ਮੇਰੇ ਲਾਗੇ, ਉਹ ਮਗਲੀ ਗਲੀ 'ਚ 35,000 ਤਨਖਾਹ, ਬੜੇ ਚਾਵਾਂ ਨਾਲ ਘਰ ਬਣਾਇਆ, 3 ਮੁੰਡੇ ਮੇਰੇ ਹਿਸਾਬ ਨਾਲ ਬੜੇ ਭੰਗੜੇ ਪਾਏ ਜਾਣੇ ਆ, ਜਦੋਂ ਮੁੰਡੇ ਜੰਮੇ ਨੇ। ਉਹਨਾਂ ਨੂੰ ਕੋਠੇ ਤੇ ਰੱਖਿਆ, ਉਹਨੂੰ ਉਦਣ ਹੀ ਉਤਾਰਦੇ ਆ ਜਿੱਦਣ ਸਾਈਨ ਕਰਾਉਣੇ ਹੁੰਦੇ ਆ, ਤੇ ਉਹ ਪੈਨਸ਼ਨ ਜਦੋਂ ਲਿਆਉਂਦੇ ਆ। ਮਾਤਾ ਮੇਰੀ ਕਹਿੰਦੀ ਆ ਕਿ ਉਹ ਛੱਡ ਕੇ ਤੇ ਉਹਨੂੰ ਆਸ਼ਰਮ 'ਚ ਚੱਲ ਜਾਣਾ ਚਾਹੀਦਾ। ਮੈਂ ਕਿਹਾ ਮਾਤਾ ਉਹਨੂੰ ਮੋਹ ਆ, ਜਾਣ ਤੇ ਜਾ ਸਕਦਾ ਹੈ ਪਰ ਉਹਨੂੰ ਮੋਹ ਹੈਗਾ ਇੱਥੇ। ਉਹ ਕਹਿੰਦਾ ਮੇਰਾ ਘਰ ਆ। ਉਹ ਕਹਿੰਦੀ ਉੱਥੇ 10,000 ਚ ਤੇ ਆਸ਼ਰਮ ਬੜਾ ਵਧੀਆ ਮਿਲ ਜਾਂਦਾ। ਚਰਨਜੀਤ ਤੂੰ ਮੈਨੂੰ ਸਵੇਰੇ ਸਕੀਮਾਂ ਦੇਣ ਦੀ। ਮੈਂ ਕਿਹਾ ਮਾਤਾ ਤੇਰਾ ਆਈਡੀਆ ਤੇ ਬੜਾ ਵਧੀਆ ਹੀ। ਕਿੰਨੇ ਸੋਚੀ ਉਹ ਬੰਦਾ ਉੱਥੇ ਬੈਠਾ ਕਿਉਂ? ਡਾਂਗਾ ਵੀ ਪੈਂਦੀਆਂ, ਕੁੱਟਦੇ ਵੀ ਹਨ, ਉਹ ਮੋਹ ਨੂੰ ਛੱਡਦਾ ਨਹੀਂ। ਸੋ ਏਦਾਂ ਦਾ ਓਦਾਂ ਹੀ ਉਹਦਾ ਜ਼ਿੰਦਗੀ ਲੰਘ ਜਾਣੀ। ਉਹ ਬਾਣੀ ਕੱਲ ਵੀ ਕਹਿੰਦੀ ਸੀ ਕਿ ਜੇ ਤੇਰੀ ਜ਼ਿੰਦਗੀ ਚ ਔਗਣ ਨਹੀਂ ਨਾ ਖਤਮ ਹੋਏ ਤੇ ਫਿਰ ਧੋਖਾ ਕਿਉਂ ਦੇ ਰਿਹਾ ਆਪਣੇ ਆਪ ਨੂੰ? ਹੁਣ ਅੱਜ ਕਬੀਰ ਦਾ ਫੋਨ ਆਇਆ ਸੀ, ਕਹਿੰਦੇ ਕਿ ਮੈਂ ਮਤਲਬ ਕਾਫੀ ਟਾਈਮ ਤੋਂ ਕਥਾ ਕਰ ਰਿਹਾ। ਤੇ ਮੈਂ ਕਿਹਾ ਫਿਰ, ਕਹਿੰਦੇ ਕਿੱਦਾਂ ਪਤਾ ਲੱਗੂ ਕਿ ਬੰਦਾ ਪਹੁੰਚ ਗਿਆ? ਮੈਂ ਇਹ ਕਿਹੜਾ ਔਖਾ ਕੰਮ ਹੈ, ਤੁਹਾਨੂੰ 1 ਮਿੰਟ ਚ ਮੈਂ ਦੱਸ ਦਿੰਦਾ। ਮੈਂ ਤਾਂ ਬਾਣੀ ਚ ਪੈਰਾਮੀਟਰ ਹੈਗਾ। ਕਹਿੰਦੇ ਕੀ ਹੈ? ਮੈਂ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੀ ਛੁਟਕਾਰਾ ਹੋ ਗਿਆ ਤੇ ਫਿਰ ਤੁਸੀਂ ਮੁਕਤ ਜੋ। ਫਿਰ ਔਖਾ ਕੰਮ ਹੈ ਉਹ ਤੇ ਕਹਿਣਾ। ਫਿਰ ਇੱਧਰ ਉਧਰ ਦੇਖਣ ਲੱਗ ਪਿਆ ਹੋਣਾ। ਹਾਂ, ਉਹਨੂੰ ਟੈਨਸ਼ਨ ਵੱਧ ਗਈ ਵਿਚਾਰੇ ਦੀ। ਫਿਰ ਉਹ ਕਹਿੰਦੇ ਕਿ ਮੈਂ ਇਹੋ ਹੀ ਪੈਰਾਮੀਟਰ ਹੈ, ਇਹ ਤੋਂ ਥੱਲੇ ਦੀ ਗੱਲ ਨਹੀਂ ਬਣਨੀ। ਇਹ 5 ਤੱਤ ਹੈਗੇ, 5 ਤੱਤਾਂ ਚੋਂ ਜਿਹੜਾ ਵੀ ਤੱਤ। ਮੈਂ ਕਿਹਾ ਫਿਰ ਕਹਿੰਦੇ ਕਿ ਕਿੱਦਾਂ ਪਤਾ ਲੱਗੂਗਾ ਕਿ ਆਪਾਂ ਤੋਂ ਛੁੱਟ ਗਿਆ? ਤੇ ਪਾਵਰਫੁਲ ਕਿਹੜੇ? ਮੈਂ ਇੱਕ ਤੇ ਕਾਮ ਆ, ਦੂਜਾ ਕਰੋਧ ਹੈ। ਮੈਂ ਬੜੀ ਦੂਰ ਤੱਕ ਆਉਂਦੇ ਆ। ਤੇ ਕਹਿੰਦੇ ਕਿੱਦਾਂ ਦੂਰ ਤੱਕ ਆਉਂਦੇ ਆ? ਮੈਂ ਕਿਹਾ ਤੁਸੀਂ 2-2.5 ਸਾਲ ਭਗਤੀ ਕਰਦੇ ਵੀ ਰਹੇ, ਤੁਹਾਡੇ ਤਾਂ ਵੀ ਨਾ ਪਿੱਛਾ ਕਰੀ ਜਾਣਾ। ਪ੍ਰਕਿਰਤੀ ਥੋੜੀ ਚਾਹੁੰਦੀ ਕਿ ਤੂੰ ਨਿਕਲ ਜਾਏ ਇੱਥੋਂ। ਬਿਲਕੁਲ ਬਿਲਕੁਲ। ਕਿਉਂਕਿ ਪਰਮਾਤਮਾ ਤੱਕ ਪਹੁੰਚਣਾ ਹੈ ਔਰ ਉਹਦੇ ਵਿੱਚ ਪ੍ਰਕਿਰਤੀ ਨੇ ਆਪਣਾ ਮਾਇਆ ਜਾਲ ਵਿਛਾਇਆ ਹੈ। ਤੇ ਕਹਿੰਦੇ ਕਿੱਥੇ ਚੱਕਰ ਹੈ? ਮੈਂ ਥੱਲੋਂ ਮੂral ਧਾਰ ਤੋਂ ਤੁਸੀਂ ਤੁਰਨਾ ਹੈ, ਉੱਪਰ ਸਾਹਸ ਵਾਲਾ ਚੱਕਰ ਤੱਕ ਪਹੁੰਚਣਾ ਹੈ। ਮੈਂ ਬਾਣੀ 'ਚ ਵੀ ਲਿਖਿਆ ਹੋਊਗਾ ਕਿ ਪਤਾ ਨਹੀਂ ਕਿੰਨੇ ਹੈਗੇ ਨੇ, ਪਤਾ ਨਹੀਂ ਕਿਹੜੇ ਚੱਕਰ ਹੈ ਆਪਣੇ ਕੋਈ ਲਿਖਿਆ ਕਿ ਤੁਕ ਲਿਖੀ। ਮੈਂ ਇਹੋ ਹੀ ਆ। ਤੇ ਜੇ ਤੁਸੀਂ ਸੋਚਦੇ ਜੇ ਕਿਸੇ ਧਾਰਮਿਕ ਸਥਾਨ ਤੇ ਗਏ ਆ, ਪਾਠ ਕਰ ਲਿਆ ਤੇ ਮੈਂ ਫਲਾਣਾ ਢਿਮਕਾ ਤੇ ਦਾਨ ਵੀ ਕਰਦਾ ਪਿਆ, ਪੁੰਨ ਵੀ ਕਰਦਾ, ਤੇ ਫਿਰ ਤੇ ਮੈਂ ਬੜਾ ਧਰਮ ਸਸਤਾ ਹੈ। ਫਿਰ ਉਹ ਇੱਕ ਅਲੱਗ ਚੀਜ਼ ਹੈ। ਬਾਣੀ ਕਹਿੰਦੀ ਆ ਕਿ ਜਦ ਤੱਕ ਤੇਰੇ ਅੰਦਰ ਸ਼ੁੱਧਤਾ ਨਹੀਂ ਆਉਂਦੀ ਤੇ ਸਮਝ ਲਾ ਕਿ ਹਜੇ ਤੂੰ ਪ੍ਰੋਸੈਸ 'ਚ ਹੀ ਆ, ਅਜੇ ਪਹੁੰਚਿਆ ਨਹੀਂ ਆ। ਕਿਉਂਕਿ ਅਨਮਨੀ ਜਦੋਂ ਅਵਸਥਾ ਪ੍ਰਾਪਤ ਹੋ ਜਾਣੀ ਆ, ਫਿਰ ਕਬੀਰ ਸਾਹਿਬ ਵਾਂਗੂ ਤੂੰ ਕਲੇਮ ਕਰਨਾ ਹੈ, ਰਾਮ ਕਬੀਰਾ ਏਕ ਭਏ ਕੋਈ ਨਾ ਸਕੇ ਪਛਾਣ। ਇਹ ਕਲੇਮ ਮੈਂ ਉਦੋਂ ਕਰਨ ਦੀ ਲੋੜ ਨਹੀਂ ਪੈਣੀ, ਆਟੋਮੈਟਿਕਲੀ ਹੀ ਸਭ ਕੁਝ ਹੋ ਜਾਣਾ ਵਾ। ਬ੍ਰਹਮ ਅੰਦਰ ਤੇ ਬਾਹਰ। ਕਿਉਂਕਿ ਜਦ ਤੱਕ ਮੈਂ ਹੈਗਾ ਵਾਂ ਉਹਨਾਂ ਚਿਰ ਤੱਕ ਬ੍ਰਹਮ ਨਹੀਂ ਜੋ ਪ੍ਰਗਟ ਹੋਣਾ। ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਬਾਣੀ 'ਚ ਲਿਖਿਆ ਹੈ, ਕਨਫਿਊਜ਼ਨ ਨਹੀਂ। ਗ੍ਰੇਟ, ਵੈਰੀ ਸਿੰਪਲ ਤੇ ਕਲੀਅਰ ਗੱਲਾਂ। ਉਹ ਕਹਿੰਦੇ ਜਦੋਂ ਤੇਰੇ ਅੰਦਰ ਚੇਤਨਾ ਪ੍ਰਗਟ ਹੋ ਗਈ ਤੇ ਹਨੇਰਾ ਦੂਰ ਹੋ ਜਾਏਗਾ ਤੇ ਰਾਮ ਤੇ ਕਬੀਰ ਇੱਕ ਹੋ ਜਾਣਗੇ। ਫਿਰ ਜਿੱਦਾਂ ਤੂੰ ਜੀਵਨ ਚਲਾਏਗਾ, ਤੂੰ ਜਿੱਦਾਂ ਤੂੰ ਚੱਲੇਗਾ, ਜਿੱਦਾਂ ਤੂੰ ਖਾਏਗਾ, ਸਾਰਾ ਕੁਝ ਭਗਤੀ। ਕੋਈ ਵੱਖਰੀ ਭਗਤੀ ਕਰਨ ਵਾਸਤੇ ਬਹਿਣ ਦੀ ਲੋੜ ਨਹੀਂ। ਤੇਰਾ ਜੀਵਨ ਹੀ ਭਗਤੀ ਬਣ ਜਾਣਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਹੱਲ ਨਹੀਂ ਚਲਾਉਂਦੇ। ਨਿੱਜਰ ਸਾਹਿਬ ਦੇਖਿਆ ਨਾ, ਉਹ ਕਹਿੰਦੇ ਕਰਤਾਰਪੁਰ ਉਹਨਾਂ ਨੇ ਖੇਤੀ ਕੀਤੀ, ਉਹਨਾਂ ਦੀ ਖੇਤੀ ਹੀ ਭਗਤੀ ਹੋ ਗਈ ਆ। ਕਬੀਰ ਜੀ ਜਦੋਂ ਉਹ ਰੂੰ ਕੱਟਦੇ ਆ, ਉਹ ਜਦੋਂ ਉਹ ਬਣਾਉਂਦੇ ਨੇ ਆਪਣੇ ਜੁਲਾਹੇ ਦਾ ਕੰਮ ਕਰਦੇ, ਉਹਨਾਂ ਦਾ ਜੀਵਨ ਭਗਤੀ ਆ। ਰਵਿਦਾਸ ਜੀ ਵੇਖੋ, ਉਹ ਉਹਨਾਂ ਦਾ ਕੰਮ ਹੀ ਆ ਉੱਥੇ ਉਹ ਜਿਹੜੀਆਂ ਜੁੱਤੀਆਂ ਬਣਾਉਂਦੇ ਨੇ, ਉਹ ਜੁੱਤੀਆਂ ਦਾ ਬਣਾਉਣਾ ਹੀ ਮਨ ਦੀ ਇਕਾਗਰਤਾ, ਇੰਨੀ ਸਫਾਈ ਦੇ ਨਾਲ ਕੰਮ ਹੋ ਰਿਹਾ। ਉਹਨਾਂ ਦੀ ਸੁਰਤੀ ਜਿਹੜੀ ਹੈ ਉਸ ਕੰਮ ਚੋਂ ਬਾਹਰ ਨਹੀਂ ਆਉਂਦੀ। ਵਰਤਮਾਨ ਕਾਲ ਰੂਪੀ ਧਾਰਾ 'ਚ ਆ ਕੇ ਟਿਕ ਗਈ। ਹੁਣ ਅੱਗੇ ਪਿੱਛੇ ਨਹੀਂ ਜਾਂਦੀ। ਔਗਣ ਉਦੋਂ ਪ੍ਰਗਟ ਹੁੰਦੇ ਆ ਜਦੋਂ ਅਸੀਂ ਅੱਗੇ ਪਿੱਛੇ ਹੁੰਦੇ ਆ। ਨਿੱਜਰ ਸਾਹਿਬ
ਤੁਹਾਨੂੰ ਗੁੱਸਾ ਉਦੋਂ ਆਉਂਦਾ ਹੈ ਜਦੋਂ ਤੁਸੀਂ ਬੇਹੋਸ਼ ਹੋ ਜਾਂਦੇ ਹੋ, ਜਦੋਂ ਤੁਸੀਂ ਚੇਤਨਾ ਤੋਂ ਅਲੱਗ ਹੋ ਜਾਂਦੇ ਹੋ। ਕਿਉਂਕਿ ਵਰਤਮਾਨ ਕਾਲ 'ਚ ਤੇ ਗੁੱਸਾ ਆਉਣ ਦਾ ਕੋਈ ਕਾਰਨ ਨਹੀਂ ਹੈ, ਉਹ ਤੇ ਕਿ ਤੁਰੇ ਜਾ ਰਿਹਾ, ਤੁਸੀਂ ਉਹਦੇ ਨਾਲ ਚੱਲੋ। ਜਦੋਂ ਆਪਾਂ ਗੁੱਸਾ ਆਪਣੇ ਨੂੰ ਆਉਂਦਾ ਹੈ ਜਾਂ ਕੋਈ ਚੀਜ਼ ਮਾੜੀ ਪ੍ਰਗਟ ਹੁੰਦੀ ਹੈ, ਇਹਦਾ ਮਤਲਬ ਕਿ ਆਪਾਂ ਵਰਤਮਾਨ ਧਾਰਾ ਤੋਂ ਟੁੱਟ ਕੇ ਆਪਾਂ ਵਿਚਾਰਾਂ 'ਚ ਆ ਗਏ ਹਾਂ। ਵਿਚਾਰਾਂ ਦੇ ਵਿੱਚ ਹਿਸਟਰੀ, ਪਾਸਟ, ਬੀਤਿਆ ਹੋਇਆ ਜੀਵਨ ਹੈ, ਉੱਥੋਂ ਕੱਢ ਕੇ ਲਿਆਉਂਦੇ ਸਮਾਨ। ਉਹ ਸਮਾਨ ਸਾਡੇ ਅੰਦਰ ਜਿਹੜੇ ਇਮੋਸ਼ਨ ਆ ਉਹਨੂੰ ਚਾਰਜ ਕਰਦੇ। ਉਦਾਂ ਨਹੀਂ, ਉਹ ਇਮੋਸ਼ਨ ਚਾਰਜ ਹੋ ਹੀ ਨਹੀਂ ਸਕਦਾ। ਤੁਹਾਨੂੰ ਪਤਾ ਤੁਹਾਡੀ ਗੱਡੀ ਉਦੋਂ ਸਟਾਰਟ ਹੁੰਦੀ ਹੈ ਨਿੱਜਰ ਸਾਹਿਬ ਜਦੋਂ ਤੁਹਾਡੀ ਬੈਟਰੀ ਚਾਰਜ ਹੁੰਦੀ ਆ, ਅਦਰਵਾਈਜ਼ ਤੁਸੀਂ ਗੱਡੀ ਸਟਾਰਟ ਨਹੀਂ ਕਰ ਸਕਦੇ। ਬਿਲਕੁਲ, ਭਾਈ ਜਿੰਨੀਆਂ ਮਰਜ਼ੀ ਸੈਲਫਾਂ ਮਾਰੋ, ਸਰਟਨ ਲੈਵਲ ਦੀ ਉਹਦੇ ਅੰਦਰ ਪਾਵਰ ਚਾਹੀਦੀ ਆ, ਫਿਰ ਇੰਜਨ ਸਟਾਰਟ ਹੁੰਦਾ। ਤੇ ਉਹ ਜਿਹੜੀ ਬੈਟਰੀ ਚਾਰਜ ਆ, ਉਹ ਚਾਰਜ ਕਰੋਗੇ ਤਾਂ ਹੀ ਇੰਜਨ ਸਟਾਰਟ ਹੋਣਾ ਹੈ। ਜਦੋਂ ਤੁਸੀਂ ਉਹਦੇ ਉੱਪਰ ਬਾਰ-ਬਾਰ ਵਿਚਾਰ ਮਾਰੇ ਬੈਟਰੀ ਤੇ, ਫਿਰ ਬੈਟਰੀ ਚਾਰਜ ਹੋਣੀ ਹੈ। ਫਿਰ ਜਦੋਂ ਤੁਸੀਂ ਸੈਲਫ ਮਾਰੀ ਤੇ ਬਸ ਉਹ ਚੀਜ਼ ਪ੍ਰਗਟ ਹੋ ਗਈ, ਹੁਣ ਇੰਜਨ ਸਟਾਰਟ। ਹੁਣ ਬੈਟਰੀ ਦਾ ਕੋਈ ਕੰਮ ਹੀ ਨਹੀਂ। ਹੁਣ ਜੋ ਤੁਸੀਂ ਉਹਨੂੰ ਚੜਾਤਾ ਸੀ, ਜਿਹੜਾ ਬੈਟਰੀ 'ਚ ਜੋ ਮਾਲ ਮੱਤਾ ਚਾੜਤਾ, ਅਪਲੋਡ ਕਰਤਾ, ਹੁਣ ਉਸ ਇੰਜਨ ਨੇ ਉਹੀ ਕੰਮ ਕਰਨਾ। ਜਿਹੜਾ ਗੇਅਰ ਪਾਇਆ ਸੀ ਨਾ, ਗੱਡੀ ਉਹਨੂੰ ਜਾਣੀ ਜਾਣੇ ਜੈਸਾ, ਭਾਵੇਂ ਅਗਲਾ ਪਾਇਆ ਜਾਂ ਪਿਛਲਾ ਪਿਆ ਹੈ। ਇਹੋ ਹੀ ਹੈ ਸਿਸਟਮ। ਪਰ ਗੇਅਰ ਦੇਖੋ ਪਤਾ ਕੀ ਹੁੰਦਾ ਵਾ, ਗੁੱਡੀ ਜਿਹੜੀ ਹੁੰਦੀ ਨਿੱਜਰ ਸਾਹਿਬ, ਗੁੱਡੀ ਮਤਲਬ ਇਹੋ ਹੀ ਆ ਕਿ ਗੁੱਡੀ ਨਹੀਂ, ਗੱਡੀ ਉਦੋਂ ਚੱਲੂਗੀ ਜਦੋਂ ਸੈਲਫ ਵੱਜੂਗੀ, ਤੇ ਸੈਲਫ ਉਦੋਂ ਵੱਜੂਗੀ ਜਦੋਂ ਬੈਟਰੀ ਚਾਰਜ ਆ, ਔਰ ਬੈਟਰੀ ਉਦੋਂ ਚਾਰਜ ਹੋਣੀ ਆ ਜਦੋਂ ਉਹਦੇ ਵਿੱਚ ਵਿਚਾਰ ਪਏ ਹੋਏ। ਫਿਰ ਸੁਰਤੀ ਫਿਰ ਉਹ ਖਿੱਚ ਲੈਂਦੀ, ਗੱਡੀ ਨੂੰ ਸਟਾਰਟ ਕਰਤੀ, ਫਿਰ ਸੁਰਤੀ ਤੁਰੀ ਜਾਂਦੀ ਹੈ, ਫਿਰ ਬੜਾ ਔਖਾ ਨੂੰ ਮੋੜਨਾ। ਇਸੇ ਲਈ ਬਾਣੀ ਕਹਿੰਦੀ ਹੈ ਤੂੰ ਮਾਫ਼ ਕਰ ਦੇ। ਜਦ ਤੱਕ ਤੂੰ ਮਾਫ਼ ਨਹੀਂ ਨਾ ਕਰੇਗਾ, ਉਹ ਗੱਡੀ ਨੇ ਰੁਕਣਾ ਨਹੀਂ ਆ। ਤੈਨੂੰ ਬਾਰ-ਬਾਰ ਉਹ ਤੇ ਚੀਜ਼ਾਂ ਮਿਲਣੀਆਂ ਹੀ, ਉਹ ਬੰਦਾ ਤੈਨੂੰ ਮਿਲਣੇ ਹੀ ਮਿਲਣੇ, ਉਹ ਲੋਕ ਤੈਨੂੰ ਮਿਲਣੇ ਨੇ। ਜਦੋਂ ਤੇਰੇ ਚਿੱਤ 'ਚ ਟਕਰਾਉਣਗੇ, ਜਦੋਂ ਤੂੰ ਇੰਨਾ ਹੀ ਕਹਿ ਦੇਂਗਾ ਕਿ ਮੈਂ ਮਾਫ਼ ਕਰਦਾ। ਕੱਲ ਵੀ ਬਾਣੀ ਕਹਿੰਦੀ ਨਾ, ਖਿਮਾ ਕਰ ਦੇ, ਮਾਫ਼ ਕਰ ਦੇ। ਉਹ ਕਹਿੰਦੇ ਕਿ ਤੂੰ ਮਾਫ਼ ਨਹੀਂ ਕਰਦਾ, ਕਿ ਉਹ ਮਾਫ਼ ਨਹੀਂ ਕਰੇਗਾ ਤੂੰ ਮੁਕਤ ਨਹੀਂ ਹੋ ਸਕਦਾ, ਕਿਉਂਕਿ ਤੇਰਾ ਉੱਥੇ ਫਸਿਆ ਹੋਇਆ ਸਭ ਕੁਝ। ਹਾਂਜੀ ਨਿੱਜਰ ਸਾਹਿਬ, ਆਪ ਕੁਝ ਕਹਿਣਾ ਚਾਹੁੰਦੇ? ਨਹੀਂ ਵੀਰ ਜੀ, ਬਿਲਕੁਲ ਠੀਕ ਹੈ ਵੀਰ ਜੀ, ਬਿਲਕੁਲ ਸਹੀ ਹੈਗਾ। ਇਹ ਜਿਹੜੇ ਮਹਾਰਾਜ ਨੇ ਜਿਹੜਾ ਹੈਗਾ ਆਪਣਾ ਜੀਵਨ ਦੱਸ ਦਿੱਤਾ ਹੈ ਭਾਈ, ਤੇ ਜੇ ਐਸੇ ਤਰੀਕੇ ਦੇ ਨਾਲ ਆਪਾਂ ਵਿਚਾਰ ਲੈਂਦੇ ਚਲੇ ਗਏ ਤੇ ਨਹੀਂ ਆਪਾਂ ਨੇ ਆਪਣੇ ਮਨ ਨੂੰ ਦੇਖਿਆ, ਤੇ ਇਹ ਹੱਥ 'ਚੋਂ ਖਸਕੀ ਜਾਏਗਾ ਭਾਈ। ਪਤਾ ਨਹੀਂ ਕਿੰਨਾ ਕੁ ਖਸ ਗਿਆ ਹਰੇਕ ਦਾ, ਦੇਖ ਲਓ, ਵਾਪਸ ਮੁੜ ਕੇ ਨਹੀਂ ਆਉਣਾ, ਸਵਾਸ ਇੱਕ ਵੀ ਵੱਧ ਮਿਲਣਾ ਨਹੀਂ ਹੈ, ਤੇ ਗੇਮ ਉਹੀ ਰਹਿਣੀ ਹੈ ਭਾਈ, ਐਗਜ਼ਾਮ ਉਹੀ ਰਹਿਣਾ ਹੈ, ਪਰ ਇਹ ਹੈ ਵੀ ਟਾਈਮ ਸ਼ਾਰਟ ਹੋ ਜਾਣਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਿਕੰਦਰ ਫਿਰ ਲਾਸਟ ਤੇ ਉਹਨੇ ਆਪਣੇ ਜਿਹੜੇ ਹਕੀਮਾਂ ਨੂੰ ਸੱਦਿਆ ਕਿ ਮੈਨੂੰ ਕੁਝ ਸਮੇਂ ਲਈ ਹੋਰ ਜਿੰਦਾ ਰੱਖੋ, ਤੇ ਉਹਨਾਂ ਕਿਹਾ ਨਹੀਂ ਰਾਜਨ, ਨਹੀਂ, ਹੁਣ ਤੇਰੇ ਕੋਲ ਇੰਨਾ ਟਾਈਮ ਹੈਗਾ, ਖਤਮ ਹੋ ਚੁੱਕੀ ਹੈ ਗੇਮ। ਉਹ ਕਹਿੰਦਾ ਮੇਰਾ ਪੈਸਾ ਲੈ ਲਓ। ਉਹ ਕਹਿੰਦੇ ਪੈਸੇ ਇਹਦੇ ਨਾਲ ਵੀ ਨਹੀਂ ਮਿਲਣਾ ਤੈਨੂੰ। ਇਹੋ ਹਿਸਾਬ ਸਾਡਾ ਹੈ। ਉਹ ਸਾਡੇ ਅੰਦਰ ਜਿਹੜਾ ਸਿਕੰਦਰ ਬੈਠਾ ਹੈ ਨਾ, ਇੱਕ ਦਿਨ ਉਹਨੇ ਕਹਿਣਾ ਹੈ ਇਹ ਜੋ ਮੈਂ ਇਕੱਠਾ ਕਰ ਲਿਆ ਲੈ ਲਓ, ਮੈਨੂੰ 6 ਮਹੀਨੇ ਸਾਲ ਹੋਰ ਦੇ ਦਿਓ, ਮੈਂ ਭਗਤੀ ਕਰ ਲਾਂ, ਪਰ ਉਹ ਤੋਂ ਨਹੀਂ ਮਿਲਣਾ। ਹੋਣੇਗਾ ਪਛਤਾਵਾ ਜ਼ਰੂਰ ਲੱਗਦਾ ਹੈ ਜਦੋਂ ਬੰਦਾ ਗੇਮ ਹਾਰ ਕੇ ਜਾਂਦਾ ਨਾ ਨਿੱਜਰ ਸਾਹਿਬ। ਫਿਰ ਜੂਆ ਜਦੋਂ ਖੇਡਦਾ ਹੈ ਨਾ, ਤੇ ਫਿਰ ਉਹ ਪਤਾ ਕੀ ਕਹਿੰਦਾ ਹੈ, ਯਾਰ ਮੈਂ ਨਾ ਹਾਰ ਤੇ ਗਿਆ ਵਾਂ, ਜੇ ਮੈਂ ਨਾ ਆਖਰੀ ਦਾ ਨਾ ਲਾਉਂਦਾ ਤੇ ਮੈਂ ਘਰੇ 10 ਕਿਲੋ ਆਟਾ ਲੈ ਕੇ ਜਾ ਸਕਦਾ ਸੀ। ਨਿੱਜਰ ਸਾਹਿਬ ਸੋਚਦਾ ਨਾ ਬੰਦਾ, ਬਿਲਕੁਲ ਸੋਚਦਾ, ਬਿਲਕੁਲ ਸੋਚਦਾ। ਪਰ ਉਦੋਂ ਹੁੰਦਾ, ਉਹਦੇ ਮਨ 'ਚ ਹੁੰਦਾ ਹੀ ਆ, ਪਰ ਉਦੋਂ ਧਿਆਨ ਹੀ ਨਹੀਂ ਦਿੰਦਾ, ਉਦੋਂ ਸੋਚਦਾ ਹੀ ਨਹੀਂ। ਕਿ ਉਹ ਸੋਚਦਾ ਉਹ ਲਾਲਚ 'ਚ ਆ ਜਾਂਦਾ, ਫਿਰ ਉਹ ਸੋਚਦਾ ਯਾਰ ਹੁਣ ਤੇ ਆ ਮੈਂ ਏਡੀ ਵੱਡੀ ਗਲਤੀ ਕਰ ਲਈ ਹੈ, ਚਲੋ ਦੂਜਾ ਹਾਰ ਗਿਆ, ਕਮ ਸੇ ਕਮ ਆ ਨਾ ਮੈਂ ਹਾਰਦਾ। ਇਹੋ ਹਿਸਾਬ ਇਨਸਾਨ ਦੀ ਆ। ਇਨਸਾਨ ਸਾਰਾ ਜੂਆ ਹਾਰ ਜਾਂਦਾ, ਬਿਲਕੁਲ ਸਾਰਾ ਮਿੱਟੀ ਕਰਕੇ ਜਾਂਦਾ ਹੈ। ਹਾਂਜੀ ਨਿੱਜਰ ਸਾਹਿਬ, ਅੱਗੇ ਫਿਰ ਮਹਾਰਾਜ ਜਿਹੜੇ ਸੇਮ ਗੱਲ ਫਿਰ ਸਮਝਾ ਰਹੇ ਆ, ਇਹੀ ਪਾਤਸ਼ਾਹੀ, ਪਹਿਲੀ ਪਾਤਸ਼ਾਹੀ ਫਿਰ ਦੁਬਾਰਾ ਜਿਹੜਾ ਹੈਗਾ ਆਪਣਾ ਜੀਵਨ ਕਿਸ ਤਰ੍ਹਾਂ ਖਿਸਕਦਾ ਹੈ ਉਹਦੇ ਬਾਰੇ ਜਾਣਕਾਰੀ ਦੇ ਰਹੇ। ਮਹੱਲਾ ਪਹਿਲਾ, 10 ਬਾਲਤਣ, ਕਹਿੰਦੇ 10 ਸਾਲ ਜਿਹੜੇ ਹੈਗੇ ਉਹ ਬਚਪਨ 'ਚ ਹੀ ਗੁਜ਼ਰ ਜਾਂਦੇ ਆ। 20 ਰਵਣ, 20 ਦਾ ਜਿਹੜਾ ਹੈਗਾ ਰਵਣ ਜੋ ਯੋਗ ਹੋ ਜਾਂਦਾ ਹੈ, ਜਿਹੜਾ ਰਵਣ ਦਾ ਮਤਲਬ ਹੁੰਦਾ ਜਵਾਨ ਹੋ ਜਾਂਦਾ ਹੈ, ਜਵਾਨੀ ਦੇ ਸੁੱਖ ਭੋਗਣ ਜੋਗਾ ਹੋ ਜਾਂਦਾ ਹੈ 20 ਸਾਲ ਦਾ।
30 का सुंदर कहावै। 30 ਦਾ ਜਿਹੜਾ ਹੈਗਾ ਸੋਹਣਾ ਜਵਾਨ ਗੱਭਰੂ ਹੋ ਜਾਂਦਾ, 30 ਦਾ ਸੁੰਦਰ ਹੁੰਦਾ। 40 ਸੀ ਪੁਰ ਹੋਏ, 40 ਸਾਲ ਦਾ ਕਹਿੰਦੇ ਪੁੱਗ ਗਿਆ ਹੁਣ ਮੇਰਾ ਉੱਪਰ ਸਿਖਰ ਤੇ, ਬਸ ਉਸ ਤੋਂ ਬਾਅਦ ਗ੍ਰਾਫ ਥੱਲੇ ਆਏਗਾ। 40 ਸੀ ਪੁਰ ਹੋਏ, ਪੂਰਾ ਹੋ ਗਿਆ। 85 ਪੱਗ ਖਿੱਸੇ, 50 ਦਾ ਹੋ ਗਿਆ ਤੇ ਪੈਰ ਜਿਹੜਾ ਹੈਗਾ ਤੁਰਦਾ ਕਿੱਧਰ ਨੂੰ ਹੈ, ਮਾੜਾ ਮਾੜਾ ਲੱਗਦਾ ਹੈ ਵੀ ਮੇਰੇ ਅੰਦਰ ਕੋਈ ਨਾ ਕੋਈ ਕਮਜ਼ੋਰੀ ਹੈਗੀ, ਕੋਈ ਨਾ ਕੋਈ ਡਾਕਟਰ ਨੂੰ ਦਿਖਾਈਏ ਵੀ ਮੈਨੂੰ ਜਿਹੜਾ ਹੈਗਾ ਕੀ ਹੋ ਰਿਹਾ ਹੈ। 85 ਪੱਗ ਖਿੱਸੈ, 60 ਕੇ ਬੁढ़ापा ਆਵੇ। 60 ਦਾ ਹੋ ਗਿਆ ਬੁढ़ापा, ਅੰਦਰੋਂ ਆ ਗਿਆ ਭਾਈ ਬੁढ़ेपा। 70 का ਮਤਹੀਣ, ਕਹਿੰਦੇ 70 ਦਾ ਭਾਈ ਜੇ ਨਹੀਂ ਐਕਸਰਸਾਈਜ਼ ਵਗੈਰਾ ਕਰਦਾ, ਜੇ ਨਹੀਂ ਜਿਹੜਾ ਉਸੇ ਤਰੀਕੇ ਦੇ ਨਾਲ ਸੇਮ ਰੂਟੀਨ ਹੈਗਾ ਬੰਦੇ ਦਾ, ਆਪਣੀ ਖੁਰਾਕ ਔਰ ਜਿਹੜਾ ਹੈਗਾ ਆਪਣਾ ਐਕਸਰਸਾਈਜ਼, ਤੇ ਭਾਈ ਮਤਹੀਣ ਹੋ ਜਾਏਗਾ ਉਹਦੇ ਜਿਹੜੇ ਹੈਗੇ ਖੂਨ, ਜਿਹੜਾ ਦਿਮਾਗ ਨੂੰ ਖੂਨ ਜਿਹੜਾ ਜਾ ਰਿਹਾ ਆ ਉਹਦੇ ਵਿੱਚ ਕਮੀ ਆ ਜਾਏਗੀ ਔਰ ਮੱਤ ਜਿਹੜੀ ਹੈਗੀ ਉਹਦੀ ਘਟਣੀ ਸ਼ੁਰੂ ਹੋ ਜਾਏਗੀ। ਔਰ ਵੈਸੇ ਵੀ ਜਿਹੜਾ ਹੈਗਾ ਬੁਢੇਪੇ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਰਿਫਲੈਕਸਿਸ ਜਿਹੜੇ ਹੈਗੇ ਉਹ ਉਹਨੇ ਸਹੀ ਨਹੀਂ ਹੁੰਦੇ। ਬੁੱਧੀ ਜਿਹੜੀ ਹੈਗੀ ਆ ਉਹ ਵੀ ਜਿਹੜੀ ਹੈਗੀ ਆ ਨਹੀਂ ਕੰਮ ਕਰਦੀ। 70 का ਮਤਹੀਣ, 80 का ਵਿਵਹਾਰ ਨਾ ਪਾਵੇ। 80 ਦਾ ਹੋ ਗਿਆ ਤੇ ਭਾਈ ਉਹ ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ, ਕਹਿੰਦੇ ਉਹਨੂੰ ਜਿਹੜਾ ਹੈਗਾ ਉਹ ਕੁਛ ਦਾ ਕੁਛ ਸਮਝਦਾ ਹੈ, ਕੁਛ ਦਾ ਕੁਛ ਕਰਦਾ ਹੈ। 80 का ਵਿਵਹਾਰ ਨਾ ਪਾਵੇ। 90 का ਸਹਿਜਾ ਸਣੀ, 90 ਦਾ ਤਾਂ ਭਾਈ ਫਿਰ ਤਾਂ ਜਿਹੜਾ ਹੈਗਾ ਉਹ ਬੈੱਡ ਦੇ ਹੋਊਗਾ, ਜਿਵੇਂ ਗੋਰਖੀ ਜੀ ਕਹਿ ਰਹੇ ਵੀ ਉੱਪਰ ਜਿਹੜਾ ਹੈਗਾ ਉਹਨੂੰ ਚਵਾਰਾ ਦਿੱਤਾ ਹੋਇਆ, ਫਿਰ ਉਹ ਸੇਜਾ ਦੇ ਉੱਤੇ ਹੀ ਰਹਿੰਦਾ ਹੈ ਭਾਈ। 90 का ਸਹਿਜਾ ਸਣੀ, ਮੂਲ ਨਾ ਜਾਣੇ ਅਪ ਬਲ, ਉਹਦਾ ਆਪਣਾ ਬਲ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਹੁੰਦਾ ਭਾਈ। ਮੂਲ ਨਾ ਜਾਣੇ ਅਪ ਬਲ। ਟੰਡੋਲਮ ਟੂੰਡਮ ਡਿੱਠ ਮੈਂ, ਨਾਨਕ ਜਗ ਤੂਏ ਕਾ ਧਵਲ ਹਰ, ਕਹਿੰਦੇ ਮੈਂ ਚੰਗੀ ਤਰ੍ਹਾਂ ਟੰਡੋਲ ਕੇ ਟੂੰਡ ਕੇ ਚੰਗੀ ਤਰ੍ਹਾਂ ਦੇਖ ਕੇ। ਰੁਪਿੰਦਰ ਜੀ ਮਾਈਕ ਬੰਦ ਕਰ ਦਿਓ। ਇਹ ਕੀ ਚਲਾਤਾ ਤੁਸੀਂ ਟਰੈਕਟਰ? ਟੰਡੋਲਮ ਟੂੰਡਮ ਡਿੱਠ ਮੈਂ, ਨਾਨਕ ਜਗ ਤੂਏ ਕਾ ਧਵਲ ਹਰ। ਪਹਿਲੀ ਪਾਤਸ਼ਾਹੀ ਸਰਟੀਫਾਈ ਕਰ ਰਹੇ ਆ, ਸਟੈਂਪ ਲਗਾ ਕੇ ਕਹਿ ਰਹੇ ਆ ਮੈਂ ਚੰਗੀ ਤਰ੍ਹਾਂ ਘੋਖ ਕੇ ਟੰਡੋਲ ਕੇ ਟੂੰਡ ਕੇ ਦੇਖ ਕੇ ਮੈਂ ਕਹਿ ਰਿਹਾ ਆ ਇਹ ਸੰਸਾਰ ਜਿਹੜਾ ਹੈਗਾ ਇਹ ਸਿਰਫ ਧੂਏ ਦਾ ਪਹਾੜ, ਧੂਏ ਦਾ ਜਿਹੜਾ ਘਰ ਹੈਗਾ ਭਾਈ। ਧੂਏ ਕਾ ਧਵਲ ਹਰ, ਇਹ ਸੋਹਣਾ ਚਿੱਟਾ ਲੱਗਦਾ ਹੈ ਪਰ ਇਹ ਸੰਸਾਰ ਜਿਹੜਾ ਹੈਗਾ ਇਹ ਪਰਮਾਨੈਂਟ ਨਹੀਂ ਹੈਗਾ। ਇੱਥੇ ਆਪਣਾ ਜੀਵਨ ਇੱਕ ਧੂਏ ਦੇ ਪਹਾੜ ਵਾਂਗੂ ਹੈਗਾ ਭਾਈ, ਇੱਕ ਧੂਏ ਦੇ ਪਹਾੜ ਵਾਂਗੂ ਹੈਗਾ। ਇਹ ਧੋਖਾ ਹੈਗਾ। ਇੱਥੇ ਆਪਾਂ ਆਏ ਹਾਂ ਕੁਛ ਪਰਪਸ ਵਾਸਤੇ, ਕੋਈ ਕੰਮ ਵਾਸਤੇ ਆਏ ਹਾਂ। ਇਸ ਸੰਸਾਰ ਦੇ ਵਿੱਚੋਂ ਨਿਕਲਣ ਦੇ ਵਾਸਤੇ ਆਏ ਹਾਂ ਭਾਈ। ਜੇ ਨਹੀਂ ਉਹ ਕੰਮ ਕਰਦੇ ਤੇ ਭਾਈ ਇੱਥੇ ਜਿਹੜਾ ਹੈਗਾ ਆਪਣੀ ਮਨੁੱਖੀ ਜੂਨ ਜਿਹੜੀ ਹੈਗੀ ਇਹ ਸਿਖਰਲੇ ਡੰਡੇ ਤੇ ਆ ਕੇ ਫਿਰ ਆਪਾਂ ਨੂੰ ਫਿਸਲਣ ਆਈ ਔਰ ਪਤਾ ਨਹੀਂ ਕਿਹੋ ਜਿਹਾ ਕਾਰਨਸ਼ੀਲ ਹੈ ਔਰ ਕਿੱਥੇ ਜਾ ਕੇ ਆਪਾਂ ਰੁਕਾਂਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਗੁਰੂ ਨਾਨਕ ਪਾਤਸ਼ਾਹ ਇਹ ਸਮਝਾ ਰਹੇ ਨੇ ਕਿ ਦੇਖੋ ਮੈਂ ਚੰਗੀ ਤਰ੍ਹਾਂ ਟੰਡੋਲ ਲਿਆ, ਖੋਜ ਪੜਤਾਲ ਕਰ ਲਈ ਹੈ, ਕਿਤੇ ਮਨ 'ਚ ਸ਼ੰਕਾ ਨਹੀਂ ਰਹਿਣ ਤੀ। ਉਹ ਸਟੈਂਪ ਵੀ ਮਾਰ ਕੇ ਗਏ ਨੇ ਕਿ ਇਹ ਜਿਹੜਾ ਸੰਸਾਰ ਹੈ ਨਾ, ਦੇਖੋ ਇਹ ਮਾਇਆ ਹੈ। ਇਹ ਅਵਿਦਿਆ ਦੇ ਵਿੱਚ ਤੂੰ ਏਦਾਂ ਨਾ ਹੋਵੇ ਕਿ ਤੂੰ ਇੱਥੇ ਆਪਣਾ ਜੀਵਨ ਨਾ ਸਾਰਾ ਲਾ ਦੀ ਇੱਥੇ। ਦੇਖੋ ਹੁਣ ਕਈ ਦੇਖੋ ਹੁੰਦੇ ਨਾ, ਕਈ ਬੱਚਿਆਂ ਨੂੰ ਪੜ੍ਹਾਉਂਦੇ ਨੇ, ਉਹਨਾਂ ਦੇ ਮਗਰ ਪਤਾ ਨਹੀਂ ਕੀ ਕੁਝ ਕਰੀ ਜਾਂਦੇ ਨੇ ਤੇ ਆਖਰ ਤੇ ਬੱਚੇ ਉੱਤੇ ਜੀਵ ਹੈਗੇ, ਉਹਨਾਂ ਦੇ ਪਰਿੰਦੇ ਉੱਡ ਜਾਣਾ ਜਦੋਂ ਇਕਨੋਮਿਕਲੀ ਸਟਰੋਂਗ ਹੋ ਗਏ। ਫਿਰ ਬੰਦਾ ਸੋਚਦਾ ਯਾਰ ਮੈਂ ਜੀਵਨ ਬਤੀਤ ਕਿੱਦਾਂ ਕੀਤਾ। ਹੁਣ ਮੈਂ ਤੁਹਾਨੂੰ ਦੱਸਦਾ ਦਿਨ ਦੀ ਗੱਲ, ਮੈਂ ਪਾਸਪੋਰਟ ਬਣਾਉਣ ਗਿਆ, ਉੱਥੇ ਨਾ ਇੱਕ ਮੈਨੂੰ ਬਜ਼ੁਰਗ ਮਿਲੇ, ਰੋ ਪਿਆ। ਜੇਈ ਆ ਬਿਜਲੀ ਘਰ ਦਾ, ਕੁੜੀ ਵਿਆਹੀ ਬਾਹਰ ਚਲੇ, ਪਤਾ ਨਹੀਂ ਕਿੱਥੇ ਅਮਰੀਕਾ ਗਈ ਆ, ਡਾਕਟਰ ਲੱਗੀ। 14-15 ਸਾਲ ਹੋ ਗਏ ਇਹਨੂੰ ਗਈ। ਮੁੰਡਾ ਵਿਆਹ 7 ਸਾਲ ਉਹਨੂੰ ਹੋ ਗਏ, ਉਹ ਵੀ ਗਿਆ।
ਹੁਣ ਉਹਦੇ ਪਾਸਪੋਰਟ 'ਚ ਪਤਾ ਨਹੀਂ ਕੋਈ ਅੱਖਰ ਉੱਖਰ ਅੱਗੇ ਪਿੱਛੇ ਲੱਗਾ ਤੇ ਉਹ ਵਿਚਾਰਾ ਸਹੀ ਕਰਵਾਉਂਦੇ ਆ। ਬੜਾ ਕਲਪਿਆ ਪਿਆ ਮੈਂ। ਕਹਿੰਦਾ ਲੱਭਿਆ ਤੇ ਕੁਛ ਵੀ ਨਹੀਂ। ਕਹਿੰਦਾ ਕੁੜੀ ਨੂੰ ਡਾਕਟਰ ਬਣਾਉਣ ਦੇ ਲਈ ਮੈਂ ਸਾਰੀ ਜ਼ਿੰਦਗੀ ਕੰਮ ਕਰਦਾ ਰਿਹਾ ਗਧੇ ਵਾਂਗੂ। ਮੁੜ ਕੇ ਮੁੰਡੇ ਨੂੰ ਭੇਜਣ ਦੇ ਲਈ ਕੰਮ ਕਰਦਾ ਰਿਹਾ 7-8 ਸਾਲ, ਪਤਾ ਨਹੀਂ ਕਿੰਨੇ ਸਾਲ ਉਹਦੀ ਪੜ੍ਹਾਈ ਦੇ ਮੈਂ ਖਰਚੇ ਖੁਰਚੇ ਦਿੰਦਾ ਰਿਹਾ। ਤੇ ਮਤਲਬ ਕਹਿਣ ਤੋਂ ਭਾਵ ਹੈ ਕਿ ਜ਼ਿੰਦਗੀ ਮੈਨੂੰ ਤੇ ਲੱਭੀ ਨਹੀਂ। ਮੇਰਾ ਜਿੰਦਾ ਮਕਸਦ ਕੀ ਸੀ? ਮੈਂ ਕੋਈ ਖੋਤਾ ਥੋੜੀ ਸਾਂ। ਬਸ ਖੋਤੇ ਵਾਂਗੂ ਰਹਿ ਗਿਆ। ਇਹਨਾਂ ਦਾ ਮੈਂ ਬੋਝਾ ਢੋਂਦਾ ਰਿਹਾ। ਉਹ ਅੱਗੇ ਲੰਘ ਗਏ, ਉਹ ਮੈਂ ਪਿੱਛੇ ਹੀ ਰਹਿ ਗਿਆ ਇੱਥੇ। ਮੈਂ ਅੰਕਲ ਤੁਸੀਂ ਕਿੰਨੇ ਸਾਲ ਦੇ, ਤੁਸੀਂ ਪਹਿਲਾਂ ਕੋਲ ਨਹੀਂ ਚੱਲ ਗਏ? ਕਹਿੰਦਾ ਕਿਹਨੇ ਪੁੱਛਿਆ ਹੀ ਨਹੀਂ। ਹਾਂ ਡੈਡੀ ਪੈਸੇ ਭੇਜ ਦਿਆ ਕਰ। ਤੇ ਮੈਂ ਇੱਥੇ ਨੋਟਾਂ ਦੀ ਮਸ਼ੀਨ ਲਈ ਹੈ। ਤੇ ਉਹ ਆਖਰ ਤੇ ਬੰਦਾ ਸੋਚਦਾ ਨਾ ਯਾਰ ਪਾਣੀ ਤਾਂ ਉਹ ਕਹਿੰਦੀ ਆ। ਵੇਖੋ ਗੁਰੂ ਨਾਨਕ ਪਾਤਸ਼ਾਹ ਇਹੋ ਕਿਹਾ ਵਾ, ਇਹੋ ਹੀ ਆ। ਉੱਪਰ ਵੇਖੋ ਉੱਪਰ ਚੌਕ ਚ ਲਿਖਿਆ ਨੇ ਕਿ ਉਹ ਤੂੰ ਐ ਵੀ ਨਹੀਂ ਉਤਲੀ। ਆਹ ਲਿਖੋ ਬਾਜ ਗੁਰੂ ਡੂਬਾ ਸੰਸਾਰ ਨਾਨਕ ਮਨਮੁਖ ਅੰਧ ਪਿਆਰ। ਬਿਲਕੁਲ ਉੱਪਰ ਤੁਕ ਚ ਇਹੋ ਲਿਖਿਆ। ਤੇ ਤੂੰ ਦਫ਼ਤਰ ਨੂੰ ਦਫ਼ਤਰ ਚ ਰੱਖਦਾ। ਤੂੰ ਹਰ ਇੱਕ ਚੀਜ਼ ਨੂੰ ਉਹਦੇ ਇੱਕ ਕ੍ਰਾਈਟੇਰੀਆ ਚ ਰੱਖਦਾ। ਤੂੰ ਦਫ਼ਤਰ ਨੂੰ ਘਰ ਨਾ ਚੁੱਕ ਕੇ ਲੈ ਆਵੀਂ ਤੇ ਘਰ ਨੂੰ ਦਫ਼ਤਰ ਚ ਨਾ ਚੁੱਕ ਕੇ ਲੈ ਜੀ। ਇਹੋ ਤੇਰਾ ਜੀਵਨ ਹੈ। ਰਿਸ਼ਤੇਦਾਰੀਆਂ, ਤੂੰ ਬੱਚੇ ਪਾਲਣੇ ਆ, ਤੂੰ ਇੱਕ ਜ਼ਿੰਮੇਵਾਰੀ ਸਮਝ। ਕੋਈ ਇਹ ਨਾ ਹੋਵੇ ਕਿ ਤੂੰ ਆਪਣਾ ਜੀਵਨ ਦਾ ਮਕਸਦ ਹੀ ਭੁੱਲ ਜਾਏ। ਅੱਜ ਉਸ ਬੰਦੇ ਦਾ ਮੈਂ ਜੋ ਟੇਸਟ ਵੇਖਿਆ ਨਾ, ਉਹ ਕੋਈ ਇਜ਼ ਨੋਟ ਹੈਪੀ। ਬੜਾ ਖੱਟਾ ਜਿਹਾ ਨੂੰ ਮਿਲਿਆ, ਉਹਦਾ ਜਾਇਕਾ ਬੜਾ ਅਜੀਬ ਜਿਹਾ। ਹੁਣ ਉਹਦੇ ਮੂੰਹ 'ਚ ਇਹ ਟੇਸਟ ਹੈਗਾ। ਹੁਣ ਮੇਰੇ ਤੋਂ ਜ਼ਿਆਦਾ ਉਹ ਜਾਣਦਾ। ਮੈਂ ਤੇ ਰਸਤੇ ਤੇ ਜਾ ਰਿਹਾ ਨਿੱਜਰ ਸਾਹਿਬ। ਬਿਲਕੁਲ ਉਹਨੇ ਤੇ ਸਵਾਦ ਵੇਖ ਲਿਆ। ਉਹ ਸਵਾਦ ਉਹਨੇ ਨਹੀਂ ਵੇਖ ਲਿਆ। ਉਹ ਸਵਾਦ ਸਾਰੇ ਨੂੰ ਉਹੀ ਮਿਲਦਾ ਵਾ, ਪਰ ਬੰਦਾ ਬੇਸ਼ਰਮ ਹੈ। ਬਿਲਕੁਲ ਸਹੀ ਆ। ਚੁੱਪ ਕੇ ਦਾਦਾ ਨਹੀਂ ਆ। ਹੈਂ ਹੁਣ ਕੀ ਕਰੇ? ਹੁਣ ਇੱਥੇ ਵੇਖਿਆ ਨੀ ਕਈ ਲੋਕ ਗੁਰੂ ਬਣਾ ਲੈਂਦੇ ਨੇ। ਉਹ ਲੋਕੀ ਪੁੱਛਦੇ ਕਿ ਤੈਨੂੰ ਕੋਈ ਲੱਭਿਆ? ਉਹ ਸ਼ਰਮਿੰਦਾ ਦਾਦਾ ਹੀ ਨਹੀਂ ਕਿ ਰੱਬ ਮਿਲਿਆ। ਉਹ ਕਹਿੰਦਾ ਹਾਂ ਮਿਲ ਗਿਆ। ਕੀ ਕਵੇ ਨਹੀਂ ਮਿਲਿਆ? ਬੇਇੱਜ਼ਤੀ ਹੁੰਦੀ ਹੈ। ਤੇ ਕਈ ਵਿਚਾਰੇ ਬਾਗੀ ਹੁੰਦੇ, ਭੱਜ ਭੁੱਜਾਂਦੇ। ਸੋ ਇਹ ਸਿਆ ਬਾਣੀ ਆਪਾਂ ਨੂੰ ਕਹਿੰਦੀ ਆ ਕਿ ਆਪਾਂ ਸਾਰਾ ਮੈਂ ਖੋਜ ਪੜਤਾਲ ਕਰ ਲਈ ਆ ਕਿ ਐਵੇਂ ਚੱਕਰਾਂ 'ਚ ਨਾ ਪਿਓ ਕਿ ਤੁਹਾਡੇ ਮਨ 'ਚ ਕਨਫਿਊਜ਼ਨ ਹੋ ਜਾਏ। ਇਹ ਸੰਸਾਰ ਕੇਵਲ ਤੁਹਾਡੇ ਨਾਲ ਇਸ ਕਰਕੇ ਜੁੜਿਆ ਕਿਉਂਕਿ ਇਹਨਾਂ ਨੂੰ ਤੁਹਾਡੇ ਤੋਂ ਕੁਝ ਚਾਹੀਦਾ। ਜਿੱਦਾਂ ਗਿੜਕ ਚੂਸਣ ਤੋਂ ਬਾਅਦ ਬੰਦਾ ਵਗਾ ਕੇ ਮਾਰਦਾ ਹੈ, ਉਸੇ ਹੀ ਤਰ੍ਹਾਂ ਤੁਹਾਨੂੰ ਇਹ ਚੂਸ ਕੇ ਸੁੱਟ ਦੇਣਗੇ। ਤੁਸੀਂ ਘਰ 'ਚ ਪਏ ਰਹੋਗੇ, ਤੁਹਾਡੇ ਨਾਲ ਕਿਸੇ ਨੇ ਵੇਖਣਾ ਹੀ ਨਹੀਂ। ਇਹ ਸੱਚ ਹੈ। ਇਸ ਕਰਕੇ ਕਹਿੰਦੇ ਆ ਕਿ ਇਹ ਨਾ ਹੋਵੇ ਕਿ ਤੂੰ ਆਪਣੇ ਜੀਵਨ ਦਾ ਦੇਖ। ਉਹ ਕਹਿੰਦੇ ਆ ਕਿ ਕਮ ਸੇ ਕਮ 8 ਘੰਟੇ ਤੂੰ ਕੰਮ ਕਰਦਾ ਹੈ ਨਾ, ਘੰਟਾ 1.5 ਘੰਟਾ ਆਪਣੇ ਲਈ ਵੀ ਕੱਢ ਲੈ। ਕਿਉਂਕਿ ਤੈਨੂੰ ਪਛਤਾਵਾ ਲੱਗਣਾ ਮੁੜ ਕੇ। ਤੂੰ ਆਪਣੇ 1 ਘੰਟਾ ਆਪਣੇ ਸਰੀਰ ਨੂੰ ਦੇ, ਕਿਉਂਕਿ ਤੇਰਾ ਚੰਗਾ ਜਿਹੜਾ ਦੁਨੀਆ ਦਾ ਸਭ ਤੋਂ ਵਧੀਆ ਦੋਸਤ ਹੈ ਤੇਰਾ ਸਰੀਰ ਹੈ। ਇਹਦੀ ਧਿਆਨ ਰੱਖ, ਇਹਨੂੰ ਸੁਥਰਾ ਖਵਾ, ਇਹਨੂੰ ਚੰਗੀ ਨੀਂਦ ਦਵਾ। ਫਿਰ ਆਪਣੇ ਮਨ ਨੂੰ ਦੇਖ, ਆਪਣੇ ਮਨ ਨੂੰ 1 ਘੰਟਾ ਦੇ ਬਸ। ਤੇ ਬਸ ਕੋਈ ਗੱਲ ਨਹੀਂ, ਫਿਰ ਜੋ ਮਰਜ਼ੀ ਕਰੀ ਜਾ। ਪਰ ਬੰਦਾ ਕਿੱਥੇ ਸੋਚਦਾ? ਬੰਦਾ ਕਹਿੰਦਾ ਤਨ ਨੂੰ ਵੀ ਛੱਡੋ, ਇਹਦੀ ਕੀ ਲੋੜ ਪਈ ਹੈ? ਮੁੜ ਕੇ ਧੱਕੇ ਖਾਂਦਾ ਫਿਰਦਾ ਡਾਕਟਰਾਂ ਕੋ। ਨਿੱਜਰ ਸਾਹਿਬ ਕਿ ਪੈਸੇ ਲੈ ਲਓ ਜਿਹੜੇ ਮੈਂ ਕਮਾਏ ਆ। ਉਹ ਕਹਿੰਦਾ ਸਿਰ 'ਚ ਮਾਰ ਆਪਣੇ। ਇਹ ਮਸ਼ੀਨ ਤੇ ਜਿਆਦਾ ਖਰਾਬ ਕਰ ਲਈ ਤੂੰ। ਹੁਣ ਇਹ ਕਿਤੋਂ ਸਹੀ ਹੋਣੀ? ਨਵੇਂ ਵਰਗਾ ਕਿੱਥੋਂ ਬਣ ਜੂਗਾ? ਕਹਿੰਦਾ ਟਾਇਰ ਜਦੋਂ ਤੇਰਾ ਹੋ ਗਿਆ, ਟੁੱਕ ਲੱਗ ਗਿਆ ਇਹਨੂੰ, ਟੁੱਕ ਮੈਂ ਲਾ ਦੂੰਗਾ, ਨਵਾਂ ਤੇ ਪੈਣਾ ਨਹੀਂ ਟਾਇਰ। ਬਿਲਕੁਲ ਹੁਣ ਨਵੇਂ ਵਰਗਾ ਨਹੀਂ ਬਣਨਾ। ਉਹ 'ਚ ਟੁੱਕ ਲੱਗੇ ਨੇ, ਟੁੱਕ ਉਹ ਪੈਚਅਪ ਕਰਤਾ ਹੈ, ਰਿਪੇਅਰ ਹੋਏ ਨੇ। ਇਹੋ ਹਿਸਾਬ ਆ। ਤੇ ਜਦੋਂ ਆਪਾਂ ਇਹਨੂੰ ਸਹੀ ਤਰੀਕੇ ਨਾਲ ਚਲਾਵਾਂਗੇ ਤਾਂ ਕੋਈ ਪ੍ਰੋਬਲਮ ਨਹੀਂ। ਬਾਣੀ ਤੇ ਇਹੋ ਕਹਿੰਦੀ ਹੈ। ਬਾਣੀ ਤੇ ਕਹਿੰਦੀ ਹੈ ਕਿ ਇਹ ਸੰਸਾਰ ਜਿਹੜਾ ਹੈ ਇਹ ਤੇ ਚਿੱਟਾ ਧੂੰਆਂ ਹੈ। ਦਿਖਦਾ ਜ਼ਰੂਰ ਹੈ ਪਰ ਹੈ ਉੱਥੇ ਕੁਛ ਨਹੀਂ। ਬਿਲਕੁਲ ਤੈਨੂੰ ਪਤਾ ਨਹੀਂ ਲੱਗਣਾ। ਇਹ ਵੀ ਪੰਗਾ ਵਾ। ਲੱਗ ਤੇ ਜਾਣਾ ਆਖਰ ਤੇ। ਉਹ ਬਾਣੀ ਕਹਿੰਦੀ ਆ ਉਹ ਤੁਹਾਨੂੰ ਵੀ ਲੱਗਣਾ ਹੈ, ਪੱਕੀ ਤਰ੍ਹਾਂ ਲੱਗੇਗਾ। ਤੁਸੀਂ ਖੁਦ ਕਹਿਣਾ ਹੈ ਕਿ ਇੱਕ ਜਿਹੜਾ ਬੱਚਾ ਸੀ, ਇਹ ਜਦੋਂ ਮਾੜੀ ਜਿਹੀ ਖੰਘ ਆਉਂਦੀ ਸੀ ਤੇ ਮੈਂ ਉੱਥੇ ਹਸਪੀਟਲ ਸਾਰੀ ਰਾਤ ਕੱਢਦਾ ਹਾਂ। ਅੱਜ ਮੈਂ ਬਿਮਾਰ ਹੋ ਗਿਆ, ਢਿੱਡ 'ਚ ਪੀੜ ਹੁੰਦੀ, ਮੇਰੇ ਤੋਂ ਕੋਈ ਵੇਖਣੇ ਨਹੀਂ ਦਿਆ। ਬਿਲਕੁਲ ਸਾਰੇ ਆਪਣੇ ਕਮਰਿਆਂ 'ਚ ਸੁੱਤੇ। ਤੁਸੀਂ ਕਹੋਗੇ ਮੈਨੂੰ, ਜੇ ਤੁਹਾਡਾ ਕਿਸੇ ਨੇ ਵੇਖ ਲਿਆ ਤੇ ਮੈਨੂੰ ਫੋਨ ਕਰ ਦਿਓ ਕਿ ਹਾਂ ਚਰਨਜੀਤ ਤੂੰ ਐਵੇਂ ਨਾ ਝੂਠ ਮਾਰੀ ਜਾ। ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ। ਸਾਡੇ ਤੇ ਮੂੰਹ 'ਚ ਪਾਣੀ ਪਿਆਉਣ ਤੱਕ ਅਗਲੇ ਜਾਂਦੇ ਆ। ਨਹੀਂ, ਅਗਲੇ ਨੇ ਖੁਦ ਕਹਿਣਾ ਰਸੋਈ 'ਚ ਹੈਗਾ, ਲੈ ਕੇ ਪੀ ਲਾ। ਇਹ ਤੁਸੀਂ ਗਲਾਸ ਚੁੱਕੀ ਫਿਰਦੇ ਸੀ। ਹੁਣ ਮਾਵਾਂ ਵੇਖਿਆ ਬੱਚਿਆਂ ਨੂੰ, ਵੇ ਪੁੱਤ ਵੇ
ਫਰੂਟ ਦਾ ਡੱਬਾ ਵੱਖਰਾ, ਰੋਟੀ ਵੱਖਰੀ। ਫਿਕਰ ਹੁੰਦਾ ਹੈ ਕਿ ਮੇਰੇ ਪੁੱਤ ਨੇ ਰੋਟੀ ਖਾਧੀ ਕਿ ਨਹੀਂ ਖਾਧੀ। ਉਹਦੇ ਵਿੱਚ ਬੋਤਲ 'ਚ ਠੰਡਾ ਪਾਣੀ, ਪਤਾ ਨਹੀਂ ਕੀ ਕੁਝ, ਉਹਦੀਆਂ ਜਰਾਬਾਂ ਧੋ, ਉਹਦੇ ਕੱਪੜੇ, ਉਹਦੇ ਬੂਟ, ਉਹ ਬੂਟ ਵੀ ਨਹੀਂ ਧੋਂਦੇ, 2-2 3-3 ਜੋੜੇ, ਉਹਨਾਂ ਦੀਆਂ 3-4 ਕਿਸਮ ਦੀਆਂ ਜਰਾਬਾਂ, ਪਤਾ ਨਹੀਂ ਕਿੰਨੇ ਕਿਸਮ ਦੇ ਕੱਪੜੇ, ਅੱਜ ਆਹ ਤੇ ਕੱਲ ਆਹ, ਮੈਨੂੰ ਤਾਂ ਪਤਾ ਕੋਈ ਨਹੀਂ। ਅਲਮਾਰੀ ਸਾਰੀ ਉਹਨਾਂ ਦੀ ਭਰੀ ਆ। ਉਹਨਾਂ ਨੂੰ ਕੁਛ ਵੀ ਨਹੀਂ ਯਾਦ ਰਹਿਣਾ ਕਿ ਤੁਸੀਂ ਕੀ ਕੀਤਾ ਹੈ। ਸਵੇਰ ਦੀ ਉੱਠਦੀ ਮਾਂ 5 ਵਜੇ ਦੀ ਉੱਠ ਕੇ ਪਹਿਲਾਂ ਉਹਨੂੰ ਪਹਿਲਾਂ ਆਪ 1-1.5 ਘੰਟਾ ਪਹਿਲਾਂ ਉੱਠਦੀ, ਫਿਰ ਉਹਨਾਂ ਦਾ ਬ੍ਰੇਕਫਾਸਟ, ਦੁਨੀਆ ਭਰ ਦੇ ਕੰਮ ਕਰਕੇ ਫਿਰ ਉਹਨਾਂ ਨੂੰ ਸਕੂਲੇ ਭੇਜਣਾ। ਆਖਰ ਤੇ ਉਸ ਬੱਚੇ ਨੇ ਦੁੱਕੀ ਦੀ ਕਦਰ ਨਹੀਂ ਕਰਨੀ। ਕਿਉਂ ਨਹੀਂ ਕਰਨੀ? ਕਿਉਂਕਿ ਮਾਂ ਨੇ ਠੀਕ ਹੈ ਉਹਨੂੰ ਸੰਸਕਾਰ ਦਿੱਤੇ ਨੇ, ਪੜ੍ਹਾਈ ਦੇ ਸੰਸਕਾਰ ਦਿੱਤੇ ਨੇ, ਪਰ ਚੰਗੇ ਮਨੁੱਖ ਦੇ ਸੰਸਕਾਰ ਜਿਹੜੇ ਆ ਉਹ ਮਾਂ ਨੂੰ ਖੁਦ ਦੇਣੇ ਪੈਣੇ ਸੀ। ਮਾਂ ਚਾਹੁੰਦੀ ਤੇ ਹੈ ਵਾ ਕਿ ਮੇਰੀ ਸੇਵਾ ਕਰੇ ਮੇਰਾ ਬੱਚਾ, ਪਰ ਮਾਂ ਨੂੰ, ਹਾਂਜੀ ਨਹੀਂ ਸੁਖੀ ਜੀ, ਸੁਖੀ ਕੁਛ ਕਹਿਣਾ? ਹਾਂਜੀ, ਮਾਂ ਨੂੰ, ਪਿਓ ਨੂੰ ਇੱਕ ਜਿਹੜਾ ਮਾਈਲਸਟੋਨ ਬਣਾਉਣਾ ਸੀ, ਉਹਦੇ ਜਿਹੜੇ ਬਜ਼ੁਰਗ ਸਨ ਉਹਦੀ ਸੇਵਾ ਕਰਨੀ ਸੀ, ਫਿਰ ਬੱਚੇ ਨੇ ਸਿੱਖਣਾ ਸੀ। ਨਜਰ ਸਾਹਿਬ ਬਿਲਕੁਲ ਇਹ ਚੀਜ਼ ਪਲੀਜ਼ ਅੰਡਰਸਟੈਂਡ ਕਰੋ, ਕਿੱਥੇ ਗਲਤੀ ਕਿੱਥੇ ਹੋ ਗਈ ਆ। ਸਬਜ਼ੀ ਤੁਸੀਂ 1 ਮਿੰਟ 'ਚ ਤਿਆਰ ਨਹੀਂ ਕਰਦੇ। ਸਬਜ਼ੀ ਜਦੋਂ ਤੁਸੀਂ ਕੱਟਦੇ ਜੋ, ਉੱਥੇ ਗੜਬੜ ਹੋ ਗਈ ਨਾ, ਕੰਮ ਉੱਥੇ ਖਰਾਬ ਹੋ ਗਿਆ। ਬਾਣੀ ਇਹ ਕਹਿੰਦੀ ਆ ਕਿ ਜੋ ਤੂੰ ਚਾਹੁੰਦਾ ਨਾ ਕਿ ਤੇਰੇ ਨਾਲ ਨਾ ਹੋਵੇ, ਉਹ ਤੂੰ ਲੋਕਾਂ ਨਾਲ ਨਾ ਕਰ। ਸਿੰਪਲ ਜੀ ਗੱਲ ਹੈ। ਹੁਣ ਤੁਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਸਾਂਭੋਗੇ ਤੇ ਤੁਹਾਡੇ ਬਜ਼ੁਰਗ ਤੁਹਾਨੂੰ ਕਿਹਨੇ ਸਾਂਭਣਾ? ਉਹ ਕਹਿੰਦਾ ਵੇਖਿਆ ਹੀ ਨਹੀਂ ਤੁਹਾਨੂੰ ਕਰਦਿਆਂ ਨੂੰ, ਸੇਵਾ ਕਰਦਿਆਂ ਨੂੰ। ਉਹਨਾਂ ਵੇਖਿਆ ਕਿ ਬਾਪੂ ਤੇ ਰੌਲਾ ਪਾਉਂਦੇ ਆ, ਡਾਂਗ ਲੈ ਕੇ ਤੁਰਿਆ ਫਿਰਦਾ ਵਿਚਾਰਾ, ਮੇਰੇ ਢਿੱਡ 'ਚ ਪੀੜ ਹੈ, ਤੁਸੀਂ ਤੇ ਦਵਾਈ ਲੈਣ ਨਹੀਂ ਗਏ, ਤੁਸੀਂ ਤੇ ਪੈਸੇ ਕਮਾਉਂਦੇ ਜੋ। ਉਹ ਹਰ ਇੱਕ ਚੀਜ਼ ਨੂੰ ਵੇਖਣ ਦਿਆ ਵਾ। ਜਦੋਂ ਤੁਸੀਂ ਨਹੀਂ ਕੀਤਾ ਤੇ ਫਿਰ ਉਹ ਤੋਂ ਕੀ ਐਕਸਪੈਕਟ ਕਰਦੇ ਹੋ? ਦੱਸੋ, ਉਹ ਕਰੂਗਾ ਨਿਜਾ ਸਾਹਿਬ ਜਦੋਂ ਮੈਂ ਨਹੀਂ ਕੀਤਾ? ਬਿਲਕੁਲ ਨਹੀਂ। ਇਹੋ ਹੀ ਸੰਸਾਰ 'ਚ ਪ੍ਰੋਬਲਮ ਆ। ਅੱਜ ਲੋਕਾਂ ਨੇ ਬੇਕਦਰੀ ਕਿਉਂ ਆਪਣੀ ਕਰਵਾ ਲਈ ਆ? ਕਿਉਂਕਿ ਲੋਕ ਆਪ ਫੇਲ ਹੋ ਜਾਂਦੇ ਆ। ਉਹ ਕਹਿੰਦੇ ਮੇਰੇ ਬੱਚੇ ਮੇਰੇ ਲਈ ਸਹੀ ਹੋ ਜਾਣ। ਉਹ ਕਿੱਥੋਂ ਹੋ ਜਾਣ? ਉਹਨਾਂ ਵੇਖਿਆ ਹੀ ਨਹੀਂ। ਇਹੋ ਹੀ ਜੀਵਨ ਹੈ। ਜੀਵਨ ਪਤਾ ਕੀ ਹੈ, ਸਾਡੇ ਐਕਸ਼ਨ ਹੀ ਬੱਚਿਆਂ ਨੂੰ ਸਿਖਾ ਸਕਦੇ ਨੇ। ਹੁਣ ਤੂੰ ਹੀ, ਮੈਂ ਉੱਥੇ ਜਿੱਥੇ ਮੇਰਾ ਕਲੀਨਿਕ ਹੈਗਾ, ਇੱਕ ਨਿੱਕਾ ਜਿਹਾ ਮੁੰਡਾ ਨਜਾ ਸਾਹਿਬ 3-4 ਸਾਲ ਦਾ, ਉਹ ਬਹੁਤ ਗਾਲਾਂ ਕੱਢਦਾ ਕਿਉਂਕਿ ਉਹਦਾ ਪਿਓ ਕੱਢਦਾ, ਪਿਓ ਨੂੰ ਵੇਂਦਾ। ਹੁਣ ਜਿੱਦਾਂ ਮਾਂ ਘਰ ਦੇ ਨਾਲ ਗੱਲ ਕਰਦੀ ਆ, ਉਹ ਬੱਚਾ ਵੇਂਦਾ ਵਾ। ਹੁਣ ਮਾਂ ਜਿੱਦਾਂ ਕੰਮ ਵਾਲੀ ਨਾਲ ਗੱਲ ਕਰਦੀ ਆ, ਬੱਚਾ ਵੇਂਦਾ ਵਾ। ਉਸੇ ਹੀ ਤਰ੍ਹਾਂ ਬੱਚਾ ਵੀ ਕੰਮ ਵਾਲੀ ਨਾਲ ਗੱਲ ਕਰੂਗਾ। ਜੋ ਅਸੀਂ ਕਰ ਰਹੇ ਹਾਂ ਸਾਡੇ ਬੱਚੇ ਉੱਥੋਂ ਸਿੱਖਦੇ ਆ। ਤੇ ਜੇਕਰ ਮੈਂ ਪਾਸ ਨਹੀਂ ਨਾ ਹੋ ਰਿਹਾ, ਮੈਂ ਫੇਲ ਹੋ ਗਿਆ, ਤੇ ਇਹ ਵੀ ਸਾਡੇ ਮਨ 'ਚ ਇੱਕ ਵਰਕਾ ਪਾੜ ਦੇਣਾ ਚਾਹੀਦਾ ਸਾਨੂੰ ਕਿ ਮੇਰੇ ਬੱਚੇ ਉੱਥੇ ਪਾਸ ਹੋ ਜਾਣਗੇ। ਬੱਚਿਆਂ ਨੇ ਤੇ ਵੇਖਿਆ ਸਾਨੂੰ ਉਹ ਕਰਦਿਆਂ ਨੂੰ, ਤੇ ਜੋ ਅਸੀਂ ਪ੍ਰੋਗਰਾਮਿੰਗ ਕਰਦੇ ਹਾਂ। ਇਸੇ ਲਈ ਬਾਣੀ ਕਹਿੰਦੀ ਆ, ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹਾਂ, ਜੋ ਤੁਸੀਂ ਕਰੋਗੇ ਉਹੀ ਤੁਸੀਂ ਪਾਓਗੇ। ਫਿਰ ਕਹਿੰਦੇ ਆ ਬੀਜੇ ਬਿਕ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਇੱਕ ਨੇ ਜਿਹੜੀਆਂ ਉਹ ਕਿਹੜੀਆਂ ਅੱਖਾਂ ਕੀ ਕਹਿੰਦੇ ਉਹਨੂੰ? ਹਾਂ, ਬੀਜੇ ਕਿੱਕਰ ਬੀਜੇ ਜਾ। ਹਾਂ, ਲੋੜੇ ਦਾਖ ਬਿਜੂਰੀਆਂ ਕਿ ਕਿੱਕਰ ਬੀਜੇ ਜੱਟ। ਹਾਂ, ਤੇ ਜੋ ਤੁਸੀਂ ਬੀਜਿਆ ਪ੍ਰਕਿਰਤੀ ਨੇ ਤੁਹਾਨੂੰ ਦੇ ਦੇਣਾ, ਨਾਲ ਸੂਤ ਨਾਲ ਮਲਟੀਪਲਾਈ ਕਰਕੇ ਦਿੰਦੇ ਅਗਲੇ। ਨਿਜਰ ਸਾਹਿਬ ਬਿਲਕੁਲ। ਅਗਲੇ ਬੰਨੇ ਜਦੋਂ ਪਾਰਸਲ ਆਉਂਦਾ, ਫਿਰ ਮੇਰੇ ਅਗਲਾ ਚੀਕਾਂ ਮਾਰਦਾ, ਉਹ ਕਹਿੰਦਾ ਸੱਜਣਾ ਤੇ 40-50 ਸਾਲ ਪਹਿਲੇ ਤੂੰ ਆਰਡਰ ਕਰ ਗਿਆ। ਹਾਂ, ਇਹ ਡਿਲੀਵਰੀ ਹੁਣ ਹੋਈ ਆ ਕਿਉਂਕਿ ਸਲੋ ਆ। ਬਿਲਕੁਲ, ਐਡਰੈਸ ਤੇਰਾ ਹੀ ਆ। ਘਰ ਇੱਥੇ ਪਹੁੰਚਿਆ। ਹੁਣ ਜਿਹੜੇ ਬਾਪੂ ਨੂੰ ਡਾਂਗਾ ਪੈਂਦੀਆਂ ਨਾ, ਉਹਨੇ ਵੀ ਕੋਈ ਏਦਾਂ ਦਾ ਕੰਮ ਕੀਤਾ ਵਾ, ਕੁੱਡੇ 'ਚ ਤਾੜਿਆ ਵਾ, ਕਿਉਂਕਿ ਉਹਨੇ ਕੁਛ ਬੀਜਿਆ ਵਾ। ਐਵੇਂ ਥੋੜੀ ਪ੍ਰਗਟ ਹੋਇਆ। ਜੇ ਪ੍ਰਗਟ ਹੋਇਆ ਵਾ, ਇਹਦਾ ਮਤਲਬ ਫਿਰ ਰੱਬ ਗਲਤ ਆ। ਤੇ ਰੱਬ ਤਾਂ ਤੱਕੜੀ ਬੜੀ ਨਿਆਂ ਰੱਖਦੀ ਆ। ਨਜਰ ਸਾਹਿਬ ਉੱਥੇ ਤੇ ਗਲਤੀ ਹੋ ਨਹੀਂ ਸਕਦੀ ਨਾ, ਉੱਥੇ ਨਹੀਂ ਹੋ ਸਕਦੀ। ਨਿਜਰ ਸਾਹਿਬ ਜਦੋਂ ਚੀਜ਼ ਮੈਂ ਬੀਜੀ ਨਹੀਂ ਆ, ਮੈਨੂੰ ਕਿੱਥੋਂ ਮਿਲੂਗੀ? ਦੱਸੋ ਮੈਨੂੰ, ਮਿਲ ਸਕਦੀ ਹੈ? ਇਹ ਤੇ ਫਿਰ ਤੇ ਪ੍ਰਕਿਰਤੀ ਤੇ ਹੈ ਹੀ ਨਹੀਂ। ਫਿਰ ਕੋਈ ਧਰਮ ਕੁਛ ਨਹੀਂ ਹੈਗਾ। ਫਿਰ ਤੇ ਉਹ ਬਾਣੀ ਤੇ ਕਹਿੰਦੀ ਆ, ਪਰ ਬਾਣੀ ਕਹਿੰਦੀ ਨਹੀਂ, ਤੇਰੇ ਕੋਲ ਕੋਈ ਚੀਜ਼ ਆਈ ਹੈ ਤੇ ਤੂੰ ਆਰਡਰ ਕੀਤੀ ਹੈ, ਅਦਰਵਾਈਜ਼ ਤੇਰੇ ਘਰ ਨਹੀਂ ਆਉਂਦੀ। ਇੱਥੇ ਲੱਖਾਂ ਹੀ ਪਾਰਸਲ ਆਉਂਦੇ ਨੇ, ਤੇਰੇ ਘਰ ਕਿਉਂ ਨਹੀਂ ਆਉਂਦੇ? ਉਹ ਜਿੰਨਾ ਆਰਡਰ ਕੀਤੇ ਉਹਨਾਂ ਘਰ ਹੀ ਜਾਂਦੇ ਆ। ਬਿਲਕੁਲ।
ਹੈ ਨਾ ਬਿਲਕੁਲ ਹਾਂ, ਬਿਲਕੁਲ ਜਾਣਦੇ ਆ, ਬਿਲਕੁਲ। ਉਹ ਫੋਟੋ ਖਿੱਚ ਕੇ ਲੈ ਜਾਂਦੇ ਆ, ਦਰਵਾਜ਼ੇ ਤੇ ਰੱਖ ਜਾਂਦੇ ਆ, ਡਿਲੀਵਰੀ ਬਿਲਕੁਲ ਫੋਟੋ ਵੀ ਆਹ ਦੇਖੋ, ਆਹ ਨੰਬਰ ਦਰਵਾਜ਼ੇ ਦਾ, ਆਹ ਮੇਰਾ ਪਾਰਸਲ ਪਿਆ ਹੋਇਆ, ਉਹ ਪ੍ਰੂਫ ਹੁੰਦਾ ਉਹਨਾਂ ਕੋਲ। ਚਲੋ ਠੀਕ ਹੈ, ਕਥਾ ਫਿਰ ਮੈਂ ਲੰਬੀ ਕਰਤੀ। ਹਾਂਜੀ, ਅਗਲੀ ਕਰਨਾ ਜੀ। ਅੱਗੇ ਇਹੀ ਗੱਲ ਕਹਿ ਰਹੇ ਮਹਾਰਾਜ, ਆਖਰੀ ਪੌੜੀ ਹੈ, ਨਿਚੋੜ ਦੇ ਰਹੇ ਹੈ ਇਹ ਸ਼ਲੋਕਾਂ ਦਾ। ਉਹੀ ਪਾਤਸ਼ਾਹੀ, ਪਹਿਲੀ ਪਾਤਸ਼ਾਹੀ ਪੌੜੀ, ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ। ਕਹਿੰਦੇ ਮਾਲਕਾ ਤੂੰ ਤਾਂ ਅਪਹੁੰਚ ਹੈਗਾ ਆ, ਸ੍ਰਿਸ਼ਟੀ ਦੇ ਵਿੱਚ ਹੁੰਦਾ ਹੋਇਆ ਵੀ ਗੁਪਤ ਹੈਗਾ ਆ ਮਾਲਕਾ, ਔਰ ਐਸੀ ਸ੍ਰਿਸ਼ਟੀ ਤੂੰ ਪੈਦਾ ਕਰ ਦਿੱਤੀ ਆ। ਰੰਗ ਪਰੰਗ ਉਪਾਰ ਜਨਾ ਬਹੁ ਬਹੁ ਵਿਧ ਭਾਤੀ, ਇੰਨੀ ਸ੍ਰਿਸ਼ਟੀ ਪੈਦਾ ਕਰ ਦਿੱਤੀ, ਰੰਗ ਬਿਰੰਗੀ ਜਿਹੜੀ ਹੈਗੀ, ਤਰ੍ਹਾਂ ਤਰ੍ਹਾਂ ਦੀ 84 ਲੱਖ ਜੂਨਾ, ਕਿਤੇ ਮਨੁੱਖ, ਕਿਤੇ ਹਵਾ ਪਾਣੀ ਅੱਗ, ਸਾਰਾ ਧਰਤੀ ਆਕਾਸ਼, ਔਰ ਇੰਨੇ ਪਲੈਨਟ, ਬਹੁਤ ਬਹੁਤ ਵਿਧ ਭਾਤੀ, ਅਨੇਕਾਂ ਪ੍ਰਕਾਰ ਦੀ ਵਿਧੀ ਦੀ ਜਿਹੜੇ ਭਾਂਤ ਦੀ ਦੁਨੀਆ ਬਣਾਤੀ ਤੂੰ ਜਾਣੇ ਜਿਹਨੂੰ ਪਾਈਏ ਸਭ ਖੇਲ ਤੁਮਾਤੀ। ਕਹਿੰਦੇ ਤੇਰੀ ਮਰਜ਼ੀ ਆ ਪਾਏ, ਹੁਣ ਤੂੰ ਮਾਲਕ ਹੈਗਾ ਆ, ਤੂੰ ਬਾਦਸ਼ਾਹ ਹੈਗਾ ਆ, ਤੂੰ ਕੰਟਰੋਲਰ ਹੈਗਾ ਸ੍ਰਿਸ਼ਟੀ ਦਾ, ਤੇਰੀ ਜਿਹੜੇ ਹੈਗੇ ਤੇਰੇ ਰਾਜ ਦੇ ਵਿੱਚ ਸਾਨੂੰ ਰਹਿਣਾ ਪੈਣਾ ਹੈ ਭਾਈ, ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ। ਤੂੰ ਜਾਣੇ ਜਿਹਨੂੰ ਪਾਈਏ ਸਭ ਖੇਲ ਤੁਮਾਤੀ, ਤੇਰਾ ਹੀ ਖੇਲ ਹੈ ਮਾਲਕਾ, ਤੇ ਸਾਨੂੰ ਤਾਂ ਇੱਕ ਏਮ ਦੇ ਵਿੱਚ ਰਹਿਣਾ ਪਊਗਾ, ਕੋਈ ਆਪਸ਼ਨ ਨਹੀਂ ਸਾਡੇ ਕੋਲ। ਇੱਕ ਆਵੇਂ ਇੱਕ ਜਾਏ ਉੱਠ, ਬਿਨ ਨਾਵੇਂ ਮਰ ਜਾਤੀ। ਕਹਿੰਦੇ ਇੱਕ ਇੱਧਰੋਂ ਆਈ ਜਾਂਦੇ ਆ, ਇੱਧਰੋਂ ਜਾਈ ਜਾਂਦੇ ਆ, ਪੱਲੇ ਕੱਖ ਵੀ ਨਹੀਂ ਹੈਗਾ ਦੁਨੀਆ ਦੇ ਵਿੱਚ। ਐਵੇਂ ਹੀ ਜਿਹੜਾ ਹੈਗਾ ਇਹ ਖਾ ਪੀ ਕੇ ਜਿਹੜਾ ਹੈਗਾ, ਔਰ ਸਰੀਰ ਮਿਲਿਆ ਭਾਂਡਾ ਭੰਨ ਕੇ ਹੋ ਗਏ ਤੇ ਹੋ ਗਏ, ਨਾਮ ਤੋਂ ਬਗੈਰ। ਇਸ ਤਰ੍ਹਾਂ ਜਿਹੜਾ ਮਨੁੱਖੀ ਜੂਨ ਜਿਹੜੀ ਹੈਗੀ ਗਵਾ ਕੇ ਚਲੇ ਜਾਂਦੇ ਆ ਭਾਈ। ਇੱਕ ਆਵੇਂ ਇੱਕ ਜਾਏ ਉੱਠ, ਬਿਨ ਨਾਮੈ ਮਰ ਜਾਤੀ। ਨਾਮ ਤੋਂ ਬਗੈਰ ਹੀ ਕਹਿੰਦੇ ਚਲੇ ਗਏ ਮਨੁੱਖੀ ਸਰੀਰ ਪਾ ਕੇ। ਫਿਰ ਹੁਣ ਟਰਨਿੰਗ ਪੁਆਇੰਟ ਹੈਗਾ, ਗੁਰਮੁਖੇ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ। ਜਿਨ੍ਹਾਂ ਨੇ ਗੁਰੂ ਤੋਂ ਗਿਆਨ ਲੈ ਲਿਆ, ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆਏ ਆ, ਜਿਨ੍ਹਾਂ ਨੇ ਗੁਰੂ ਤੋਂ ਠੰਡਕ ਲੈ ਲਈ, ਜਿਨ੍ਹਾਂ ਨੇ ਗੁਰੂ ਤੋਂ ਪਤਾ ਲੱਗ ਗਿਆ ਵੀ ਮੈਂ ਮਨੁੱਖ ਜੂਨ ਕਾਹਦੇ ਲਈ ਮਿਲੀ ਆ, ਔਰ ਇਹ ਵੀ ਪਤਾ ਲੱਗ ਗਿਆ ਇਹ ਖਿਸਕ ਜਾਣੀ ਆ, ਉਹਨਾਂ ਨੇ ਫਿਰ ਜਿਹੜਾ ਹੈਗਾ ਉਹ ਪਰਮੇਸ਼ਰ ਦੇ ਰੰਗ ਦੇ ਵਿੱਚ, ਭਗਤੀ ਦੇ ਰੰਗ ਦੇ ਵਿੱਚ ਰੰਗੇ ਗਏ। ਉਹ ਹਰੀ ਦੇ ਰੰਗ ਦੇ ਵਿੱਚ ਰੰਗੇ ਗਏ। ਗੁਰਮੁਖੇ ਰੰਗ ਚਲੂਲਿਆ, ਗੂੜੇ ਰੰਗ ਦੇ ਵਿੱਚ ਰੰਗੇ ਗਏ, ਜਿਹਨੂੰ ਮਾਇਆ ਜਿਹੜੀ ਹੈਗੀ ਨਹੀਂ ਉਤਾਰ ਸਕਦੀ। ਗੁਰਮੁਖੇ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਦਾਤੀ। ਆ ਗਿਆਨ ਲੈਣ ਵਾਲਿਓ, ਆ ਕਥਾ ਸੁਣਨ ਵਾਲਿਓ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਤ ਨਿਰੰਜਨ, ਮਾਇਆ ਤੋਂ ਰਹਿਤ, ਉਸ ਮਾਲਕ ਪਰਮਾਤਮਾ ਨੂੰ, ਉਹ ਵਿਧਾਤਾ ਜਿਹਨੇ ਆ ਸ੍ਰਿਸ਼ਟੀ ਬਣਾਈ ਆ, ਜਿਹਨੇ ਖੇਡ ਬਣਾਈ ਆ, ਉਹਦਾ ਧਿਆਨ ਕਰ ਲਓ ਪਾਏ, ਉਹਦੇ ਨਾਲ ਪਿਆਰ ਪਾ ਲਓ, ਉਹਦੀ ਸੇਵਾ ਕਰ ਲਓ। ਜਿਹੜਾ ਦਿਖਦਾ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤੂੰ ਆਪੇ ਆਪ ਸੁਜਾਨ ਹੈ, ਵੱਡ ਪੁਰਖ ਵਡਾਤੀ। ਮਾਲਕਾ ਤੂੰ ਸਾਰਾ ਕੁਝ ਜਿਹੜਾ ਹੈਗਾ, ਸਾਰਾ ਕੁਝ ਜਾਣਨ ਵਾਲਾ ਜਿਹੜਾ ਹੈਗਾ ਤੂੰ ਆਪ ਹੈ ਇਹ ਗੇਮ ਦੇ ਬਾਰੇ। ਔਰ ਇਹ ਜਿਹੜਾ ਹੈ, ਇਹ ਜਿਹੜੀ ਹੈਗੀ ਆ, ਇਹ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ, ਇਹ ਜਿਹੜੀ ਹੈਗੀ ਪਾਪ ਔਰ ਪੁੰਨ ਦੀ ਜਿਹੜੀ ਖੇਡ, ਤੂੰ ਜਿਹੜੀ ਸ੍ਰਿਸ਼ਟੀ ਬਣਾਈ ਆ, ਇਹ ਤੂੰ ਆਪ ਇਹਨੂੰ ਜਾਣਨ ਵਾਲਾ ਆ। ਤੂੰ ਆਪੇ ਆਪ ਸੁਜਾਨ ਹੈ, ਵੱਡ ਪੁਰਖ ਵਡਾਤੀ। ਤੂੰ ਸਭ ਤੋਂ ਵੱਡਾ ਹੈ, ਕੰਟਰੋਲਰ ਹੈਗਾ, ਬਾਦਸ਼ਾਹ ਹੈਗਾ ਹੈ। ਜੋ ਮਨ ਚਿੱਤ ਤੁਧ ਧਿਆਇਂਦੇ, ਮੇਰੇ ਸੱਚਿਆ ਬਲ ਬਲ ਹੋਂ ਤਿਨ ਜਾਤੀ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ ਕਿ ਜਿਹੜਾ ਮਨ ਲਗਾ ਕੇ, ਚਿੱਤ ਲਗਾ ਕੇ, ਮਨ ਦੇ ਨਾਲ ਅੰਦਰੋਂ ਭਗਤੀ ਕਰਦੇ ਆ, ਤੇਰਾ ਧਿਆਨ ਕਰਦੇ ਆ, ਧਿਆਨ ਸਿਮਰਨ ਕਰਦੇ ਆ, ਮੇਰੇ ਸੱਚਿਆ ਬਲ ਬਲ ਹੋਂ ਜਾਤੀ ਤਿੰਨ ਜਾਤੀ। ਕਹਿੰਦੇ ਮੈਂ ਤਾਂ ਉਹਨਾਂ ਤੋਂ ਬਲਿਹਾਰ ਬਾਰ ਮੈਂ ਕੁਰਬਾਨ ਜਾਣਾ ਹੈ। ਐਸੇ ਜਿਹੜੇ ਹੈਗੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆ ਕੇ ਆਪਣਾ ਮਕਸਦ ਫੜਿਆ, ਮਕਸਦ ਸੰਭਾਲਿਆ, ਔਰ ਜਿਹੜਾ ਹੈਗਾ ਔਰ ਉਹ ਜਿਹੜਾ ਹੈਗਾ ਕਾਰਵਾਈ ਕੀਤੀ, ਜਿਹਦੇ ਵਾਸਤੇ ਤੂੰ ਇਹ ਮਨੁੱਖੀ ਸਰੀਰ ਦਿੱਤਾ ਸੀਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਕਿਤੇ ਮਨ 'ਚ ਕਨਫਿਊਜ਼ਨ ਨਾ ਰਹਿ ਜੇ। ਬਾਣੀ ਕਹਿ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਇਹ ਆਪਾਂ ਧਰਮ ਉਹਨਾਂ ਦਾ ਹੀ ਹੈ ਨਾ। ਕਹਿੰਦੇ ਜੋ ਮਨ ਚਿੱਤ ਤੁਧ ਧਿਆਏ, ਮੇਰੇ ਸੱਚਿਆ ਧਿਆਨ ਦੇ, ਹਾਂ
ਜੋ ਮਨ ਚਿਤ ਤੁਧ ਧਿਆਨ ਦੇ ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੀ ਉਹਨਾਂ ਤੋਂ। ਹਾਂਜੀ ਵੀਰ ਜੀ ਕਲੀਅਰ ਗੱਲ ਕੀਤੀ ਜੀ। ਉਹ ਸਾਰਿਆਂ ਦੀ ਗੱਲ ਨਹੀਂ ਜੋ ਕਰਨ ਦੇ। ਇਹ ਨਾ ਸੋਚਿਓ ਕਿ ਅਸੀਂ ਸਾਰੇ ਸਿੱਖ ਹੈਗੇ ਆ। ਉਹ ਕਹਿੰਦੇ ਜੀ ਉਹ ਮੈਂ ਨਹੀਂ ਉਹ ਜ਼ਿੰਮੇਵਾਰੀ ਚੱਕਦਾ। ਮੈਂ ਕਹਿੰਦਾ ਕਿ ਜਿਹੜਾ ਧਿਆਨ ਇਕਾਗਰ ਕਰਕੇ ਇੱਕ ਚਿੱਤ ਕਰਕੇ ਜੋ ਤੇਰੀ ਭਗਤੀ ਕਰਦੇ ਆ ਤੇ ਅਸੀਂ ਮੈਂ ਉਹ ਤੋਂ ਬਲ ਜਾਂਦਾ ਵਾਂ। ਉਹ ਕੋਈ ਵੀ ਹੋ ਸਕਦਾ ਜੀ। ਬਸ ਬਿਲਕੁਲ ਸਹੀ ਗੱਲ ਹੈ। ਕਨਫਿਊਜ਼ਨ ਆਪਣੇ ਆਪ ਨੂੰ ਇਹ ਆਊਟਰ ਲੋਕ ਨੂੰ ਚੇਂਜ ਕਰਕੇ ਨਹੀਂ ਸੋਚੀਏ ਤੇ ਉਹ ਨਹੀਂ ਕਹਿੰਦੇ ਬਾਹਰੋਂ ਚੇਂਜ ਕਰ ਲਿਆ ਮੈਂ ਉਹਨੂੰ ਬਲ ਜਾਂਦਾ। ਉਹ ਕਹਿੰਦੇ ਜਿਹੜਾ ਅੰਦਰ ਜੋ ਵੀ ਹੋਵੇ ਐਨੀਬੋਡੀ ਜਿਹਨੇ ਆਪਣਾ ਮਨ ਨੂੰ ਇੱਕ ਚਿੱਤ ਕਰ ਲਿਆ, ਮਨ ਨੂੰ ਇੱਕ ਚਿੱਤ ਕਰ ਲਿਆ ਮਤਲਬ ਕਿ ਜਿਹਨੇ ਆਤਮਾ ਤੱਤ ਜਾਂ ਆਪਣੀ ਸੁਰਤੀ ਨੂੰ ਲੀਨ ਕਰਤਾ ਹੈ। ਹਾਂ ਮਨ ਵਿਚਾਰ ਛੱਡੇ ਬਗੈਰ ਤਾਂ ਮਨ ਨੇ ਇੱਕ ਚਿੱਤ ਹੋਣਾ ਹੀ ਨਹੀਂ ਹੈ। ਹਾਂ ਤੇ ਇਸ ਕਰਕੇ ਕਹਿੰਦੇ ਆ ਕਿ ਇਸ ਕਰਕੇ ਸਾਧ ਸੰਗਤ ਦੀ ਗੱਲ ਤੇ ਕੁਛ ਵੀ ਨਹੀਂ ਹੈਗੀ ਜੇ ਆਪਾਂ ਇੱਕ ਚੀਜ਼ ਸਮਝੀਏ ਬਾਣੀ ਤੋਂ। ਦੇਖੋ ਇੱਕ ਚੀਜ਼ ਨੂੰ ਸਮਝੋ ਕਿ ਸੌਖਾ ਕਰ ਦਈਏ ਹੋਰ ਆਸਾਨ ਹੋ ਜੇ। ਜਿਹੋ ਜੀ ਮਰਜ਼ੀ ਤੁਸੀਂ ਸਬਜ਼ੀ ਬਣਾ ਲਓ ਆਖਰ ਤੇ ਤੁਹਾਨੂੰ ਖਾਣੀ ਪੈਣੀ ਜੋ। ਇਸ ਕਰਕੇ ਸਬਜ਼ੀ ਨੂੰ ਅੱਜ ਦੀ ਡੇਟ 'ਚ ਤੁਹਾਡੇ ਕੋਲ ਟਾਈਮ ਹੈਗਾ ਉਹਨੂੰ ਖਰਾਬ ਨਾ ਬਣਾਓ। ਬਸ ਇਸ ਤਰੀਕੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਖਾ ਲਓ। ਤੇ ਜੇਕਰ ਤੁਸੀਂ ਇੱਥੇ ਮਿਰਚਾਂ ਜ਼ਿਆਦੀਆਂ ਪਾਤੀਆਂ ਔਗਣਾਂ ਦੀਆਂ ਫਿਰ ਲੰਘਣੀ ਬੜੀ ਔਖੀ। ਫਿਰ ਤੇ ਇੱਕ ਨਜਸਾ ਵੀ ਕਿਤੇ ਚਮਚਾ ਨਹੀਂ ਲੰਘਦਾ। ਨਾ ਪਰ ਉਹਨਾਂ ਨੇ ਤਾਂ ਨਗਾ ਦੇਣੀ ਆ ਜੂਨਾ ਤਾਂ ਉਹਨਾਂ ਨੇ ਦੇਣੀ ਆ। ਇਹਨੇ ਤੇ ਰੌਲਾ ਪਾਉਣਾ ਅਗਲੇ ਜਿੱਦਾਂ ਮੱਝ ਨੂੰ ਨਹੀਂ ਲੂਣ ਦੇਈਦਾ ਮੂੰਹ ਚ ਅਗਲੇ ਪੁੱਛਦੇ ਨਾ ਬਿਲਕੁਲ ਫਿਰ ਰਸਾ ਜਾ ਉਹ ਬੂਹ ਚ ਪਾ ਕੇ ਬਿਲਕੁਲ ਦੇਖ ਲਓ ਕਿੰਨਾ ਜ਼ਬਰਦਸਤ ਕਰਦੇ ਆ। ਉਹ ਬੰਬੂ ਜਿਹਾ ਪਾ ਦਿੰਦੇ ਆ ਖੋਖਲਾ ਜਿਹਾ ਉਹਦੇ ਵਿੱਚੋਂ ਦੀ ਨਗਾ ਦੇ ਨੇਜੇ ਸਾਹਿਬ ਆਪਦੇ ਸੰਗਤਾਂ ਹੀ ਡਰਾਈ ਜਾਂਦੇ ਕੋਈ ਤੇ ਨਹੀਂ। ਉਹ ਬਾਣੀ ਕਹਿੰਦੀ ਨਹੀਂ ਫਿਰ ਮੁਸ਼ਕਿਲ ਹੋ ਜਾਏ। ਅੱਜ ਦੀ ਵਿਚਾਰ ਇੱਥੇ ਹੀ ਹੈ ਜੀ। ਆਪਾਂ ਇਸ ਅੱਜ ਦਾ ਜੋ ਸਾਰ ਤੱਤ ਕੱਢਦੇ ਹਾਂ ਬਾਣੀ ਇਹ ਕਹਿੰਦੀ ਆ ਕਿ ਜ਼ਿੰਦਗੀ ਫਿਰ ਕਿਹੜੇ ਪੈਰਾਮੀਟਰ ਚ ਲੰਘਦੀ ਹੈ। ਕਿੱਦਾਂ ਤੂੰ ਛੋਟਾ ਫਿਰ ਵੱਡਾ ਹੁੰਦਾ ਫਿਰ ਇੱਕ ਦਿਨ ਤੂੰ ਸੰਸਾਰ ਤੋਂ ਚੱਲ ਜਾਂਦਾ। ਫਿਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਤੂੰ ਲਾਗੇ ਬੰਨੇ ਨਜ਼ਰ ਮਾਰ ਇਹਦੇ ਲੋਕੀ ਪੂਰਾ ਦੇ ਪੂਰੇ ਡੁੱਬ ਰਹੇ ਆ ਇੱਕ ਦਿਨ ਤੂੰ ਵੀ ਡੁੱਬ ਜਾਣਾ। ਤੇ ਐਵੇਂ ਹੜ ਆ ਰਿਹਾ ਔਰ ਤੈਨੂੰ ਦਿਖ ਨਹੀਂ ਰਿਹਾ। ਤੂੰ ਅੱਖਾਂ ਬੰਦ ਕਰਕੇ ਕਬੂਤਰ ਨੂੰ ਦੁੱਧ ਪੀ ਤੇ ਜਾਂਦੇ ਆ ਬਿੱਲੀ ਵਾਂਗੂ। ਮਤਲਬ ਤੂੰ ਵੇਖਦਾ ਨਹੀਂ ਪਿਆ। ਤੇ ਜਦੋਂ ਤੂੰ ਚੱਲ ਜਾਏਗਾ ਤੇ ਫਿਰ ਅੱਜ ਤੂੰ ਤਿਆਰ ਹੈਗਾ ਦੱਸ ਮੈਨੂੰ ਤੂੰ ਕੋਈ ਪ੍ਰਿਪਰੇਸ਼ਨ ਕੀਤੀ ਹੈ ਥੋੜੀ ਬਹੁਤੀ? ਕੋਈ ਇੱਕ ਅੱਧੀ ਥੈਲੀ ਪੈਕ ਕਰ ਲਾ। ਕੀਤੀ ਤਾਂ ਹੈ ਗੋਰਖੀ ਦਾ ਔਗਣਾਂ ਦੀ ਤਾਂ ਗੱਠੜੀਆਂ ਬੰਨੀਆਂ ਪਈਆਂ ਮੋਟੀਆਂ ਮੋਟੀਆਂ। ਬਾਣੀ ਤੇ ਕਹਿੰਦੀ ਸਵਾਹ ਦੀ ਪੱਟ ਚੁੱਕੀ ਕਿਤੇ ਤੇਰੀ ਮੌਲਾ ਤੇ ਰਖਾਉਣੀ ਚੁੱਕ ਲਾ। ਠੀਕ ਹੈ ਜੀ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਬਿਲਕੁਲ ਤੇ ਉਹ ਹਾਂ ਚਲੋ ਕੋਈ ਨਹੀਂ ਪਰਮਾਤਮਾ ਮਿਹਰ ਕਰੇ। ਤੇ ਉਹ ਜਿਹੜੀ ਗੁੱਡੀਆ ਦੇ ਲਈ ਆਪਾਂ ਕਾਰਜ ਆਰੰਭ ਕੀਤਾ ਸੀ ਪੈਸੇ ਤੇ ਬਹੁਤ ਆ ਗਏ ਆ ਲੋੜ ਤੋਂ ਜ਼ਿਆਦਾ ਆ ਗਏ। ਤੇ ਉਸ ਕੁੜੀ ਨੂੰ ਨਾ ਇੱਕ ਪ੍ਰੋਬਲਮ ਆ। ਅਸੀਂ ਨਾ ਡਾਕਟਰ ਕੋਲ ਲੈ ਕੇ ਗਏ ਸੀ ਉਹਨੂੰ। ਹਾਂਜੀ ਉਹਨੂੰ ਪ੍ਰੋਬਲਮ ਪਤਾ ਨਹੀਂ ਕੀ ਕੀਲੋਇਡ ਨਾਮ ਦੀ ਉਹਦੇ ਸਰੀਰ 'ਚ ਪ੍ਰੋਬਲਮ ਆ। ਤੇ ਉਹਦੇ ਨਾਲ ਕੀ ਹੁੰਦਾ ਕਿ ਉਹ ਜਿਹੜਾ ਜ਼ਖਮ ਉਹਦੇ ਹੁੰਦਾ ਨਾ ਉਹ ਜ਼ਖਮ ਦੇ ਨਜਸਾ ਉਹ ਫੁੱਲ ਜਾਂਦਾ ਕੁਝ %। ਤੇ ਉਹ ਸਰਜਨ ਹੁਣ ਇੱਕ ਹੋਰ ਸਰਜਨ ਆ ਉਹ ਉਹਨਾਂ ਕੋਲ ਜਾਣਾ ਹੈ। ਤੇ ਰਵੀ ਮਹਾਜਨ ਹੈ ਡਾਕਟਰ ਇੱਕ ਬਹੁਤ ਵੱਡਾ ਡਾਕਟਰ ਪਲਾਸਟਿਕ ਸਰਜਨ। ਹੁਣ ਕੱਲ ਉਹਨਾਂ ਕੋਲ ਜਾਣਾ ਉਹ ਸੈਕੰਡ ਓਪੀਨੀਅਨ ਲੈਣਾ ਹੈ। ਤੇ ਇਹ ਡਾਕਟਰ ਗੁਪਤਾ ਵਾ ਉਹ ਕਹਿੰਦੇ ਅਸੀਂ ਕਰ ਦਾਂਗੇ ਇਹਨਾਂ ਦੀ ਸਰਜਰੀ 50-50 ਆ। ਤੇ ਮੈਂ ਉਹਦੇ ਮਾਂ ਪਿਓ ਨੂੰ ਵੀ ਸੱਦਿਆ ਤੇ ਮੈਂ ਦੇਖੋ ਪਤਾ ਕਿ ਜੇ ਟਰਾਈ ਕਰਨ ਕੀ ਜਾਂਦਾ ਜੋ ਤੇ ਹੈਗਾ ਉਹ ਤੇ ਰਹਿਣਾ ਹੀ ਆ। ਤੇ ਜੇ ਇਸ ਤੋਂ ਕੁਝ ਜ਼ਖਮ ਏਦਾਂ ਦੇ ਵੀ ਹੈਗੇ ਆ ਜਿੱਥੇ ਫਲੂਆ ਨਹੀਂ ਬਣਿਆ ਤੇ ਆਪਾਂ ਟਰਾਈ ਕਰਕੇ ਦੇਖਦੇ ਹਾਂ। ਤੇ ਹੁਣ ਕੱਲ ਆਉਣਗੇ ਤੇ ਕੱਲ ਇੱਕ ਵਾਰੀ ਫੇਰ ਕਾਉਂਸਲਿੰਗ ਕਰਾਂਗਾ। ਫਿਰ ਉਸ ਤੋਂ ਬਾਅਦ ਜੋ ਸਹੀ ਹੋਊਗਾ ਉਹ ਫੈਸਲਾ ਲੈ ਕੇ ਉਹ ਕਾਰਜ ਕੀਤਾ ਜਾਵੇਗਾ। ਠੀਕ ਹੈ ਜੀ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰਤੀ। ਹਾਂਜੀ ਵੀਰ ਜੀ ਬਹੁਤ ਵਧੀਆ ਜੀ। ਠੀਕ ਹੈ ਜੀ ਸਾਧ ਸੰਗਤ ਜੀ। ਤੇ ਬਾਕੀ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ। ਆਪ ਭਗਤੀ ਕਰਦੇ ਜਾਓ ਆਟੋਮੈਟਿਕਲੀ ਸਭ ਕੁਝ ਹੋ ਜਾਣਾ ਹੈ। ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਆ। ਇਹ ਕੇਵਲ ਇਹ ਬਾਣੀ 'ਚ ਸਾਨੂੰ ਸਮਝਾਇਆ ਹੈ ਕਿਉਂਕਿ ਸਾਡੇ ਨਾ ਜਨਮ ਇਸ ਮਨ ਕੋ ਜਨਮ ਕੀ ਮਨ ਲੱਗੀ ਕਾਲਾ ਹੁਆ ਸਵਾ। ਇਸ ਕਰਕੇ ਨਾ ਅਸੀਂ ਬਾਰ-ਬਾਰ ਹੀ ਸਲਿਪ ਹੋ ਜਾਂਦੇ ਆ। ਤੇ ਬਾਣੀ ਸਾਨੂੰ ਇਹ ਸਮਝਾਉਂਦੀ ਕਿ ਤੂੰ ਹੁਣ ਨਾ ਇਹ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿਛੜੇ ਥੇ ਮਾਧੋ। ਬਾਣੀ ਇਹੋ ਕਹਿੰਦੀ ਹੈ ਕਿ ਨਾ ਏਦਾਂ ਨਾ ਕਰੀ ਕਿ ਤੂੰ ਇੱਥੇ ਡਿੱਗ ਨਾ ਜਾਵੀਂ। ਬਿਲਕੁਲ ਕੋਈ ਬਹੁਤ ਉੱਪਰ ਆ ਗਿਆ ਤੂੰ ਤੇ ਹੁਣ ਇੱਕ ਬੜਾ ਵਧੀਆ ਮਾਹੌਲ ਬਣਿਆ ਇਸ ਡੰਡੇ ਤੋਂ ਸਲਿਪ ਨਾ ਹੋ। ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਹੋਰ ਕੁਛ ਵੀ ਨਹੀਂ ਕਹਿੰਦੇ ਹੋ। ਬਿਲਕੁਲ ਹਾਂਜੀ ਗੁਰਦੇਵ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਗੁਰਦੇਵ ਜੀ ਦਾ? ਹਾਂਜੀ ਵੀਰ ਜੀ ਮੈਂ ਥੋੜਾ ਜਿਹਾ ਐਡ ਕਰਨਾ ਚਾਹਾਂਗਾ। ਹਾਂਜੀ ਜਿਹੜੀ ਇਹ ਕੀਲੋਇਡ ਦਾ ਇਸ਼ੂ ਹੈਗਾ ਨਾ
ਇਹ ਪ੍ਰੋਬਲਮ ਹਾਂਜੀ। ਲਾਈਕ ਥੋੜਾ ਜੈਨੇਟਿਕ ਹੁੰਦੀ ਹੈ। ਕਈ ਵਾਰੀ ਸਾਡਾ origin ਜਿਹੜਾ ਹੈਗਾ ਅਫਰੀਕਨ ਜੈਨੇਟਿਕਲੀ ਉੱਥੋਂ ਬੇਸਡ ਹੁੰਦਾ ਹੈ, ਤੇ ਉਸ ਤੋਂ ਵੀ ਹੁੰਦੀ ਹੈ। ਮੈਨੂੰ ਵੀ ਇਹ ਪ੍ਰੋਬਲਮ ਹੈਗੀ ਹੈ, ਪਰ ਕੁਝ ਇੰਜੈਕਸ਼ਨਸ ਹੁੰਦੇ ਨੇ ਜਿਹੜੇ ਕਿ ਆਪਣਾ ਉਹਦੇ ਵਿੱਚ ਲਗਾਉਣ ਤੋਂ ਬਾਅਦ ਉਹ ਸ਼ਰਿੰਕ ਕਰ ਜਾਂਦੇ ਨੇ ਇੱਕਦਮ। ਮੈਂ ਕੀਤਾ ਹੋਇਆ ਹੈ ਟ੍ਰੀਟਮੈਂਟ। ਬਹੁਤ ਵਧੀਆ ਜੀ, ਹਾਂ ਬਹੁਤ ਹਾਂ ਹਾਂ, ਵੈਰੀ ਨਾਈਸ ਵੈਰੀ। ਉਹਨਾਂ ਨੇ ਵੀ ਕਿਹਾ ਵਾ ਕਿ ਸਟੀਰੋਇਡ ਹੈਗੇ ਨੇ, ਹਾਂਜੀ, ਜੇਕਰ ਅਸੀਂ ਉਹਨਾਂ ਨੂੰ ਯੂਜ਼ ਕਰਾਂਗੇ ਤੇ ਇਹ ਪੋਸੀਬਲ ਹੈਗਾ ਉਹ ਚੀਜ਼ ਸ਼ਰਿੰਕ ਹੋ ਜਾਏਗੀ। ਬਹੁਤ ਵਧੀਆ। ਹਾਂਜੀ, ਉਹ ਸ਼ਰਿੰਕ ਹੋ ਜਾਏਗੀ। ਔਰ ਫਿਰ ਕੋਈ ਵੀ ਸਰਜਰੀ ਜਾਂ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਥੋੜਾ ਇਹਤਿਆਤ ਰੱਖਣਾ ਹੈ, ਕਿਉਂਕਿ ਕਿਧਰੇ ਵੀ ਕੋਈ ਕੱਟ ਲੱਗਦਾ ਉਹ ਕੱਟ ਕਨਵਰਟ ਹੋ ਸਕਦਾ ਹੈ ਕਿਲੋਇਡ ਵਿੱਚ। ਬਸ ਹਾਂ, ਇਹੋ ਹੀ ਆ। ਉਹਨਾਂ ਨੇ ਇਹੋ ਕਹਿ ਰਹੇ ਨੇ ਸੀ। ਹਾਂ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ, ਤੁਸੀਂ ਗੱਲਾਂ ਕੀਤਾ। ਹਾਂ, ਮੈਂ ਇਸੇ ਕਰਕੇ ਉਹਨਾਂ ਦੇ ਨਾ ਡਾਕਟਰਾਂ ਦਾ ਫੀਲਡ ਹੀ ਉਹ ਸੀ, ਤੇ ਉਹ ਕਹਿੰਦੇ ਸੀ ਕਿ ਆਪਾਂ ਟਰਾਈ ਕਰਦੇ ਹਾਂ, ਔਰ ਉਹ ਕੁਛ ਨਾ ਕੁਛ ਦੇ ਵਿਲ ਕਮ ਆਊਟ ਸਮ ਬੈਟਰ ਰਿਜ਼ਲਟ। ਤੇ ਮੈਂ ਕੋਈ ਤੁਹਾਡੇ ਨਾਲ ਸਾਂਝਾ ਕਰਾਂਗਾ, ਤੁਹਾਡਾ ਵੀ ਪੁਆਇੰਟ ਨੋਟ ਕਰ ਲਿਆ। ਇਹ ਮੇਰੇ ਗੁਆਂਢੀ ਹੈਗੇ ਜੀ, ਬਿਲਕੁਲ ਮੇਰੇ ਨੇੜੇ ਹੀ ਹੈਗੇ, ਕੋਈ ਪ੍ਰੋਬਲਮ ਨਹੀਂ। ਅੱਛਾ, ਠੀਕ ਹੈ ਜੀ, ਠੀਕ ਹੈ, ਠੀਕ ਹੈ। ਨਾਲੇ ਦੇਖੋ, ਉਹ ਮੈਂ ਐਵੇਂ ਕਿਲੋਇਡ ਦੀ ਬਿਮਾਰੀ ਸਿਰ ਤੇ ਕੱਲਾ ਚੁੱਕੀ ਫਿਰਾਂ, ਮੈਂ ਤੁਹਾਨੂੰ ਦੱਸਦੀ ਹੈ, ਹੁਣ ਤੁਸੀਂ ਸਾਰੇ ਦੱਸੋ। ਨਹੀਂ ਨਹੀਂ, ਬਹੁਤ ਵਧੀਆ। ਨਿੱਜਰ ਸਾਹਿਬ, ਵੈਸੇ ਮੈਂ ਵੀਰ ਜੀ ਜਿਹੜਾ ਇੰਜੈਕਸ਼ਨ ਯੂਜ਼ ਕੀਤਾ ਸੀ, ਮੈਂ ਉਹਦਾ ਮੈਂ ਨਾਂ ਲਿਖ ਕੇ ਜ਼ਰੂਰ ਪੋਸਟ ਕਰ ਦਾਂਗਾ, ਇੱਕ ਵਾਰੀ ਡਿਸਕਸ ਕਰ ਲੈਣਾ। ਠੀਕ ਹੈ ਜੀ, ਮੇਰੇ ਕੋਲ ਹੈ। ਹਾਂ ਸ਼ੋਰ, ਠੀਕ ਹੈ ਸਰ, ਥੈਂਕ ਯੂ ਸਰ, ਨੋ ਪ੍ਰੋਬਲਮ, ਥੈਂਕ ਯੂ, ਬਾਏ। ਓਕੇ ਜੀ, ਹਾਂਜੀ ਵੀਰ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ। ਨਿੱਜਰ ਸਾਹਿਬ, ਹਾਂਜੀ ਵੀਰ ਜੀ। ਓਕੇ। ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆ ਜੁਨੀ ਸਹਿਬੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਸਾਡੇ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਮਾਲਿਕ ਦੇਹ ਨਿਰੋਗਤਾ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਆਪਣਾ ਨਾਮਦਾਨ ਬਖਸ਼ਣਾ, ਕਾਰਜ ਰਾਸ ਕਰਨੇ। ਮੇਰੇ ਮਾਲਿਕ ਮਿਹਰ ਕਰੋ, ਮੇਰੇ ਮਾਲਿਕ ਤੰਦਰੁਸਤੀ ਬਖਸ਼ੋ। ਮੇਰੇ ਮਾਲਿਕ ਅਸੀਂ ਸਾਰੇ ਨਿਰਵਿਚਾਰ ਸਮਾਧੀ ਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਆਪ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ 7-8 ਮਿੰਟ ਮੈਂ ਸਿਮਰਨ ਕਰਾਵਾਂਗਾ ਤੇ ਆਪ ਬਸ ਕੋਸ਼ਿਸ਼ ਕਰਿਓ ਕਿ ਗਹਿਰਾ ਜਾਵਾਂਗੇ। ਅੱਜ ਆਪਾਂ ਥੋੜਾ ਤੁਹਾਡਾ ਮੈਂ ਸਮਾਂ ਜ਼ਰੂਰ ਲਊਂਗਾ, ਪਰ ਇਹ 'ਚ ਤੁਹਾਡਾ ਭਲਾ ਹੈ, ਠੀਕ ਹੈ। ਹੋ ਸਕਦਾ 10 ਮਿੰਟ ਲੱਗ ਜਾਣ, ਤੇ ਆ 20-25 ਮਿੰਟ ਪਲੀਜ਼ ਬਹਿਣਾ ਜ਼ਰੂਰੀ ਹੈ, ਠੀਕ ਹੈ। ਨਹੀਂ ਨਹੀਂ, ਕੋਈ ਨਹੀਂ, ਕੋਈ ਨਹੀਂ। ਵਾਹਿਗੁਰੂ 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 ਵਾਹਿਗੁਰੂ। ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ